ਸਵਾਗਤ ਹੈ ਜੀ ਤੁਹਾਡਾ ਰੇਡੀਓ ਵਿਰਸਾ NZ 107 FM ਪ੍ਰੋਗਰਾਮ ਪੱਖ ਦੇ ਮਸਲੇ ਵਿੱਚ। ਅੱਜ 10 ਮਾਰਚ ਹੈ ਤੇ ਸਮਾਂ ਸਾਡੇ ਕੋਲ ਹੋਇਆ 1:02। ਸਟੂਡੀਓ 'ਚ ਮੈਂ ਹਰਨੇਕ ਸਿੰਘ ਤੇ ਨਾਲ ਮੇਰੇ ਗੁਰਪ੍ਰੀਤ ਸਿੰਘ। ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਪੱਖ ਦੇ ਮਸਲੇ ਪ੍ਰੋਗਰਾਮ ਹੀ ਆ ਜੀ, ਤੇ ਭਖ ਦੇ ਮਸਲੇ ਜਿਹੜੇ ਆ ਭਖਿਓ ਰਹਿੰਦੇ ਹੀ ਆ ਕੋਈ ਨਾ ਕੋਈ। ਤੇ ਗੱਲਬਾਤ ਆਪਾਂ ਟਕਸਾਲੀਆਂ ਦੀ ਜੀਤੇ ਹੋਰਾਂ ਦੀ ਕਰਦੇ ਆ, ਪਰ ਅੱਜ ਜਸਵਿੰਦਰ ਬੂਟ ਨੇ ਇੱਕ ਨਵੀਂ ਵੀਡੀਓ ਕੱਢੀ ਆ। ਹਾਂਜੀ, ਤੇ ਉਹ ਮੈਂ ਫੇਸਬੁੱਕ ਦੇ ਉੱਤੇ ਸ਼ੇਅਰ ਕੀਤੀ ਸੀ। ਆਸਿਆ ਬਹੁਤੇ ਦੋਸਤਾਂ ਮਿੱਤਰਾਂ ਨੇ ਦੇਖ ਲਈ ਹੋਊਗੀ, ਪਰ ਫਿਰ ਵੀ ਕੁਛ ਗੱਲਾਂ ਉਹਦੇ ਵਿੱਚ ਉਹ ਹੈ ਤਾਂ ਵੈਸੇ ਵੀਡੀਓ ਦੇ ਰੂਪ ਵਿੱਚ ਵਿਚਾਰਨੇ ਵਾਲੀ ਆ। ਕਿਉਂਕਿ ਜਦੋਂ ਨਾ ਕਮੀਣੇ ਬੰਦੇ ਕਮੀਣੀ ਗੱਲ ਕਮੀਨੇ ਢੰਗ ਨਾਲ ਜਿੱਦਾਂ ਕਮੀਨੇ ਦੇ ਸਾਹਮਣੇ ਬੋਲ ਰਹੇ ਹੁੰਦੇ ਆ, ਤੇ ਉਦੋਂ ਉਹਨਾਂ ਦੇ ਚਿਹਰੇ ਦੇਖ ਕੇ ਜਿਹੜੀ ਬੋਡੀ ਲੈਂਗੁਏਜ ਆ ਉਹ ਦੇਖ ਕੇ ਤੁਹਾਨੂੰ ਜ਼ਿਆਦਾ ਪਤਾ ਲੱਗਦਾ ਆ ਵੀ ਸੱਚਾਈ ਕੀ ਆ। ਠੀਕ ਹੈ, ਕਿਉਂਕਿ ਤੁਸੀਂ ਜੋ ਮਰਜ਼ੀ ਕਰ ਲਓ, ਜਿਹੜਾ ਨਾ ਜਿਹੜੀਆਂ ਅੱਖਾਂ ਆ ਈਵਨ ਬੋਡੀ ਲੈਂਗੁਏਜ ਆ ਉਹ ਤੁਹਾਡਾ ਸਾਥ ਨਹੀਂ ਦਿੰਦੀ। ਫਿਰ ਜੇ ਤੁਸੀਂ ਗੱਲ ਬਣਾ ਰਹੇ ਆ, ਇੱਕ ਤਾਂ ਹੰਡਿਓ ਆ, ਜਿਹੜੀ ਹੰਡਿਓ ਵਰਤਿਓ ਆ ਤੁਹਾਡੇ ਨਾਲ, ਉਹ ਗੱਲ ਦੱਸਣ ਦਾ ਅੰਦਾਜ਼ ਤੁਹਾਡਾ ਹੋਰ ਹੋਣਾ। ਠੀਕ ਹੈ, ਇੱਕ ਤੁਸੀਂ ਬਣਾ ਕੇ ਦੱਸਣ ਲੱਗੇ, ਹੁਣ ਉਹ ਚ ਹੰਡੇ ਨਹੀਂ ਤੁਸੀਂ ਅਜੇ। ਥਿਊਰੀ ਪਤਾ ਹੈ ਤੁਹਾਨੂੰ ਪਤਾ ਆ ਵੀ ਅਗਲੇ ਦਾ ਨੁਕਸਾਨ ਕਰਨਾ, ਮੈਂ ਇਹ ਤੇ ਦਬਾਅ ਪਾਉਣਾ। ਇਹ ਚਾਪਲੂਸ ਕਿਸਮ ਦੇ ਲੋਕ ਹੁੰਦੇ ਆ। ਠੀਕ ਹੈ, ਇਹ ਬੰਦੇ ਬਿਨਾਂ ਕੁਛ ਕੀਤੀਆਂ ਗੱਲਾਂ ਦੇ ਰਾਹੀਂ। ਠੀਕ ਹੈ, ਕਪੂਰ ਇੱਕ ਜਗ੍ਹਾ ਕਹਿੰਦਾ ਜਿਹੜੇ ਚਾਪਲੂਸ ਆ ਨਾ, ਉਹ ਪਾਟੇ ਹੋਏ ਕੋਟ ਨੂੰ ਵੀ ਸੋਨੇ ਦੇ ਬਟਨ ਲਾ ਦਿੰਦੇ। ਠੀਕ ਹੈ, ਇਹਨਾਂ ਦਾ ਇਹ ਜਦੋਂ ਇਹ ਦੇਖੋ, ਜਿੱਦਾਂ ਨਾ ਦਾਤੀ ਨੂੰ ਕਹਿੰਦੇ ਇੱਕ ਪਾਸੇ ਦੰਦੇ ਹੁੰਦੇ ਆ, ਇਹਨਾਂ ਦੇ ਦੋ ਹੀ ਪਾਸੇ ਦੰਦੇ ਹੁੰਦੇ। ਇੰਨੇ ਖਤਰਨਾਕ ਹੁੰਦੇ ਨਾ ਇਹ। ਇਹਨਾਂ ਦੇ ਨਾਲ ਦੋਸਤੀ ਵੀ ਮਾੜੀ, ਜੇ ਤਾਂ ਦੋਸਤੀ ਕਰੂੰਗੇ ਫਿਰ ਤਾਂ ਚਾਪਲੂਸੀ ਕਰ ਕਰਕੇ ਇਦਾਂ ਦੇ ਤਰੀਕੇ ਲੱਭਦੇ ਆ, ਵਿਚਾਰਗੀ ਇਦਾਂ ਦੇ ਜਾਨੀ ਵਿਚਾਰੇ ਬਣ ਕੇ ਤਰਲੇ ਕਰਕੇ ਤੁਹਾਡਾ ਸ਼ੋਸ਼ਣ ਕਰਦੇ ਆ। ਜੇ ਤੁਸੀਂ ਜਵਾਬ ਦਓਗੇ ਉਹਨਾਂ ਨੂੰ, ਗੁੱਸੇ ਹੋਵੋਗੇ, ਫਿਰ ਇਹ ਇਲਜ਼ਾਮ ਲਾਉਂਦੇ ਆ। ਫਿਰ ਇਲਜ਼ਾਮ ਇੰਨੇ ਘਟੀਆ ਲਾਉਂਦੇ ਆ ਨਾ, ਜਾਣੀ ਇਹਨਾਂ ਨੂੰ ਚੇਤਾ ਭੁੱਲ ਜਾਂਦਾ ਵੀ ਮੇਰਾ ਬਾਹ ਆ ਜਿਹੜੇ ਲੋਹਗੜ੍ਹ ਵਾਲੇ ਆ ਸਾਡੇ, ਇਹਨਾਂ ਦੇ ਨਾਲ ਜਦੋਂ ਹੁੰਦੇ ਸੀ ਇਹ, ਉਦੋਂ ਤਰਲੇ ਮੈਨੂੰ ਇਹਨਾਂ ਦੇ ਯਾਦ ਆ ਚੰਗੀ ਤਰ੍ਹਾਂ, ਕਿੱਦਾਂ ਰੋਂਦੇ ਸੀ ਇਹ। ਪਿਆ ਆ ਮੇਰਾ ਆ ਮੈਂ ਤਾਂ ਬਾਪ ਸਮਝਦਾ ਤੁਹਾਨੂੰ, ਪਰਿਵਾਰ ਚ ਆ ਮੁਸ਼ਕਿਲ ਆ। ਠੀਕ ਹੈ ਨਾ, ਫਲਾਣੇ ਨੂੰ ਹਾਰਟ ਅਟੈਕ ਹੋ ਗਿਆ, ਆਹ ਪ੍ਰੋਬਲਮ ਹੋ ਗਈ, ਆਹ ਹੋ ਗਈ। ਜਦੋਂ ਗਏ ਆ, ਫਿਰ ਜਿਹੜੇ ਇਲਜ਼ਾਮ ਲਾਏ ਆ ਉਹਦੇ ਉੱਤੇ, ਬੰਦਾ ਕਹਿੰਦਾ ਠੀਕ ਹੈ ਵੀ, ਤਾਂ ਉਹਦੀ ਸ਼ਕਲ, ਉਹਦਾ ਸਾਰਾ ਕੁਛ। ਪ੍ਰਚਾਰਕਾਂ ਨੂੰ ਤਾਂ ਪਹਿਲਾਂ ਵੀ ਉਹ ਜਿਹੜਾ ਇੱਕ ਸੀਗਾ ਘਰਾਂਗਣੇ ਵਾਲਾ, ਉਹਦੇ ਬਾਰੇ ਵੀ ਤਜਰਬਾ ਆ ਆਪਣਾ, ਦੇਖਿਆ ਉਹ ਬੰਦੇ ਨੇ ਜਦੋਂ ਗਿਆ ਉਹ ਰਹਿੰਦਾ ਕਿੱਦਾਂ ਸੀਗਾ। ਠੀਕ ਹੈ, 2-3 ਮਹੀਨੇ ਦੀ ਤਨਖਾਹ ਵਾਧੂ ਲੈ ਗਿਆ, ਪਹਿਲਾਂ ਵੀ ਲੋੜਿਆ ਮੈਨੂੰ ਲੈ ਕੇ ਫਿਰ ਜਾ ਕੇ। ਠੀਕ ਹੈ, ਹੁਣ ਇਹ ਬੰਦੇ ਹੈਗੇ ਸਾਰੇ। ਤੁਸੀਂ ਇੱਕ ਦੇਖੋ, ਕੋਈ ਵੀ ਬੰਦਾ ਸਾਨੂੰ ਦੱਸੋ, ਸਾਡੇ ਬਾਰੇ ਦੱਸਿਓ ਵੀ ਅਸੀਂ ਇੱਥੋਂ ਰੇਡੀਓ ਤੋਂ, ਸਿੰਘ ਸਭਾ ਤੋਂ, ਨਿਊਜ਼ੀਲੈਂਡ ਵਾਲਿਆਂ ਨੂੰ ਪਤਾ, ਉਹਨਾਂ ਚੋਂ ਕੋਈ ਬੰਦਾ ਫੋਨ ਕਰਕੇ ਸਾਨੂੰ ਦੱਸੇ ਵੀ ਕਦੇ ਵੀ ਸਾਡਾ ਜਦੋਂ ਕਿਸੇ ਗਰੁੱਪ ਨਾਲ ਝਗੜਾ ਹੋਇਆ, ਉਸ ਝਗੜੇ ਤੋਂ ਬਾਅਦ ਅਸੀਂ ਉਹਨਾਂ ਦੇ ਵਿਰੋਧੀ ਗਰੁੱਪ ਕੋ ਡਿੱਗੇ ਹੋਈਏ ਜਾ ਕੇ। ਨਹੀਂ ਪਹਿਲਾਂ ਤੋਂ। ਠੀਕ ਹੈ, ਤੇ ਅਖੰਡ ਕੀਰਤਨੀਆਂ ਨਾਲ ਹੋਇਆ, ਟਕਸਾਲੀਆਂ ਨਾਲ ਹੋਇਆ, ਤੇ ਕਦੇ ਵੀ ਕਾਂਗਰਸੀਆਂ ਨਾਲ ਮਿਲ ਗਏ ਹੋਈਏ ਅਸੀਂ। ਜਿਹੜੇ ਬੰਦੇ ਹੁਣ ਆਟਾਹੂ ਤੋਂ ਜਾਣਦੇ ਆ 88-99 ਤੋਂ, ਉਦੋਂ ਜਿੰਨੀ ਵਾਰ ਸਾਡਾ ਇਹਨਾਂ ਦੇ ਨਾਲ ਟਕਰਾਅ ਹੋਇਆ, ਕਦੇ ਵੀ ਉਹ ਜਿਹੜਾ ਦੂਜਾ ਗਰੁੱਪ ਆ ਕੋਲਮਾ ਰੋਡ ਵਾਲਾ, ਉਹਨਾਂ ਦੇ ਨਾਲ ਸਾਡੀ ਏਦਾਂ ਨੇੜਤਾ ਨਹੀਂ ਹੋਈ ਜਾਣੀ। ਠੀਕ ਹੈ, ਫਿਰ ਇੱਥੇ ਹੁਣ ਜਾਣੀ ਹਨਾ, ਜੇ ਧੁੰਦੇ ਪੰਥਪ੍ਰੀਤ ਨਾਲ ਹੋਈ ਆ, ਹੁਣ ਸਾਨੂੰ ਪਤਾ ਆ ਵੀ ਇਹਨਾਂ ਦਾ ਟਕਸਾਲ ਦਾ ਵਿਰੋਧ ਆ ਇਹਨਾਂ ਨਾਲ। ਇਦਾਂ ਨਹੀਂ ਹੋਇਆ ਵੀ ਇਹਨਾਂ ਨੂੰ ਕਰਨੇ ਲਈ ਰਣਜੋਤ ਸਿੰਘ ਦੇਖੋ ਕਿੱਥੇ ਡਿੱਗਿਆ ਜਾ ਕੇ। ਠੀਕ ਹੈ, ਉਹ ਕਾਮਰੇਡਾਂ ਕੋਲ ਵੀ ਬਹਿ ਗਿਆ, ਟਕਸਾਲੀਆਂ ਕੋਲ ਵੀ ਬਹਿ ਗਿਆ, ਧੁੰਦਾ ਪੰਥਪ੍ਰੀਤ। ਠੀਕ ਹੈ, ਹੁਣ ਜਾਨੀ ਇਦਾਂ ਮੈਂ ਆਪਣੇ ਬਾਰੇ ਇਦਾਂ ਸੋਚਦਾ ਹੁੰਦਾ ਵੀ ਜੇ ਲੜਾਈ ਆ ਨਾ ਤੁਹਾਡੀ ਜੈਨੂਨ, ਤੇ ਤੁਹਾਨੂੰ ਲੜਨੀ ਚਾਹੀਦੀ। ਜਿਹੜਾ ਵੀ ਬੰਦਾ ਲੜਾਈ ਹੋਣ ਤੇ ਵਿਰੋਧੀ ਕੋ ਜਾ ਡਿੱਗਦਾ ਆ, ਉਦੋਂ ਸਮਝ ਲਿਓ ਵੀ ਰਿਲੇਸ਼ਨਸ਼ਿਪ ਪਹਿਲੀ ਆ। ਜੇ ਹਸਬੈਂਡ ਵਾਈਫ ਦਾ ਝਗੜਾ ਹੋ ਜਾਏ, ਠੀਕ ਹੈ, ਜਿਹੜੀ ਪਤਨੀ ਲੜਕੇ ਇੱਕਦਮ ਦੂਜੇ ਦੇ ਬਿਸਤਰੇ ਚਲ ਜਾਵੇ ਤੇ ਬਾਅਦ ਚ ਇਹ ਕਹੇ ਵੀ ਤੰਗ ਕਰਦਾ ਸੀ ਮੈਨੂੰ, ਇਹ ਤਾਂ ਮੈਨੂੰ ਧਮਕੀਆਂ ਦਿੰਦਾ ਸੀ, ਇਹ ਤਾਂ ਉਹਦਾ ਮਤਲਬ
ਲੋਕਾਂ ਨੂੰ ਪਤਾ ਲੱਗ ਜਾਣਾ ਵੀ ਨਹੀਂ ਯਾਰ 3 ਤਾਂ ਸਾਲ ਹੋ ਗਿਆ ਘੁੰਮਦੀ ਨੂੰ ਉਹਦੇ ਨਾਲ, ਠੀਕ ਹੈ। ਰਿਲੇਸ਼ਨਸ਼ਿਪ ਪਹਿਲੀ ਆ, ਕਿਉਂਕਿ ਇਹਨਾਂ ਨੂੰ ਜਿੰਨਾ ਚਿਰ ਆਸਰਾ ਨਹੀਂ ਹੁੰਦਾ ਨਾ, ਹੁਣ ਇਹ ਬੰਦਾ ਕਦੋਂ ਬੋਲਿਆ, ਜਦੋਂ ਈਸਟ ਲੰਡਨ ਵਾਲਿਆਂ ਨੇ, ਢੱਡਰੇ ਵਾਲਿਆਂ ਨਾਲ ਰਿਹਾ ਬੰਦਾ ਉਹ, ਜਦੋਂ ਈਸਟ ਲੰਡਨ ਵਾਲੇ ਟਕਸਾਲੀਆਂ ਨੇ ਇਹਨੂੰ ਸਪਾਂਸਰ ਕਰ ਦਿੱਤਾ, ਲੰਡਨ ਪਹੁੰਚ ਗਿਆ, ਉੱਥੇ ਜਾ ਕੇ ਬੋਲਣ ਲੱਗਾ ਜਦੋਂ ਐਨ ਗਰੰਟੀ ਹੋ ਗਈ, ਠੀਕ ਆ। ਹੁਣ ਹੁਣ ਕਹਿ ਕੀ ਰਿਹਾ ਵੀ ਮੈਂ ਜੀ ਬਹੁਤ ਚਿਰ ਦਾ ਮੇਰੇ ਦਿਮਾਗ ਵਿੱਚ ਸੀ, ਮੈਂ ਸੋਚੀ ਗਿਆ ਵੀ ਕਾਹਨੂੰ ਬੋਲਾਂ, ਮਤਲਬ ਬਹੁਤ ਚਿਰ ਦਾ ਤੂੰ ਕੀਮਤ ਪਾਉਣੀ ਚਾਹੁੰਦਾ ਸੀ, ਤੂੰ ਲੱਭਦਾ ਸੀ ਬੰਦਿਆਂ ਨੂੰ, ਪਤਾ ਨਹੀਂ ਕਿੰਨਿਆਂ ਦੇ ਕੋਲ ਵਿਕਣ ਦੀ ਆਪਣੀ ਕੀਮਤ ਲਾਈ ਹੋਣੀ। ਬਿਲਕੁਲ ਟਰਾਈ ਕਰਦੇ ਰਹੇ ਪਹਿਲੇ, ਹਨਾ। ਹੁਣ ਜਦੋਂ ਤੇਰੀ ਕੀਮਤ ਲੱਗ ਗਈ ਆ, ਜਦੋਂ ਅਗਲੇ ਨੇ ਦੇਖ ਲਿਆ ਤੈਨੂੰ ਇਦਾਂ, ਹਨਾ, ਪਿਆ ਜਾ ਤੈਨੂੰ ਸੱਦ ਲੈਂਦੇ ਆ, ਹਨਾ। ਹੁਣ ਇਹਨਾਂ ਨਹੀਂ, ਉਹ ਤਾਂ ਜਦੋਂ ਨਾ ਪਿੱਛੇ ਦਲੇਰ ਕੌਰ ਆਈ ਆ, ਉਦੋਂ ਸਾਨੂੰ ਪਤਾ ਲੱਗਾ ਸੀ ਵੀ ਇਹ ਆਉਣ ਲੱਗਾ ਇੱਥੇ, ਠੀਕ ਹੈ, ਇੰਗਲੈਂਡ। ਉਦੋਂ ਇੱਕ ਟਕਸਾਲੀ ਨੇ ਮੈਨੂੰ ਕਿਹਾ ਸੀ, ਕਹਿੰਦੇ ਦੇਖੀ ਹੁਣ ਤੁਹਾਡੇ ਢੱਡਰੀ ਦਾ ਕੀ ਬਣਦਾ। ਮੈਂ ਕੀ ਗੱਲ ਹੋਈ, ਕਹਿੰਦੇ ਪਰਦੇ ਫੁੱਲਾਂਗੇ ਏਦਾਂ ਤਾਂ ਜੀ ਉਹ ਆ, ਠੀਕ ਹੈ। ਤੇ ਇਹਨਾਂ ਤੋਂ ਢਿੱਡ 'ਚ ਥੋੜਾ ਰਹਿੰਦੀ ਇਹਨਾਂ ਦੇ, ਨਹੀਂ, ਠੀਕ ਹੈ, ਉਹ ਤਾਂ ਫਟਾਫਟ ਉਲਟੀ ਕਰ ਦਿੰਦੇ। ਉਹ ਤਾਂ ਹੁਣ ਜਸਵਿੰਦਰ ਦਾ ਸਾਰਾ ਜ਼ੋਰ ਲੱਗਾ ਹੋਇਆ ਸੀ। ਸਾਨੂੰ ਦੇਖਿਓ ਵੀ ਅਸੀਂ ਕਦੇ ਵੀ ਕਿਸੇ ਦੀ ਗੱਲ ਨੂੰ ਝੂਠੀ ਕਰਨ ਲਈ ਉਹਨਾਂ ਦੇ ਵਿਰੋਧੀ ਨੂੰ ਲਿਆ ਕੇ ਇਦਾਂ ਕੀਤੇ ਹੁਣ ਪੱਠੇ ਪਾਏ ਹੋਣ ਜਾਣੇ ਵੀ ਤੂੰ ਉਹ ਗੱਲ ਦੱਸ ਜੀ, ਉਹ ਗੱਲ ਦੱਸ, ਠੀਕ ਹੈ। ਉਹ ਠੀਕ ਹੈ, ਸੁਖਵਿੰਦਰ ਸਿੰਘ ਨੇ ਗੱਲ ਕੀਤੀ ਆ ਇੱਥੇ ਇੱਕ ਦੋ ਵਾਰੀ, ਅਗਲੇ ਨੇ ਆਪ ਅਪਰੋਚ ਕੀਤੀ ਆ, ਫੋਨ ਕਰ ਲਿਆ ਉਹਨੇ, ਰਾਈਟ, ਹਨਾ। ਅਸੀਂ ਕੋਈ ਗੱਲ, ਔਰ ਇਹ ਗੱਲ ਇਹ ਨਹੀਂ ਹੈਗੀ ਵੀ ਅਸੀਂ ਉਹ ਤੋਂ ਸੁਣ ਕੇ ਕਹਿ ਰਹੇ ਹਾਂ, ਉਹ ਗੱਲਾਂ ਨੂੰ ਤਾਂ ਅਸੀਂ ਸਾਫ਼ ਦੱਸ ਰਹੇ ਹਾਂ ਤੁਹਾਨੂੰ, ਰਾਈਟ, ਬਿਲਕੁਲ। ਇਦੋਂ ਤਾਂ ਬਹੁਤ ਜ਼ਿਆਦਾ ਗੱਲਾਂ ਜਿਹੜੀਆਂ ਇਹਨਾਂ ਦੀ ਗੁੰਡਾਗਰਦੀ ਦੀਆਂ ਸਭ ਸਾਹਮਣੇ ਆ, ਰਾਈਟ। ਕਿਉਂਕਿ ਜੇ ਅਸੀਂ ਨਿੱਜੀ ਤੌਰ ਤੇ ਨਾ ਵਿਚਰੇ ਹੋਈਏ, ਬੰਦਿਆਂ ਨੂੰ ਨਾ ਜਾਣਦੇ ਹੋਈਏ, ਇਹ ਸਾਨੂੰ ਵੀ ਇਹੀ ਬੁਖਾਰ ਚੜਿਆ ਸੀ ਵੀ ਜੋ ਮਰਜ਼ੀ ਆ, ਜਿਹੜਾ ਬੰਦਾ ਧਰਮ ਦੇ ਰਾਹ ਤੇ ਤੁਰ ਪੈਂਦਾ ਨਾ, ਉਹਨੂੰ ਤੁਸੀਂ ਇਹ ਕਮਜ਼ੋਰੀਆਂ ਉਹਦੀਆਂ ਜਿਹੜੀਆਂ ਇਦਾਂ ਦੀਆਂ ਉਹ ਨਹੀਂ ਦੇਖ ਸਕਦੇ। ਉਹ ਤਾਂ ਬੰਦਾ ਸ਼ਹੀਦ ਹੋ ਗਿਆ, ਉਹ ਤਾਂ ਜਾਨ ਦੇਣ ਨੂੰ ਤਿਆਰ ਹੋ ਗਿਆ। ਬਾਰ-ਬਾਰ ਉਹੀ ਗੱਲ ਆਉਂਦੀ ਹੈ ਕਨਫਲਿਕਟ ਆਫ ਇੰਟਰਸਟ ਦੀ। ਪਹਿਲੇ ਉੱਥੇ ਸੀਗੇ ਜਿਹੜੀ ਪਹਿਲਾਂ ਆਪਾਂ ਜਥੇਦਾਰਾਂ ਦੀ ਵੀ ਗੱਲ ਕਰਦੇ ਸੀਗੇ, ਜਥੇਦਾਰ ਜਿੰਨੀ ਦੇਰ ਉਹ ਸਿਸਟਮ 'ਚ ਰਹੇ ਕੋਈ ਨਹੀਂ ਬੋਲਿਆ, ਉੱਥੇ ਉਹ ਇੰਟਰਸਟ ਸੀਗਾ, ਜਦੋਂ ਛੱਡ ਦਿੱਤਾ ਜਾਂ ਲੱਤ ਵੱਜ ਗਈ ਫਿਰ ਉਹ ਬੋਲਣ ਪੈ ਗਏ, ਉੱਥੇ ਹੁਣ ਦੂਜਾ ਇੰਟਰਸਟ ਆ ਗਿਆ, ਉੱਥੇ ਉਹ ਇਦਾਂ ਹੀ ਹੈ। ਉਦੋਂ ਤੱਕ ਸਾਰਾ ਕੁਝ ਠੀਕ ਹੁੰਦਾ, ਹੁਣ ਇਹ ਵੀ ਬਾਹਰ ਨਿਕਲਿਆ, ਹੁਣ ਪਤਾ ਉਧਰੋਂ ਪੱਠੇ ਪੈ ਗਏ ਨੇ, ਬਸ ਠੀਕ ਆ, ਹੁਣ ਮੈਨੂੰ ਉਹਦੀ ਲੋੜ ਨਹੀਂ, ਉਹਨੂੰ ਲੱਤ ਮਾਰੋ, ਹੁਣ ਉਹਦੇ ਖਿਲਾਫ ਬੋਲੋ, ਉਹਦੇ ਖਿਲਾਫ ਬੋਲ ਕੇ ਪ੍ਰਮੋਸ਼ਨ ਤਾਂ ਹੁਣ ਜ਼ਿਆਦਾ ਤਾਂ ਹੀ ਹੋਊਗੀ ਨਾ। ਜਿਹੜੀ ਮੈਂ ਤੁਹਾਨੂੰ ਪਿਛਲੇ ਵੀਕ ਵੀ ਗੱਲ ਸੁਣਾਈ ਸੀਗੀ, ਉਹ ਬੰਦਾ ਜਿਹੜਾ ਮੇਰਾ ਸਿਰ ਖਾਣ ਆ ਗਿਆ, ਮਿਲ ਗਿਆ ਕੰਮ ਤੇ ਉੱਥੇ, ਤੇ ਉਹ ਮੈਂ ਕਿਹਾ ਸਿਰਫ ਨਾਂ ਦੱਸ ਦੇ ਤੂੰ, ਬੰਦੇ ਦਾ ਗੱਲ ਪਹਿਲੇ ਨਾਮ ਦੱਸ ਫਿਰ ਗੱਲ ਕਰੀ ਮੇਰੇ ਨਾਲ। ਉਹਦੇ 'ਚ ਇੰਨੀ ਹਿੰਮਤ ਨਹੀਂ ਹੋਈ ਕਿ ਨਾਮ ਦੱਸ ਸਕੇ, ਉਹਦੇ ਏਵਸ 'ਚ ਉਹਨੇ ਉਹ ਪਾਪ ਮੇਰੇ ਗਿਣਾਤੇ ਜਿਹੜੇ ਮੈਨੂੰ ਸੁਣੇ ਵੀ ਨਹੀਂ ਆਪਣੇ। ਫਿਰ ਮੈਨੂੰ ਤੁਹਾਡੀ ਯਾਦ ਆਈ, ਮੈਂ ਕਿਹਾ ਹਾਂ ਏਦਾਂ ਹੁੰਦੀ ਹੈ। ਤੇ ਸਿਰਫ ਇੰਨੀ ਗੱਲ ਤੇ ਉਹ ਭੜਕ ਗਿਆ ਕਿ ਮੈਨੂੰ ਕਿਹਾ ਨਾਮ ਦੱਸੇਗਾ ਤਾਂ ਗੱਲ ਕਰੇਗਾ, ਨਹੀਂ ਤੇ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਬਸ ਭੜਕ ਗਿਆ। ਫਿਰ ਏਦਾਂ ਨਹੀਂ, ਉਹ ਤਾਂ ਚਾਹੁੰਦੇ ਆ ਵੀ ਤੁਸੀਂ ਹੰਗਾਰਾ, ਉਹਨਾਂ ਦਾ ਆਪਣਾ ਪਰਦਾ ਬਣਿਆ ਰਹੇ, ਆਪਣਾ ਉਹਨਾਂ ਦੀ ਜਿਹੜੀ ਕਮਜ਼ੋਰੀ ਆ ਉਹ ਜ਼ਾਹਰ ਨਾ ਕਰੋ, ਤੁਸੀਂ ਬਸ ਉਹਨੂੰ ਐਕਸੈਪਟ ਕਰ ਲਓ। ਹਾਲਾਂਕਿ ਮੈਂ ਉਹਨੂੰ ਇਹ ਵੀ ਕਿਹਾ, ਮੈਂ ਕਿਹਾ ਤੈਨੂੰ ਪਤਾ ਹੈ ਨਾਮ, ਤੂੰ ਆਪਣੇ ਮੂੰਹ 'ਚੋਂ ਬੋਲ ਫਿਰ ਗੱਲ ਕਰੀ ਨਾ। ਮੈਨੂੰ ਪਤਾ ਸੀ ਉਹਨੇ ਬੋਲਣਾ ਨਹੀਂ, ਤਾਂ ਬਸ ਨਹੀਂ ਜੀ ਨਹੀਂ ਹੈਗਾ, ਕੁਛ ਨਹੀਂ ਹੈਗਾ, ਨਹੀਂ। ਤੇ ਉਹ ਆਪਾਂ ਵੀਡੀਓ ਜੀ ਉਹ ਉਹਨਾਂ ਦੀ ਹੈਗੀ ਆ, ਉਹਨੂੰ ਆਪਾਂ ਚਲਾ ਕੇ ਗੱਲ ਕਰ ਲਵਾਂਗੇ। ਉਹ ਤੋਂ ਪਹਿਲਾਂ ਕੱਲ ਨਾ ਉੱਥੇ ਲੰਡਨ 'ਚ ਇਹਨਾਂ ਨੇ ਅਖੰਡ ਕੀਰਤਨੀ ਜਥੇ ਵਾਲੇ ਆ, ਨਾਲ ਟਕਸਾਲ ਵਾਲੇ ਆ, ਵਿੱਚ ਰੈਫਰੈਂਡਮ 2020 ਵਾਲੇ ਆ, ਖਾਲਿਸਤਾਨ ਵਾਲੇ, ਉਹਨਾਂ ਨੇ ਉੱਥੇ ਮੁਜ਼ਾਹਰਾ ਕੀਤਾ ਇੰਡੀਅਨ ਹਾਈ ਕਮਿਸ਼ਨ ਦੇ ਮੂਹਰੇ। ਉਹ ਵੀਡੀਓ ਕਈ ਆ ਉਹਦੀਆਂ, ਇੱਕ ਮੈਂ ਸ਼ੇਅਰ ਵੀ ਕੀਤੀ ਆ ਫੇਸਬੁੱਕ ਦੇ ਉੱਤੇ। ਤੇ ਮੁਜ਼ਾਹਰਾ ਹੈਗਾ ਆ ਵੀ ਜਿਹੜੇ 3 ਬੰਦੇ ਨਿਰਦੋਸ਼ ਉੱਥੇ ਫੜੇ ਗਏ ਆ, ਜਿਹਨੂੰ ਸਜ਼ਾ ਹੋਈ ਆ, ਉਹਦੇ ਬਾਰੇ। ਹੁਣ ਜਿਹੜਾ ਵਹਿਸ਼ੀਪੁਣਾ ਆ ਨਾ ਸਾਡਾ, ਉਹਦੇ ਵਿੱਚ ਤੁਸੀਂ ਵੀਡੀਓ ਦੇਖ ਲਓ, ਸਾਫ਼ ਦੀਦਾ। ਇੱਕ ਤਾਂ ਗਾਲਾਂ ਕੱਢਣ ਗਿਆ, ਮਾਂ ਭੈਣ ਦੀਆਂ 2-3 ਗਾਲਾਂ ਕੱਢ ਕੇ ਮੁੜ ਕੇ ਕਹਿੰਦਾ ਬੋਲੇ ਸੋਹਣਿਆ ਖਾਲਿਸਤਾਨ ਜਿੰਦਾਬਾਦ ਹੈ ਵਿੱਚੇ ਤੇ ਤੁਸੀਂ ਇਹ ਆਪਣਾ ਰੂਪ ਦਿਖਾ ਕੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਪਈ ਸਾਡੇ ਨਾਲ ਧੱਕਾ ਹੋਇਆ, ਜਿਹੜੇ ਬੰਦੇ ਫੜ ਲਏ। ਹੁਣ ਤੁਸੀਂ ਦੱਸੋ ਉਹ ਕੀ ਅੰਦਾਜ਼ਾ ਲਾਉਂਦੇ ਹੋਣਗੇ ਵੀ ਜਿਹੜੇ ਬਾਬਾ ਦੀਪ ਸਿੰਘ ਦੀਆਂ ਕਹਾਣੀਆਂ ਸੁਣਾਉਂਦੇ ਆ, ਜਿਹੜੇ ਭਿੰਡਰਾਲੇ ਦੀ ਗੱਲ ਕਰਦੇ ਆ, ਜਿਹੜੇ ਕਹਿੰਦੇ ਆ ਵੀ ਸਾਨੂੰ ਤਾਂ ਗੁਰੂ ਗੋਬਿੰਦ ਸਿੰਘ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਹਥਿਆਰ ਰੱਖਣ ਦੀ ਮੁਹਲਤ ਦਿੱਤੀ ਹੋਆ, ਅਸੀਂ ਲਾਇਸੈਂਸ ਨਹੀਂ ਲੈਣੇ। ਉਹ ਬੰਦੇ ਜਦੋਂ ਪੰਜਾਬ ਦੇ ਵਿੱਚ ਤਾਕਤ ਹੁੰਦੀ ਹੋਊਗੀ ਨਾ, ਉਦੋਂ ਕਿੱਦਾਂ ਕਰਦੇ ਹੋਣਗੇ?
ਬਿਲਕੁਲ ਸਾਹਮਣੇ ਹੀ ਪਤਾ ਲੱਗ ਹੀ ਰਿਹਾ। ਉੱਥੇ ਤਾਂ ਕਿੰਨੇ ਪੁਲਿਸ ਵਾਲੇ ਆ, ਉਹਨਾਂ ਨੂੰ ਵੀ ਧੱਕੇ ਵੱਜ ਰਹੇ ਨੇ। ਹੁਣ ਕਿੰਨੀ ਪੁਲਿਸ ਲੱਗੀ ਹੋਊ। ਫਿਰ ਤੁਸੀਂ ਦੇਖੋ ਭਈ ਹੁਣ ਨਿਊਜ਼ੀਲੈਂਡ ਦਾ ਸਾਨੂੰ ਪਤਾ ਆ ਵੀ ਜਿਹੜੇ ਰਿਸੋਰਸਸ ਆ ਸਰਕਾਰ ਕੋਲ, ਉਹ ਏਦਾਂ ਨਹੀਂ ਹੁੰਦੇ ਵੀ 10-10 ਬੰਦੇ ਪੁਲਿਸ ਵਾਲੇ ਥਾਣਿਆਂ 'ਚ ਉਦਾਂ ਹੀ ਬੈਠੇ ਆ। ਹੁਣ ਜਦੋਂ ਸਾਡਾ ਕਿਤੇ ਐਕਸੀਡੈਂਟ ਹੋ ਜਾਂਦਾ ਸੜਕ ਤੇ ਹਨਾ, ਅਸੀਂ ਚੀਕਾਂ ਮਾਰਦੇ, ਸਭ ਤੋਂ ਵੱਧ ਰੌਲਾ ਪੰਜਾਬੀ ਪਾਉਂਦੇ। ਕਾਰਨ ਕੀ ਆ? ਹੁਣ ਜਿਹੜੇ ਬਾਕੀ ਲੋਕ ਆ ਉਹਨਾਂ ਨੇ ਮੈਜੋਰਟੀ ਦੇ ਵਿੱਚ ਇੰਸ਼ੋਰੈਂਸ ਕਰਵਾਏ ਹੁੰਦੇ ਆ, ਠੀਕ ਆ, ਆਪਸ ਵਿੱਚ ਹੀ ਉਹਨਾਂ ਦੀ ਅੰਡਰਸਟੈਂਡਿੰਗ ਹੁੰਦੀ ਆ। ਅਗਲੇ ਨੂੰ ਪਤਾ ਹੈ ਕਿ ਫੋਟੋ ਖਿੱਚ ਲਓ, ਇੰਸ਼ੋਰੈਂਸ ਨੂੰ ਦੱਸ ਦਿਓ ਵੀ ਆਹ ਨੰਬਰ ਦੀ ਗੱਡੀ ਆ, ਮੇਰੇ 'ਚ ਮਾਰ ਕੇ ਚਲਾ ਗਿਆ, ਠੀਕ ਹੈ। ਸਟਰੀਟਾਂ ਦੇ ਕੈਮਰੇ ਲੱਗੇ ਹੋ ਥਾਂ ਥਾਂ, ਪੁਲਿਸ ਵਾਲੇ ਨੇ ਅਗਲੇ ਨੂੰ ਅਪਰੋਚ ਕਰ ਲੈਣੀ ਆ ਵੀ ਸਾਨੂੰ ਭਾਈ ਪਤਾ। ਪਹਿਲੀ ਗੱਲ ਤਾਂ ਵੀ ਅੱਧੋਂ ਜ਼ਿਆਦਾ ਲੋਕ ਤਾਂ ਖੜ ਜਾਂਦੇ ਆ ਜਦੋਂ ਐਕਸੀਡੈਂਟ ਹੁੰਦਾ, ਗਵਾਹ ਹੁੰਦੇ ਆ। ਕੁਛ ਚਲੋ 5-7-10% ਮੰਨਿਆ ਭੱਜਦੇ ਹੋਣ, ਉਹਦੇ ਵਿੱਚ ਅਗਲੇ ਇੰਸ਼ੋਰੈਂਸ ਵਾਲੇ ਅਪਰੋਚ ਕਰ ਲੈਂਦੇ ਆ ਵੀ ਭਾਈ ਸਾਨੂੰ ਆਹ ਰਿਪੋਰਟ ਮਿਲੀ ਆ, ਸਾਡੇ ਕਲਾਇੰਟ ਦੀ ਗੱਡੀ 'ਚ ਤੂੰ ਗੱਡੀ ਮਾਰੀ ਆ, ਠੀਕ ਆ, ਇੰਨਾ ਖਰਚਾ ਬਣਦਾ। ਅਗਲਾ ਮੰਨ ਜਾ, ਠੀਕ ਆ, ਨਹੀਂ ਤਾਂ ਉਹ ਪੁਲਿਸ ਦੇ ਰਾਹੀਂ ਕੈਮਰੇ ਦੇ ਵਿੱਚੋਂ, ਸਟਰੀਟ ਕੈਮਰੇ ਹੁੰਦੇ ਆ, CCTV ਜਿਹੜੇ ਆ, ਉਹ ਚੋਂ ਲੱਭ ਲੈਂਦੇ, ਲੱਭ ਕੇ ਅਗਲੇ ਕਰ ਦਿੰਦੇ ਚਾਰਜ, ਹਨਾ। ਹੁਣ ਸਾਡੇ ਬੰਦੇ ਉੱਥੇ ਜਦੋਂ ਕੁਝ ਹੁੰਦਾ ਆ, ਫਿਰ ਪੁਲਿਸ ਨੂੰ ਫੋਨ ਕਰਕੇ ਫਿਰ ਏਦਾਂ ਚੀਕਾਂ ਮਾਰਦੇ ਆ ਵੀ ਜੀ 1.5 ਘੰਟਾ ਖੜੇ ਰਹੇ, ਰਾਤ ਨੂੰ ਸਾਡੇ ਚੋਰੀ ਹੋ ਗਈ, ਵੀ ਅਸੀਂ ਗਿਓ ਸੀ ਤਾਕੀ ਭੰਨ ਦਿੱਤੀ ਕਿਸੇ ਨੇ। ਅਸੀਂ ਹੁਣ ਪੁਲਿਸ ਸਾਨੂੰ ਜਦੋਂ ਤੁਸੀਂ ਫੋਨ ਕਰਦੇ ਆ, ਉਦੋਂ ਤੁਹਾਨੂੰ ਇਨਫੋਰਮੇਸ਼ਨ ਤੁਹਾਤੋਂ ਮੰਗਦੇ ਆ। ਤੁਸੀਂ ਕਹਿੰਦੇ ਆ ਵੀ ਮੈਂ ਭਾਈ ਘਰ ਆਇਆ ਸੀ, ਮੇਰੇ ਘਰੇ ਆਉਂਦੇ ਨੂੰ ਤਾਕੀ ਟੁੱਟੀ, ਉਹ ਦਰਵਾਜ਼ਾ ਭੰਨਿਆ ਸੀ, ਚੋਰੀ ਹੋ ਗਈ। ਉਹ ਪੁੱਛਦੇ ਆ ਵੀ ਕੋਈ ਇੰਜਰਡ ਹੋਇਆ? ਤੁਸੀਂ ਕਹਿੰਦੇ ਨਹੀਂ ਅਸੀਂ ਤਾਂ ਘਰ ਹੈ ਨਹੀਂ ਸੀ। ਉਹ ਕਹਿੰਦੇ ਵੀ ਚੋਰ ਇੱਥੇ ਹੀ ਆ। ਉਹ ਤੁਸੀਂ ਕਹਿੰਦੇ ਨਹੀਂ ਜੀ ਉਹ ਤਾਂ ਚਲ ਗਿਆ ਮੇਰੇ ਤੋਂ ਪਹਿਲਾਂ, ਮੈਂ ਤਾਂ ਤਾਕੀ ਫੁੱਟੀ ਦੇਖੀ ਆ, ਹਨਾ। ਉਹ ਅਗਲੇ ਕਹਿੰਦੇ ਵੀ ਕੋਈ ਨਹੀਂ ਜੀ, ਤੁਸੀਂ ਵੇਟ ਕਰੋ, ਅਸੀਂ ਦੇਖਦੇ ਆ, ਹੋ ਗਿਆ ਠੀਕ ਹੈ। ਨਹੀਂ ਤਾਂ ਅਗਲੇ ਕਹਿੰਦੇ ਵੀ ਕੋਈ ਗੱਲ ਨਹੀਂ ਜੀ, ਅਸੀਂ ਫਿੰਗਰਪ੍ਰਿੰਟ ਲੈਣੇ ਆ, ਇਹ ਚੀਜ਼ ਨੂੰ ਹੱਥ ਨਾ ਲਾਇਓ, ਤੁਸੀਂ ਆਪਣਾ ਲਾਈਫ ਜਿਹੜੀ ਆ ਨਾਰਮਲ ਕਰੋ, ਅਸੀਂ ਦੇਖਦੇ ਆ। ਅਗਲੇ ਦੂਜੇ ਦਿਨ ਆਉਣ, ਜਦੋਂ ਵੀ ਆਉਣ ਉਹ ਰਿਪੋਰਟ ਤਿਆਰ ਕਰਕੇ ਤੁਹਾਨੂੰ ਦੇ ਦਿੰਦੇ, ਤੁਸੀਂ ਇੰਸ਼ੋਰੈਂਸ ਨਾਲ ਗੱਲ ਕਰ ਲਓ, ਕਲੇਮ ਕਰ ਲਓ, ਹਨਾ। ਅਸੀਂ ਕਹਿੰਦੇ ਆ ਵੀ ਹਾਂ 2 ਘੰਟੇ ਹੋ ਗਏ ਵੇਟ ਕਰਦਿਆਂ ਨੂੰ, ਆਈ ਨਹੀਂ। ਹੁਣ ਜਦੋਂ ਇਦਾਂ ਦੇ ਮੁਜ਼ਾਹਰੇ ਕਰਦੇ ਆ, ਉਦੋਂ ਕਦੇ ਸੋਚਿਆ ਵੀ ਜਿਹੜਾ 100 ਬੰਦਾ ਪੁਲਿਸ ਵਾਲਾ ਅਸੀਂ ਉੱਥੇ ਇਨਵੋਲਵ ਕਰ ਦਿੱਤਾ। ਹੁਣ ਜਿਨ੍ਹਾਂ ਦੇ ਘਰਾਂ 'ਚ ਚੋਰੀਆਂ ਹੋਣੀਆਂ, ਹੁਣ ਜਿਹੜੇ ਸੜਕਾਂ ਤੇ ਐਕਸੀਡੈਂਟ ਹੋਣੇ ਆ, ਉਹ ਬੰਦੇ ਉੱਥੇ ਜਾਣ, ਉੱਥੇ ਭੁਗਤਣ, ਜਾਂ ਤੁਹਾਡੇ ਕੋਲ ਤੁਹਾਡੀ ਗੁੰਡਾਗਰਦੀ ਬਰਦਾਸ਼ਤ ਕਰਨ, ਹਨਾ। ਫਿਰ ਅਸੀਂ ਕਹਿੰਦੇ ਅਸੀਂ ਘੱਟ ਗਿਣਤੀਆਂ ਇੰਡੀਆ ਵਿੱਚ। ਇਹ ਦਿਮਾਗ 'ਚੋਂ ਫਤੂਰ ਕੱਢ ਦਿਓ ਤਾਂ ਅਸੀਂ ਸ਼ਹੀਦੀਆਂ ਦਿੱਤੀਆਂ, ਅਸੀਂ ਸੈਕੰਡ ਵਰਲਡ ਵਾਰ ਦੇ ਵਿੱਚ ਲੜੇ ਆ, ਅਸੀਂ ਆਹ ਕੀਤਾ, ਅਸੀਂ ਯੋਧੇ ਹੁੰਨੇ ਆ, ਇਹ ਫਤੂਰ ਕੱਢ ਦਿਓ ਤਾਂ ਤੁਸੀਂ ਜੇ ਇਹ ਮੰਨ ਲਓ ਵੀ ਅਸੀਂ ਨੌਕਰ ਹੁੰਨੇ ਆ। ਨੌਕਰੀ ਦੀ ਖਾਤਰ ਸਭ ਤੋਂ ਸੌਖੀ ਨੌਕਰੀ ਉਸ ਵੇਲੇ ਮਿਲਟਰੀ ਦੀ ਸੀ। ਸਿਰਫ ਸਰੀਰਕ ਯੋਗਤਾ ਦੇਖੀ ਜਾਂਦੀ ਸੀ, ਉਹਨਾਂ ਨੂੰ ਬੰਦੇ ਚਾਹੀਦੇ ਸੀਗੇ। ਕੱਲਾ ਸਾਡੇ ਨਾਲ ਨਹੀਂ ਇਦਾਂ ਹੋਇਆ, ਸਾਰੀ ਦੁਨੀਆ ਦੇ ਵਿੱਚ ਇਦਾਂ ਹੋਇਆ। ਸੈਕੰਡ ਵਰਲਡ ਵਾਰ ਦੇ ਵਿੱਚ ਇਦਾਂ ਦੇ ਵੀ ਮੁਲਕ ਯੂਰਪ ਦੇ ਵਿੱਚ ਜਿਨ੍ਹਾਂ ਨੇ ਘਰਾਂ ਦੇ ਵਿੱਚ ਕੰਪਲਸਰੀ ਕਰ ਦਿੱਤਾ ਕਿ ਘਰ ਦੇ ਵਿੱਚ ਇੱਕ ਮੈਂਬਰ ਜਾ ਕੇ ਲੜੇ, ਲੋੜਿਆ। ਈਵਨ ਔਰਤਾਂ ਨੇ ਆਪਣੇ ਕੰਮ ਘਰਾਂ ਦੇ ਛੱਡ ਕੇ ਬੱਚਿਆਂ ਨੂੰ ਏਦਾਂ ਇਕੱਠੀਆਂ ਹੋ ਕੇ 5-6 ਘਰਾਂ ਦੀਆਂ ਔਰਤਾਂ ਨੇ ਵੀ ਅਸੀਂ ਬੱਚੇ ਸਾਂਭਦੀਆਂ। ਟਰੱਕ ਚਲਾਉਣ ਜਾਨੀ ਡਰਾਈਵਰੀ ਦੇ ਵਿੱਚ ਕਹਿੰਦੇ ਔਰਤਾਂ ਉਦੋਂ ਆਈਆਂ ਮੋਸਟਲੀ, ਬੰਦੇ ਲੜਨ ਲੱਗ ਪਏ, ਪਿੱਛੇ ਸਮਾਨ ਸਪਲਾਈ ਕਰਨਾ ਸੀ, ਕੁਝ ਕਰਨਾ ਸੀ, ਉੱਥੇ ਫਿਰ ਔਰਤਾਂ ਨੇ ਡਰਾਈਵਿੰਗ ਜਿਹੜੀ ਆ ਉਹ ਕਰੀ ਆ ਸੰਭਾਲਣ ਲਈ, ਹਨਾ। ਹੁਣ ਉਹ ਚੀਜ਼ਾਂ ਨੂੰ ਵੀ ਅਸੀਂ ਇਹ ਕਿਉਂ ਨਹੀਂ ਕਬੂਲਦੇ ਵੀ ਸਾਨੂੰ ਪੈਸੇ ਦੀ ਲੋੜ ਸੀ, ਯੋਗਤਾ ਹੈ ਨਹੀਂ ਸੀ। ਸਭ ਤੋਂ ਸੌਖੀ ਨੌਕਰੀ ਜਿਹੜੀ ਆ ਉਹ ਇਹ ਸੀ। ਹੁਣ ਮਿਲਟਰੀ ਦੇ ਵਿੱਚ ਉਦਾਂ ਵੀ ਪਤਾ ਹੈ ਵੀ ਜਿੰਨਾ ਚਿਰ ਲੜਾਈ ਨਹੀਂ ਲੱਗਦੀ ਉਹਨਾਂ ਚਿਰ ਕੰਮ ਤੁਹਾਡਾ ਉਹ ਰੂਟੀਨ ਦਾ ਕੰਮ ਆ ਵੀ ਤੁਸੀਂ ਉੱਠ ਲਿਆ, ਖਾ ਲਿਆ, ਟ੍ਰੇਨਿੰਗ ਕਰ ਲਈ, ਦੌੜ ਭੱਜ ਲਿਆ ਤੇ ਕਰ ਕਿਤੇ ਕਿਤੇ ਸਾਲ 'ਚ 1-2 ਵਾਰੀ ਮੋਰਚੇ ਲੱਗਦੇ ਸੀਗੇ ਜਿਹਦੇ ਵਿੱਚ ਉਹ ਵੀ ਟ੍ਰੇਨਿੰਗ ਹੀ ਆ, ਹਨਾ। ਟ੍ਰੈਂਟ ਲੱਗੇ ਹੋ ਆ, ਉੱਥੇ ਖਾਈ ਪੀ ਜਾਂਦੇ ਆ ਤੁਸੀਂ। ਸਾਨੂੰ ਪਤਾ ਸਾਡੇ ਪਿੰਡਾਂ ਲਾਗੇ ਆਉਂਦੇ ਹੁੰਦੇ ਸੀ ਵੀ ਉਹ ਆਉਣਾ ਫੌਜੀਆਂ ਨੇ ਬਾਗਾਂ ਦੇ ਵਿੱਚ ਜਦੋਂ ਫਸਲਾਂ ਏਦਾਂ ਚੱਕੀਆਂ ਹੋਣੀਆਂ ਬਰਸਾਤਾਂ ਦੇ ਦਿਨਾਂ 'ਚ ਜਾਂ ਮਾਰਚ, ਜਦੋਂ ਫਸਲ ਬੀਜੀਓ ਨਹੀਂ ਹੁੰਦੀ ਕੋਈ। ਹੁਣ ਅਪ੍ਰੈਲ ਦੇ ਵਿੱਚ ਕਣਕਾਂ ਕੱਟ ਹੋ ਜਾਂਦੀਆਂ, ਹਨਾ। ਉਦੋਂ ਖੇਤ ਵਿਹਲੇ ਹੁੰਦੇ ਆ, ਪੁੱਛ ਲੈਣਾ ਵੀ ਨਹੀਂ ਉਹਨਾਂ ਏਰੀਆ ਕਿਤੇ ਗਾਰਡਨ ਬਾਗ ਆ, ਕਿਤੇ ਹੁਣ ਬਾਗ ਅੰਬਾਂ ਦਾ ਬਾਗ ਆ ਮੰਨ ਲਓ, ਪਤਾ ਜੁਲਾਈ 'ਚ ਅੰਬ ਲੱਗਣੇ ਆ, ਪਹਿਲਾਂ ਵਿਹਲੇ ਆ, ਉਹਦੇ ਵਿੱਚ ਨਹੀਂ ਉਹ ਹਰੇ ਹੁੰਦੇ ਆ ਏਦਾਂ, ਹਨਾ। ਵੀ ਆਪਣੀ ਟੈਂਟ ਲਾਏ ਹੋਣੇ ਆ, ਉਹਦੇ ਉੱਤੇ ਐਨ ਪੱਤਿਆਂ ਦੀ ਏਦਾਂ ਉਹਦਾ ਜਾਲ ਜਿਹਾ ਸਿੱਟਿਆ ਹੋਣਾ, ਹਨਾ। ਤੇ ਕਰਕੇ ਉਹਦੇ ਵਿੱਚੋਂ ਨਹੀਂ ਆਪਣਾ ਉੱਠਣਾ ਭੱਜਣਾ ਕਰਨਾ ਜੋ ਵੀ ਆ, ਹਨਾ। ਮੋਰਚੇ ਪੱਟਦੇ ਹੁੰਦੇ, ਜਾਣ ਲੱਗੇ ਸਵਾਰ ਕੇ ਚੱਲ ਜਾਣਾ ਵੀ ਨਹੀਂ। ਤੇ ਉਹ ਚੀਜ਼ਾਂ ਨੂੰ ਵੀ ਸੌਖਾ ਕਰਕੇ ਤੁਸੀਂ ਰਾਹ ਚੁਣਿਆ, ਠੀਕ ਆ। ਹੁਣ ਜੇ ਜੰਗ ਨਾ ਲੱਗਦੀ ਤੇ ਵਿਹਲੇ ਤਨਖਾਹ ਲੈਂਦੇ ਸੀ ਤੁਸੀਂ। ਜੇ 20 ਸਾਲਾਂ 'ਚ 30 ਸਾਲਾਂ 'ਚ ਇੱਕ ਲੜਾਈ ਲੜੀ ਆ ਬੰਦੇ ਨੇ, ਠੀਕ ਆ, ਤੇ ਉਹਨੂੰ ਪੈਨਸ਼ਨ ਸਾਰੀ ਉਮਰ ਪੈਨਸ਼ਨ ਮਿਲੀ ਆ, ਠੀਕ ਆ। ਤੇ ਤੁਸੀਂ ਚੁਣਿਆ ਰਾਹ, ਤੁਸੀਂ ਉਹਨੂੰ ਕੁਰਬਾਨੀ ਕਿਉਂ ਕਹਿੰਦੇ ਆ? ਪਤਾ ਹੀ ਸੀਗਾ ਪਹਿਲਾਂ। ਤੁਸੀਂ ਕਿਉਂ ਕਹਿੰਦੇ ਵੀ ਅਸੀਂ ਸ਼ਹੀਦੀਆਂ ਦਿੱਤੀਆਂ ਜੀ, ਅਸੀਂ ਦੇਸ਼ ਦੀ ਖਾਤਰ ਸ਼ਹੀਦੀਆਂ ਦਿੱਤੀਆਂ?
ਹੁਣ ਇੰਡੀਆ ਦੀ ਆਜ਼ਾਦੀ ਦੇ ਲਈ ਵੀ ਜੇ ਤੁਸੀਂ ਲੜੇ ਆ ਤੇ ਤੁਸੀਂ ਚੂਜ਼ ਕੀਤਾ ਲੀਡਰ ਨਾ ਬਣਨਾ, ਤੁਸੀਂ ਚੂਜ਼ ਕੀਤਾ ਹਿੰਦੂਆਂ ਦੇ ਨਾਲ ਜਾਣਾ, ਤੁਸੀਂ ਚੂਜ਼ ਕੀਤਾ, ਅਗਲੇ ਨੇ ਪੰਪ ਦਿੱਤਾ, ਤੁਸੀਂ ਪੰਪ ਲੈ ਲਿਆ। ਅਗਲੇ ਨੇ ਤੁਹਾਨੂੰ ਕਿਹਾ ਵੀ ਤੁਹਾਡਾ ਗੁਰੂ ਤਾਂ ਹਿੰਦੂਆਂ ਦਾ ਜਨੇਊ ਬਚਾਉਣ ਲਈ ਸਿਰ ਦੇ ਗਿਆ ਸੀ, ਤੁਸੀਂ ਕਬੂਲ ਕਰ ਲਿਆ। ਤੁਸੀਂ ਕਹਿ ਦਿੰਦੇ, ਅਸੀਂ ਇੱਕ ਠੋਕ ਕੇ ਕਹਿੰਦੇ ਵੀ ਨਾ ਜੀ ਨਾ, ਝੂਠੀ ਕਹਾਣੀ ਆ, ਇਦਾਂ ਕਿਸੇ ਲਈ ਸਿਰ ਕਿਉਂ ਦਊਗਾ ਸਾਡਾ ਗੁਰੂ, ਇਹ ਬਕਵਾਸ ਕੀਤਾ ਗਿਆ, ਸਾਡੇ ਤੇ ਮੜਿਆ ਗਿਆ ਹੈ ਹਨਾ। ਹੁਣ ਉਹ ਚੀਜ਼ਾਂ ਦਾ ਫਤੂਰ ਭਰ ਭਰ ਕੇ ਤੁਸੀਂ ਅੱਜ ਗੁੰਡਾਗਰਦੀ ਕਰ ਰਹੇ ਆ, ਦੁਨੀਆ ਨੂੰ ਦਿਖਾ ਰਹੇ ਆ, ਜਦ ਕਿ ਚਾਹੀਦਾ ਸਾਨੂੰ ਇਹ ਸੀ ਵੀ ਅਸੀਂ ਘੱਟ ਗਿਣਤੀ ਆ, ਸਾਡੇ ਨਾਲ ਹਿੰਦੂ ਉੱਥੇ ਧੱਕਾ ਕਰ ਰਹੇ ਆ ਜੀ, ਅਸੀਂ ਬੜੇ ਇਨਸਾਫ ਪਸੰਦ ਲੋਕ ਆ, ਉੱਥੇ ਲੋਕ ਖੜੇ ਹੋਣ ਏਦਾਂ ਸਾਡੇ ਬੰਦੇ, ਮੰਨ ਲਓ 400-500 ਬੰਦਾ ਖੜ ਗਿਆ ਮੁਜ਼ਾਹਰੇ 'ਚ, ਹੱਥਾਂ 'ਚ ਤਖਤੀਆਂ ਫੜੀਆਂ ਆ, 2 ਬੰਦੇ ਬੋਲਣੇ ਵਾਲੇ ਆ, ਮੀਡੀਆ ਨੂੰ ਸੱਦ ਲਓ, ਕੋਈ ਨਾਰਾ ਨਾ ਲਾਓ। ਇੱਕ ਪਾਸੇ ਤੁਸੀਂ ਖਾਲਿਸਤਾਨ ਜਿੰਦਾਬਾਦ ਕਹਿ ਰਹੇ ਆ, ਦੂਜੇ ਪਾਸੇ ਤੁਸੀਂ ਕਹਿੰਦੇ ਨਜਾਇਜ਼ ਬੰਦੇ ਚੱਕ ਕੇ ਸਿੱਟ ਦਿੱਤੇ। ਹੁਣ ਅਗਲਾ ਕਹੂਗਾ, ਜਦੋਂ ਤੁਸੀਂ ਡੈਮੋਕ੍ਰੇਸੀ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ, ਜਿਹੜੇ ਤੁਹਾਡੇ ਸਪੋਰਟਰ ਆ, ਜਿਹੜੇ ਉਹਨਾਂ ਕੋਲ ਦਸਤਾਵੇਜ਼ ਮਿਲੇ ਆ, ਜੋ ਤੁਸੀਂ ਕਹਿ ਰਹੇ ਕੀ ਗਰੰਟੀ ਆ ਉਹ ਮਿਲੇ ਹੋਣ? ਤੁਸੀਂ ਤਾਂ ਦੇਸ਼ ਨੂੰ ਵੱਖਰਾ ਕਰਨ ਦੀ ਗੱਲ ਕਰਦੇ ਆ। ਉਹ ਤਿੰਨਾਂ ਦੇ ਹੱਕ ਦੇ ਵਿੱਚ ਜਿਹੜਾ ਮੁਜ਼ਾਹਰਾ ਆ ਉਹ ਬੜੇ ਆਰਾਮ ਨਾਲ ਕੀਤਾ ਜਾ ਸਕਦਾ ਸੀ, ਸ਼ਾਂਤੀ ਦੇ ਨਾਲ। ਉਹਦੇ ਵਿੱਚ ਨਾ ਖਾਲਿਸਤਾਨ ਦੀ ਗੱਲ ਕਰਦੇ, ਨਾ ਰੈਫਰੈਂਡਮ ਦੀ ਗੱਲ ਕਰਦੇ। ਇੰਗਲੈਂਡ ਸਕਾਟਲੈਂਡ ਦੇ ਬਾਰੇ ਜਿਹੜਾ ਰੈਫਰੈਂਡਮ ਹੁੰਦਾ ਉਹਨੂੰ ਫੇਸ ਕਰ ਰਿਹਾ ਹੈ। ਇੰਗਲੈਂਡ ਆਪ ਯੂਰੋ ਦੇ ਵਿੱਚੋਂ ਨਿਕਲਿਆ, ਯੂਰਪ ਦੇ ਵਿੱਚੋਂ, ਠੀਕ ਆ। ਉਹਨਾਂ ਨੂੰ ਪਤਾ ਆ ਵੀ ਇਹ ਜਦੋਂ ਇਦਾਂ ਦੇ ਰੈਫਰੈਂਡਮ ਹੁੰਦੇ ਆ ਉਦੋਂ ਕਿੱਦਾਂ ਕੌਮ ਜਿਹੜੀ ਦੇਸ਼ ਦੀ ਜਨਤਾ ਕਿੱਦਾਂ ਵੰਡੀ ਜਾਂਦੀ ਹੈ। ਨਾਲੇ ਆਹ ਤਰੀਕਾ ਥੋੜੀ ਆ, ਤਾਂ ਤੁਸੀਂ ਕਿੰਨੀ ਕਰਦੇ ਹੀ ਆਏ ਨੇ ਤੁਹਾਡੇ ਸਾਰੇ, ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕਰਦੇ ਰਹਿੰਦੇ ਨਿਤ ਮੁਹਿੰਮਾਂ ਦੀ, ਇਹ ਤਾਂ ਮੁਹਿੰਮਾਂ ਨੇ, ਬਸ ਹੋਣਾ ਕੁਛ ਨਹੀਂ ਹੈ। ਉਹ ਕੱਲ ਬੰਦਾ ਇੱਕ ਹੋਰ ਮਿਲਿਆ ਸੀਗਾ, ਉਹ ਕਹਿੰਦਾ ਕਿ ਉੱਥੋਂ ਗੱਲ ਚਲਦੇ ਕਹੇਗਾ, ਉੱਥੋਂ ਤਾਂ ਹੀ ਦੇਖੋ ਤੁਸੀਂ ਇਹ ਕੰਮ ਕਰਦੇ ਹੋ, ਤਾਂ ਹੀ ਉੱਥੋਂ ਚੱਕ ਕੇ ਲੈ ਗਏ ਸੀ ਗੁਰੂ ਗ੍ਰੰਥ ਸਾਹਿਬ। ਮੈਂ ਕਿਹਾ ਫਿਰ ਉਹਦਾ ਕੋਈ ਜਵਾਬ ਨਹੀਂ। ਮੈਂ ਕਿਹਾ ਖੱਟਿਆ ਕਿ ਸੋਚਿਆ ਤੁਸੀਂ ਕੀ ਖੱਟਿਆ, ਤੇ ਉੱਥੇ ਉਹਨਾਂ ਨੇ ਬਾਕੀ ਦੂਜੇ ਨੇ ਕੀ ਕਰ ਲਿਆ। ਆਹੋ, ਸਾਡੇ ਕੋਲ ਤਾਂ ਕੋਈ ਜਵਾਬ ਨਹੀਂ ਹੈ। ਡਿਸਕਸ਼ਨ ਤਾਂ ਤੁਸੀਂ ਤਾਂ ਡਿਸਕਸ਼ਨ ਗਾਹਾਂ ਤੋਰ ਦਿੱਤੀ ਨਾ, ਹੁਣ ਤਾਂ ਸਵਾਲ ਗਾਹਾਂ ਤੁਰ ਪਿਆ ਵੀ ਕੀ ਬਾਣੀ ਗੁਰੂ ਆ ਜਾਂ ਗ੍ਰੰਥ ਆ। ਜੇ ਉਹਦੇ ਵਿੱਚ ਬਾਣੀ ਨਹੀਂ ਹੈਗੀ ਤੇ ਪੁੱਜਾਂਗੇ ਅਸੀਂ। ਹੁਣ ਸਾਰੇ ਜਵਾਬ ਦਿੰਦੇ ਵੀ ਨਹੀਂ, ਤੇ ਜੇ ਉਹ ਬਾਣੀ ਹੋਰ ਕਿਸੇ ਵਿੱਚ ਚਲ ਗਈ ਉਹਨੂੰ ਮੱਥਾ ਕਿਉਂ ਨਹੀਂ ਟੇਕ ਸਕਦੇ? ਫਿਰ ਅਸੀਂ ਬਾਣੀ ਤਾਂ ਹੋਰ ਕਿਤੇ ਚਲ ਗਈ, ਹੁਣ ਬਾਣੀ ਤੋਂ ਬਿਨਾਂ ਕਿਉਂ ਪੂਜਾ ਕਰੀਏ ਅਸੀਂ? ਹੁਣ ਜਦੋਂ ਇੱਕੋ ਹੀ ਸਰੂਪ ਸੀਗਾ, ਕੱਲੇ ਦਰਬਾਰ ਸਾਹਿਬ ਚ ਪ੍ਰਕਾਸ਼ ਸੀ, ਸਾਰੀ ਸੰਗਤ ਉੱਥੇ ਮੱਥਾ ਟੇਕਦੀ ਸੀ। ਬਾਬਾ ਦੀਪ ਸਿੰਘ ਨੇ 4 ਲਿਖਾ ਕੇ 4 ਤਖਤਾਂ ਤੇ ਰੱਖ ਦਿੱਤੇ, ਸੰਗਤ ਜਾ ਕੇ 4 ਥਾਂ ਦਰਸ਼ਨ ਕਰਨ ਲੱਗ ਪਈ। ਜਦੋਂ 500 ਛਪ ਗਿਆ, 500 ਜਗ੍ਹਾ ਹੋਣ ਲੱਗ ਪਏ, ਗੁਰੂ ਤਾਂ ਥਾਂ ਤੇ ਪ੍ਰਗਟ ਹੋ ਗਿਆ। ਬਾਰ-ਬਾਰ ਹਰ ਬੰਦੇ ਨੂੰ ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ ਰੇਡੀਓ ਤੇ ਕਿ ਜੋ ਮਰਜ਼ੀ ਹੋ ਜਾਵੇ, ਬੰਦਾ ਜਿੰਨਾ ਮਰਜ਼ੀ ਜੈਨੂਨ ਹੋਵੇ, ਜਿੰਨਾ ਮਰਜ਼ੀ ਹਰ ਕੰਮ ਉਹਦਾ ਠੀਕ ਹੋਵੇ, ਕੋਈ ਕਿਸੇ ਏਵਜ਼ ਨਹੀਂ ਆਂਦਾ, ਕੋਈ ਕੰਮ ਦਾ ਨਹੀਂ ਹੈਗਾ ਜੇ ਕੁਝ ਰਿਜ਼ਲਟ ਨਹੀਂ ਨਿਕਲ ਰਿਹਾ। ਚਾਹੇ ਇਹ ਤੁਹਾਡੇ ਕੰਮ ਹੀ ਸਾਰੇ ਗਲਤ ਨੇ, ਤੁਸੀਂ ਕਿੱਦਾਂ ਕਰੋਗੇ? ਰਿਜ਼ਲਟ ਤਾਂ ਕੀ ਪ੍ਰਾਪਤ ਕੀ ਕੀਤਾ? ਪ੍ਰਾਪਤ ਸਭ ਤੋਂ ਵੱਡਾ ਸਵਾਲ ਹੈ। ਔਰ ਕਰਨ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਹੋਵੇ ਪ੍ਰਾਪਤ ਕਰਨਾ ਕੀ ਹੈ, ਬਾਅਦ ਵਿੱਚ ਤੁਸੀਂ ਮਿਣੋਗੇ। ਇਹ ਤੇ ਮੁਹਿੰਮਾਂ ਨੇ, ਬਸ ਦੱਸਿਆ ਜਾਣਾ ਹੈ, ਇਹਦੇ ਨਾਂ ਤੇ ਗਰਾਈਆਂ ਹੋਣੀਆਂ ਨੇ। ਦੇਖੋ ਜੀ ਅਸੀਂ ਮੁਜ਼ਾਹਰਾ ਕੀਤਾ, ਆ ਕੀਤਾ, ਹੋਰ ਤਾਂ ਕੁਝ ਨਹੀਂ। ਜਿੰਦਾ ਰੱਖਣ ਲਈ ਆਪਣੇ ਆਪ ਨੂੰ 0107 ਦੇ ਉੱਤੇ ਤੁਸੀਂ ਆਉਨੇ ਰਹੋ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਭੁਪਿੰਦਰ ਸਿੰਘ ਬੋਲਦਾ ਵੀਰ ਜੀ। ਹਾਂਜੀ ਵੀਰ ਜੀ, ਆਪਣੀ ਜਸਵਿੰਦਰ ਦੀ ਵੀਡੀਓ ਨਵੀਂ ਆ ਚੁੱਕੀ ਆ, ਉਹਨਾਂ ਨੇ ਬਾਬਾ। ਹਾਂਜੀ, ਬਸ ਉਹੀ ਵਿਚਾਰਨੀ ਹੈ ਜੀ, ਅਸੀਂ ਤਿਆਰੀ ਚ ਆਉਂਦੀ ਚ। ਆਹੋ, ਉਹਦਾ ਇਹ ਵੀ ਇਹਨਾਂ ਨੂੰ ਵੀ ਦੇਣਾ ਪੈਣਾ ਜਵਾਬ, ਰਣਜੀਤ ਸਿੰਘ ਹੋਣਾ ਨੂੰ, ਭਾਈ ਉਹਨਾਂ ਨੂੰ ਵੀ, ਇਹਨਾਂ ਨੂੰ ਬਾਬੇ ਨੂੰ ਕਾਫੀ ਨਜ਼ਰਾ ਝਾੜਿਆ। ਉਹ ਪਤਾ ਕਿਹੜਾ ਬੰਦਾ ਨਾਲ ਇਹਨਾਂ ਦੇ ਬੈਠਾ ਰਹਿੰਦਾ। ਨਹੀਂ, ਤੁਸੀਂ ਇਹਨਾਂ ਗੱਲਾਂ ਦੇ ਉੱਤੇ ਨਾ ਜੇ ਤੁਸੀਂ ਤਬਸਰਾ ਨਾ ਕਰਿਆ ਕਰੋ ਤਾਂ ਵਧੀਆ ਹੈ। ਜਿਹੜੀ ਤੁਸੀਂ ਸਟੇਟਮੈਂਟ ਦੇ ਨੇ ਉਹਦੇ ਵਿੱਚੋਂ ਕਿਹੜੀ ਗੱਲ ਤੁਹਾਨੂੰ ਲੱਗੀ ਆ ਜਿਹੜਾ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ? ਸਾਰਾ ਤਾਂ ਬਕਵਾਸ, ਸਾਰਾ ਤਾਂ ਝੂਠ ਬੋਲ ਰਿਹਾ, ਉਹਦੇ ਚਿਹਰੇ ਤੇ ਲਿਖਿਆ ਹੈ। ਹਾਂਜੀ, ਇਹ ਤੇ ਹੈ। ਹੁਣ ਜੇ ਅਸੀਂ ਏਦਾਂ ਦੇ ਝੂਠ ਤੂਫਾਨਾਂ ਦੇ, ਹੁਣ ਸਾਡੇ ਤੇ 20 ਬੰਦੇ ਇੱਥੋਂ ਆਪਣਾ ਲੈ ਕੇ ਕੰਮ, ਤੁਸੀਂ ਕਿਹੜੇ ਮੁਲਕ ਚ ਰਹਿੰਦੇ ਆ? ਮੈਂ ਇੰਡੀਆ ਜੀ। ਹੁਣ ਇੰਡੀਆ ਤਾਂ ਤੁਹਾਡਾ ਵਾਹ ਨਹੀਂ ਨਾ ਪੈਂਦਾ। ਬਾਹਰਲੇ ਮੁਲਕਾਂ 'ਚ ਤਾਂ ਵੀਰਾ ਏਦਾਂ ਜਿਹੜੇ ਕੇਸ ਆ, ਕੁੜੀਆਂ ਮੁੰਡੇ ਆਉਂਦੇ ਆ, ਪੱਕੇ ਹੁੰਦੇ ਆ, ਜਦੋਂ ਪੱਕੇ ਹੋ ਕੇ ਛੱਡ ਕੇ ਜਾਂਦੇ, ਇੰਡੀਆ 'ਚ ਵੀ ਤੁਹਾਡਾ ਤਜਰਬਾ ਹੋਣਾ। ਜਿਹੜੀ ਬਹੂ, ਜਿਹੜੀ ਨੂੰਹ ਕਿਸੇ ਦੇ ਘਰ ਜਾ ਕੇ ਉੱਥੇ ਨਹੀਂ ਬਸਣਾ ਚਾਹੁੰਦੀ, ਜਿਹਦੇ ਸੰਬੰਧ ਹੋਰ ਕਿਸੇ ਨਾਲ ਆ, ਉਹ ਜਾਣ ਲੱਗੀ ਇਦਾਂ ਕਹਿ ਕੇ ਜਾਂਦੀ ਆ ਵੀ ਮੈਂ ਹੋਰ ਦੇ ਬਸਣਾ ਚਾਹੁੰਦੀ ਆ, ਜਾਂ ਇਲਜ਼ਾਮ ਲਾ ਕੇ ਜਾਂਦੀ। ਇਦਾਂ ਨਹੀਂ ਲਾਉਂਦੀ ਵੀ ਸਹੁਰਾ ਵੀ ਮੇਰੇ ਨਾਲ ਸੌਂਦਾ ਸੀ, ਇਹ ਜ਼ਬਰਦਸਤੀ ਸਾਰੇ ਜਣੇ ਕਮਰੇ 'ਚ ਬੜੇ ਰਹਿੰਦੇ ਸੀ, ਮੈਂ ਤਾਂ ਇੱਥੇ ਜੇਲ੍ਹ ਕੱਟੀ ਆ, ਮੈਨੂੰ ਤਾਂ ਰਾਤ ਨੂੰ ਕੱਟੀ ਕਿਉਂ? ਉਹੀ ਸਵਾਲ ਪੈਦਾ ਹੋਣਾ, ਫਿਰ ਜੇਲ੍ਹ ਕੱਟੀ ਕਿਉਂ, ਪਹਿਲਾਂ ਕਿਉਂ ਨਹੀਂ ਬੋਲੀ? ਨਹੀਂ, ਬਸ ਵੀ ਜਿੱਦਣ ਸੋਚਣ ਲੱਗ ਪਏ ਉਦਣ ਗਾਹਾਂ ਬੰਦਿਆਂ ਨੇ ਸਾਨੂੰ ਕਹਾਣੀਆਂ ਸੁਣਾਉਣੋਂ ਹਟ ਜਾਣਾ। ਹੁਣ ਸਾਨੂੰ ਕੀ ਹੁੰਦਾ ਆ ਵੀ ਕਿਉਂਕਿ ਅਗਲੇ ਨੇ ਇਲਜ਼ਾਮ ਲਾ ਦਿੱਤਾ। ਹੁਣ ਅਸੀਂ ਜੇ ਜਵਾਬ ਨਾ ਦਿੱਤਾ ਫਿਰ ਸਾਨੂੰ ਲੱਗਣਾ ਵੀ ਖਰਿਆ ਮੈਂ ਝੂਠਾ ਆ,
ਹਾਂਜੀ ਪੈਮਾਨਾ ਸਹੀ ਲਾਵਾਂਗੇ ਤਾਂ ਫਿਰ ਲੋੜ ਨਹੀਂ ਸਾਨੂੰ ਢੱਡਰੀਆਂ ਵਾਲੇ ਨੂੰ। ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕਿਸੇ ਵੀ ਗੱਲ ਦਾ, ਉਹ ਤਾਂ ਉਹਦੇ ਚਿਹਰੇ ਤੇ ਲਿਖਿਆ ਹੈ ਨਾ, ਉਹਦਾ ਬੋਲ ਤੋਂ ਅਸੀਂ ਲੱਗੇ ਹਾਂ ਵਿਚਾਰ ਨੂੰ, ਅਸੀਂ ਦੱਸਦੇ ਕੱਲੀ ਕੱਲੀ ਗੱਲ ਵੀ ਕਿੱਦਾਂ ਝੂਠ ਬੋਲ ਰਿਹਾ ਉਹ। ਹਾਂਜੀ 15 ਸਾਲ ਦਾ ਵਕਵਾ ਬਹੁਤ ਹੁੰਦਾ ਇੰਨਾ ਟਾਈਮ ਤੇ। ਜੇ ਉਹ ਤੁਹਾਨੂੰ ਇੱਕ ਅੱਧੀ ਤੁਸੀਂ ਗਲਤੀ ਦੇਖ ਲਈ ਸੀ ਤੇ 15 ਸਾਲ ਤੇ ਨਾਲ ਰਹਿਣ ਦੀ ਲੋੜ ਹੀ ਨਹੀਂ ਸੀ ਫਿਰ। ਉਹ ਨਹੀਂ, ਉਹਦੇ ਕਾਰਨ ਆ ਜੀ, ਉਹਦੇ ਹੌਲੀ ਹੌਲੀ ਤੁਹਾਨੂੰ ਲੱਗੂਗਾ ਪਤਾ ਜਾਣੀ ਉਹਦੇ ਰੀਜ਼ਨ। ਨਾਲੇ ਦੂਜੀ ਗੱਲ ਹੋਰ ਵੀ ਹੈ ਨਾ, ਇਹਨਾਂ ਨੂੰ ਕਹੋ ਨਾ ਇੱਕ ਪ੍ਰੋਗਰਾਮ ਇਹ ਵੀ ਕਰ ਲਓ ਨਾ ਵੀ ਮਾਸੀ ਦੀ ਕੁੜੀ ਨਾਲ ਵਿਆਹ ਕਰਾ ਕੇ ਪੱਕੇ ਕਿਵੇਂ ਹੋਈ ਦਾ, ਉਹ ਜਾਇਜ਼ ਆ? ਨਹੀਂ ਬਸ ਉਹ ਆਪਣੇ ਬਾਰੇ ਤਾਂ ਕਰਨਾ, ਉਹ ਤਾਂ ਉਹਨਾਂ ਨੂੰ ਬਹਾਨਾ, ਉਹ ਚਾਹੁੰਦੇ ਆ ਵੀ ਸਾਨੂੰ ਕੋਈ ਨਾ ਕੋਈ ਹੋਰ ਮਿਲ ਜਾਏ ਜਿਹੜਾ ਆ ਕੇ ਕੁਛ ਏਦਾਂ ਦੀਆਂ ਗੱਲਾਂ ਦੱਸਦਾ ਹੈ ਜਿਹਦੇ ਨਾਲ ਅਸੀਂ ਜਿੰਦਾ ਰਹਿ ਜਾਈਏ ਤੇ ਢੱਡਰੀਆਂ ਵਾਲਾ ਢਹਿ ਜਾਏ। ਪਰ ਹਰੇਕ ਕੋਸ਼ਿਸ਼ ਉਹਨਾਂ ਦੀ ਅਸਫਲ ਰਹੀ ਆ, ਹਰੇਕ ਕੋਸ਼ਿਸ਼ ਅਸਫਲ ਹੁੰਦੀ ਹੈ। ਇਹ ਵੀ ਹੋ ਜਾਣੀ ਆ, ਇਹ ਕਿਤੇ ਬਹੁਤ ਵੱਡਾ ਕਿਸੇ ਨੇ ਯਕੀਨ ਨਹੀਂ ਕਰਨਾ ਜੀ ਇਸ ਗੱਲ ਦੇ ਉੱਤੇ, ਕਿਸੇ ਨੇ ਨਹੀਂ, ਕੋਈ ਗੱਲ ਨਹੀਂ। ਹਾਂਜੀ ਕੋਈ ਨਹੀਂ ਜੀ, ਲੱਗੇ ਮੈਂ ਘੰਟਾ ਬਾਬਾ ਲੱਗੇ ਰਿਹਾ, ਮੈਂ ਤਾਂ ਸੁਣ ਲਈਏ ਲੱਗੇ ਸ਼ੁਰੂ ਕਰਨ। ਥੈਂਕ ਯੂ ਤੁਹਾਡਾ ਜੀ, ਧੰਨਵਾਦ। ਜਿਹੜੀ ਉਹ ਗੱਲ ਕਰਦੇ ਸੀ ਨਾ ਮੁਜ਼ਾਹਰਿਆਂ ਦੀ, ਹਾਂਜੀ ਮੁਜ਼ਾਹਰੇ ਦਾ ਤਾਂ ਇੱਕੋ ਮੈਨੂੰ ਤਾਂ ਇਦਾਂ ਲੱਗਦਾ ਮਕਸਦ ਹੈ ਕਿ ਹਾਂ ਅਵੇਅਰਨੈਸ ਆਣੀ ਚਾਹੀਦੀ ਹੈ ਨਾ, ਕਿ ਹਾਂ ਤੁਸੀਂ ਕਰ ਰਹੇ ਹੋ, ਤੁਹਾਡੀ ਕੋਈ ਪ੍ਰੋਬਲਮ ਹੈਗੀਆਂ ਨੇ ਤੇ ਅਥਾਰਟੀ ਨੂੰ ਪਤਾ ਲੱਗ ਜਾਵੇ। ਬਸ ਠੀਕ ਹੈ, ਤੁਹਾਨੂੰ ਕੋਈ ਇਹਦਾ ਇਵਨ ਇੱਕ ਪੁਲਿਸ ਵਾਲੇ ਬੰਦੇ ਨੂੰ ਵੀ ਨਹੀਂ ਉੱਥੇ ਆਉਣਾ ਚਾਹੀਦਾ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਜ਼ਿੰਮੇਵਾਰੀ ਆ, ਤੁਹਾਡੀ ਜ਼ਿੰਮੇਵਾਰੀ। ਜਿਹੜੇ ਵਿਰੋਧੀ ਆ ਉਹ ਆ ਕੇ ਕੁਛ ਕਰਨ, ਉਸ ਵੇਲੇ ਲੋਕ ਪੁਲਿਸ ਨੂੰ ਜਾਂ ਤੁਸੀਂ ਪੁਲਿਸ ਨੂੰ ਫੋਨ ਕਰੋ, ਅਗਲੇ ਉਹਨਾਂ ਨੂੰ ਕਹਿਣ ਵੀ ਦੇਖੋ ਇਹ ਮਨਜ਼ੂਰੀ ਲੈ ਕੇ ਸਾਤੋਂ ਲੱਗੇ ਆ, ਅਸੀਂ ਇਹਨਾਂ ਨੂੰ ਕਿਹਾ ਸੀ ਵੀ 2 ਘੰਟੇ ਲਈ ਇਸ ਏਰੀਏ ਦੇ ਵਿੱਚ ਖੜੇ ਹੋਣਾ, ਉਹ ਬਿਲਕੁਲ 15 ਮਿੰਟ ਉਹ ਤੋਂ ਬਾਅਦ ਲੱਗੇ ਆ, ਉੱਥੇ ਹੀ ਖੜੇ ਆ, ਕੋਈ ਵਾਧੂ ਨਹੀਂ ਬੋਲ ਰਿਹਾ ਤੇ ਤੁਸੀਂ ਜੋ ਕਹਿਣਾ ਤੁਸੀਂ ਆਪਣੀ ਥਾਂ ਤੇ ਕਹਿ ਲਓ। ਮੈਂ ਵੀ ਦੱਸਣ ਲੱਗਾ ਸੀ ਇੱਥੇ ਨਾ ਇੱਕ ਹੈਂਡਰਸਨ ਤੇ ਇੱਕ ਇੱਥੇ ਲਰਸਲੀ ਕੋਲ ਨਾ ਚਾਈਨੀਜ਼ ਲੋਕ ਨੇ ਸ਼ਾਇਦ, ਤੇ ਏਸ਼ੀਅਨ ਨੇ, ਚਲੋ ਚਾਈਨੀਜ਼ ਜੋ ਵੀ ਹੋਣਗੇ, ਉਹਨਾਂ ਦਾ ਵੀ ਕੁਝ ਹੈਗਾ ਸਿਸਟਮ, ਚਲੋ ਆਪਣਾ ਕਰਦੇ ਨੇ, ਬੜੇ ਕੀ ਚੁੱਪ ਕਰਕੇ ਬੈਨਰ ਫੜ ਕੇ ਖੜੇ ਹੁੰਦੇ ਨੇ ਆਰਾਮ ਨਾਲ, ਕੋਈ ਇਵਨ ਬੋਲਦਾ ਵੀ ਨਹੀਂ ਬੰਦਾ, ਬਸ ਦੱਸ ਰਹੇ ਨੇ, ਲੋਕ ਆਈ ਜਾਂਦੇ ਨੇ ਜਾਈ ਜਾਂਦੇ ਆਪਣਾ ਸੜਕ ਤੇ ਦੇਖ ਰਹੇ ਨੇ, ਬਸ ਠੀਕ ਹੈ ਪ੍ਰੋਟੈਸਟ ਚੱਲ ਰਿਹਾ, ਬਸ ਉਹ ਵੀ ਤਾਂ ਹੈਗਾ। ਇੰਨਾ ਸਾਡਾ ਖੋਰੂ ਥੋੜੀ ਪਾਉਂਦੇ ਨੇ ਨਾਰੇ, ਜਾਨੀ ਉਹ ਤਾਂ ਦੱਸ ਰਹੇ ਆ ਬੰਦੇ ਵੀ ਅਸੀਂ ਛਿੱਤਰ ਦੇਈ ਜਾ ਰਹੇ ਹਾਂ, ਸਾਨੂੰ ਇੰਗਲੈਂਡ ਦੀ ਪੁਲਿਸ ਨਹੀਂ। ਅੱਜ ਉਹ ਮੁਜ਼ਾਹਰਾ ਦੇਖ ਕੇ ਮੇਰਾ ਸਵੇਰੇ ਇਦਾਂ ਮੈਨੂੰ ਲੱਗਿਆ, ਮੈਂ ਕਿਹਾ ਇਹ ਹੁਣ ਕਹਿੰਦੇ ਆ ਵੀ ਗਿੱਲ ਚਾਹੀਦਾ ਸਾਨੂੰ, ਠੀਕ ਆ, ਤੇ ਗੋਬਿੰਦ ਰਾਮ ਵਰਗੇ ਚਾਹੀਦੇ ਆ ਜਿਹੜੇ ਏਦਾਂ ਢਾ ਲੈਣ, ਉੱਥੇ ਘੋਟਣਾ, ਉੱਥੇ ਡਾਂਗ ਫੇਰਨ ਸਾਡੇ, ਠੀਕ ਆ, ਮੁੜ ਕੇ ਆਇਡੈਂਟੀਫਾਈ ਕਰਨ, ਟੱਬਰਾਂ ਨੂੰ ਚੱਕਣ, ਇਹਨਾਂ ਦੇ ਨੂੰ ਔਰਤਾਂ ਨੂੰ ਚੱਕਣ ਘਰਾਂ ਚੋਂ, ਥਾਣੇ ਲਿਜਾ ਕੇ ਅਗਲੇ ਨੰਗੀਆਂ ਕਰਨ ਜੋ ਮਰਜ਼ੀ, ਤਾਂ ਕਿ ਲੈਸਨ ਮਿਲੇ। ਇਹ ਬੰਦੇ ਇਹ ਕਹਿੰਦੇ ਅਸੀਂ ਤਾਂ ਪਸ਼ੂ ਆ, ਅਸੀਂ ਡੰਡੇ ਤੋਂ ਬਿਨਾਂ ਨਹੀਂ ਸੂਤ ਆਉਂਦੇ, ਸਾਨੂੰ ਤੁਸੀਂ ਏਦਾਂ ਕਹੋ ਵੀ ਏਦਾਂ ਹੜਾ ਕਹੇ ਤੇ ਅਸੀਂ ਬਾੜੇ ਚਲ ਜਾਵਾਂਗੇ ਜਾਨੀ। ਹਰੇਕ ਵਾਰ ਇਹ ਸਾਬਤ ਕਰਦੇ ਆ ਕਿ ਅਸੀਂ ਆਪਣੀ ਕਰਤੂਤਾਂ ਕਿੱਦਾਂ ਦੀਆਂ। ਇਹੀ ਕੰਮ ਦੇਖ ਕੇ ਇਹਨਾਂ ਦੇ ਜਦੋਂ ਸਟ੍ਰਿਕਟਨੈਸ ਹੋਈ, ਹੋਰ ਕੰਮ ਵਧੂਗੇ, ਜਦੋਂ ਇਹਨਾਂ ਨੇ ਆਪਣੇ ਰੂਲ ਜਦੋਂ ਪਾਲਿਸੀਆਂ ਬਦਲੀਆਂ, ਫਿਰ ਦੁਬਾਰਾ ਤੰਗ, ਫਿਰ ਦੁਬਾਰਾ ਰੋਲਾ ਪਾਣਗੇ ਕਿ ਆਹ ਦੇਖੋ ਜੀ ਸਾਡੇ ਨਾਲ ਧੱਕਾ ਕਰਦੇ ਆ। ਇਹੋ ਜਿਹੇ ਕੰਮ ਨਾਲ ਇਦਾਂ ਹੀ ਸੂਤ ਆਣਾ ਹੈ, ਜੇ ਤੁਹਾਨੂੰ ਪਤਾ ਹੀ ਨਹੀਂ ਹੈ। ਅੱਜ ਤੱਕ ਇੱਥੇ ਇੰਨੇ 20 ਸਾਲ ਆ ਗਏ, ਜਿਹੜੇ ਤਕਰੀਬਨ ਬੰਦੇ ਹੋਣਗੇ ਸਭ ਪੁਰਾਣੇ ਹੋਣਗੇ ਨਾ, 20 ਬਿਲਕੁਲ। ਬਾਕੀ ਚਲੋ ਨਵੇਂ ਯੰਗਸਟਰ ਦੇ ਨਾਲ ਜੁੜ ਜਾਂਦੇ ਨੇ, ਬਾਕੀ ਜਿਹੜੇ ਅੱਗੇ ਲੱਗਣ ਵਾਲੇ ਦੂਜੇ ਹੀ ਨੇ, ਭੜਕਾਉਣ ਵਾਲੇ, ਤੇ ਉਹਨਾਂ ਨੂੰ ਪਤਾ ਨਹੀਂ ਹੈ ਕਿੱਦਾਂ ਇਹਨਾਂ ਕੰਟਰੀ 'ਚ ਮੁਲਕਾਂ 'ਚ ਰਹੀਦਾ, ਕਿੱਦਾਂ ਸਿਸਟਮ ਹੈ। ਬਸ ਜਦੋਂ ਅਗਲੇ ਨੇ ਕਰਨਾ ਕੰਮ ਮੂਹਰਿਓਂ ਫਿਰ ਕਹਿਣਾ ਨਹੀਂ ਹੈ ਨਾ। 0108 ਦੇ ਉੱਤੇ ਤੁਸੀਂ ਆਉਨੇ ਰਹੋ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਨਰਿੰਦਰ ਸਿੰਘ ਬੋਲ ਰਿਹਾ ਯੂਐਸਏ ਤੋਂ। ਹਾਂਜੀ ਅਜੀ ਆ ਵੀਡੀਓ ਮੈਂ ਵੀ ਦੇਖੀ ਆ, ਦੋਨੋਂ ਦੇਖੀਆਂ, ਇੱਕ ਬੂਟ ਵਾਲੀ ਤੇ ਦੂਜੀ ਮੁਜ਼ਾਹਰੇ ਵਾਲੀ। ਹਾਂਜੀ ਮੁਜ਼ਾਹਰੇ ਵਾਲੀ ਵੀਡੀਓ ਦੀ ਮੈਂ ਗੱਲ ਕਰਨੀ 2 ਮਿੰਟ ਲਈ। ਜਦੋਂ 84 ਦੇ ਵਿੱਚ ਜਿੱਦਾਂ ਆਪਣੇ ਸਿੰਘ ਖਾੜਕੂ ਬਣਾਉਂਦੇ, ਜਿਹੜੇ ਜਿੱਦਾਂ ਕਿਸੇ ਹਿੰਦੂ ਫੈਮਿਲੀ ਨੂੰ ਤੰਗ ਕਰਦੇ ਸੀਗੇ, ਹਾਂਜੀ ਸ਼ਾਇਦ ਤੁਹਾਡੇ ਪ੍ਰੋਗਰਾਮ 'ਚ ਅੱਗੇ ਵੀ ਇਹ ਗੱਲ ਹੋਈ ਹੈ। ਤੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਜਿੱਦਾਂ ਕਾਨਪੁਰ, ਯੂਪੀ, ਬਿਹਾਰ ਵਾਲੀ ਸਾਈਡ ਤੇ ਰਹਿੰਦੇ ਸੀ ਜਾਂ ਦਿੱਲੀ ਵਾਲੀ ਸਾਈਡ ਰਹਿੰਦੇ ਸੀਗੇ, ਉਹ ਫੋਨ ਚਲੋ ਨਹੀਂ ਵੀ ਜਦੋਂ ਮਿਲਦੇ ਵਰਤਦੇ ਹੋਣਗੇ ਤੇ 84 ਦੇ ਵਿੱਚ ਦੱਸਦੇ ਹੋਣਗੇ ਨਾ ਸਾਡੇ ਨਾਲ ਧੱਕਾ ਹੋ ਰਿਹਾ, ਜਾਂ ਭੱਜ ਕੇ ਚਲੇ ਗਏ ਹੋਣਗੇ ਡਰ ਜਾਨ ਬਚਾਉਣ ਦੇ ਕਰਕੇ। ਤੇ ਮੁੜ ਕੇ ਫਿਰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ, ਫਿਰ ਪੂਰੇ ਇੰਡੀਆ ਚ ਕੱਢ ਕੇ ਮਾਰੇ ਆਪਣੇ ਬੰਦੇ, ਉਹ ਨਜਾਇਜ਼ ਸੀਗੇ। ਇਹ ਹੁਣ ਫਿਰ ਉਹੀ ਗਰਾਊਂਡ ਨਹੀਂ ਬਣਾਉਂਦੇ ਪਏ, ਬਣਾਉਂਦੇ ਤਾਂ ਹਰ ਵਾਰ ਮੌਕਾ ਦਿੰਦੇ ਆ ਬਹੁ ਗਿਣਤੀ ਨੂੰ ਵੀ ਸਾਡੇ ਯੂਥ ਫਿਰੋ। ਬਿਲਕੁਲ ਉਹੀ ਨਾ, ਉਹਨਾਂ ਨੇ ਹੁਣ ਜਿਹੜੇ ਇੱਥੇ ਇੰਗਲੈਂਡ 'ਚ ਬੈਠੇ ਜਿਹਨਾਂ ਨੂੰ ਜਦੋਂ ਥੱਪੜ ਮਾਰਨ ਦੇ, ਮੈਂ ਇੱਕ ਮੁੰਡੇ ਨੂੰ ਦੇਖਿਆ, ਉਹ ਖਾ ਲਿਆ ਉਹਨੇ ਥੱਪੜ, ਉਹਨੇ ਪੂਰੀ ਵੀਡੀਓ ਘੁੰਮ ਗਈ ਆ, ਉਹ ਚਾਹੇ ਗੁਜਰਾਤ ਦਾ ਹੋਵੇ, ਚਾਹੇ MP UP ਕਿਤੇ ਦਾ ਵੀ ਹੋਏਗਾ, ਉਹਦੇ ਰਿਸ਼ਤੇਦਾਰ ਕਿੱਡੀ ਵੱਡੀ ਫੈਮਿਲੀ ਹੋਈ, ਉਹ ਸਿੱਖ ਨੂੰ ਕਿੱਦਾਂ ਦੇਖਣਗੇ, ਠੀਕ ਹੈ ਨਾ। ਤੇ ਦੂਜੀ ਗੱਲ ਇੱਕ ਕੀ ਹੋਰ ਨੋਟ ਕਰਨ ਵਾਲੀ ਸੀ ਵਿੱਚ, ਮੈਂ ਦੇਖੀ ਕਈਆਂ ਨੇ ਮੂੰਹ ਬੰਨੇ ਹੋਏ ਸੀਗੇ। ਆਹੋ
ਉਹ ਮੇਰਾ ਮੰਨਣਾ ਪਤਾ ਕਿਉਂ ਆ ਕੀ ਸੀਗਾ ਕਿ ਮੂੰਹ ਕਿਉਂ ਬੰਨੇ, ਉਹ ਮੈਸੀ ਦੇ ਬਾਹਰ ਖੜੇ ਸੀਗੇ, ਮੁਜ਼ਾਹਰੇ ਤੋਂ ਬਾਅਦ ਉਹਨਾਂ ਵੀਜ਼ਾ ਲੈਣ ਵੀ ਜਾਣਾ ਉੱਥੇ, ਨਾ ਜਾਣ। ਜਿੰਨੇ ਤੁਸੀਂ ਦਲੇਰ ਸਿੰਘ ਸੂਰਮੇ ਹੈਗੇ ਹੋ, ਉਹ ਫੁਕਰੇ ਹੋ, ਤੁਸੀਂ ਮੂੰਹ ਖੋਲੋ ਆਪਣੇ। ਨਾ ਜੀ ਛਿੱਤਰ ਦੇ ਯਾਰ ਆ ਪੱਕੇ। ਫੇਰ ਤੁਸੀਂ ਕਹਿੰਦੇ ਲੱਲੂ ਘਾਰਾ ਹੋ ਗਿਆ। ਮੈਂ ਲੱਲੂ ਘਾਰਾ ਨਹੀਂ ਕਹਿੰਦਾ, ਲੱਲੂ ਘਾਰਾ ਕਹਿੰਦਾ। ਫੇਰ ਤੁਸੀਂ ਕਹਿੰਦੇ ਲੱਲੂ ਘਾਰਾ ਹੋ ਗਿਆ। ਨਹੀਂ ਹੁਣ ਆਈਆਂ ਤੁਸੀਂ ਆਪਣੇ ਜਾਨੀ ਜੇ ਅਗਲੇ ਨੇ ਉੱਥੇ ਕੋਰਟ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਪੇਸ਼ ਕਰਕੇ ਇਹਨਾਂ ਨੂੰ ਪੁੱਛੇ ਵੀ ਜਦੋਂ ਬੰਦੇ ਚਾਰਜ ਹੋਏ ਆ ਇੰਨਾ ਕੁਝ ਹੋਇਆ, ਤੁਸੀਂ ਕਿੱਥੇ ਮਰੇ ਹੋ ਸੀ? ਜੇ ਤੁਹਾਡੇ ਬੰਦੇ ਸੀ ਉਹ, ਤੁਸੀਂ ਕਿਉਂ ਨਹੀਂ ਦੱਸਿਆ ਦੁਨੀਆ ਨੂੰ? ਅਕਸਰ ਉਹ ਚਾਰਜ ਲਾਏ ਵੀ ਤਾਂ ਹੋਣਗੇ, ਪਹਿਲਾਂ ਪੁਲਿਸ ਨੇ ਉਹ ਚਾਰਜ ਲਾਏ ਹੋਣਗੇ, ਸਾਲ ਪਹਿਲਾਂ ਦੇ ਫੜੇ ਹੋ ਆ, ਤੁਸੀਂ ਉਦੋਂ ਕਿਉਂ ਨਹੀਂ ਦੱਸਿਆ ਲੋਕਾਂ ਨੂੰ ਵੀ ਦੇਖੋ ਫੜੇ ਬੰਦੇ ਇਹ ਕਿਤਾਬਾਂ ਫੜੀਆਂ ਤੇ ਉਹਨਾਂ ਤੇ ਇਹ ਚਾਰਜ ਲਾਤੇ? ਹੁਣ ਤਰੀਕਾਂ ਪਈਆਂ ਹੋਣਗੀਆਂ, ਉਹ ਤੇ ਬਹਿਸ ਹੋਈ ਹੋਊਗੀ, ਉਦੋਂ ਕੋਈ ਨਹੀਂ ਬੋਲਿਆ। ਹੁਣ ਸਜ਼ਾ ਹੋ ਗਈ, ਅਖਬਾਰਾਂ 'ਚ ਖਬਰ ਆ ਗਈ, ਤੁਹਾਨੂੰ ਮੌਕਾ ਮਿਲ ਗਿਆ ਦੁਕਾਨਦਾਰੀ ਚਲਾਉਣ ਦਾ ਆਪਣੀ। ਪਤਾ ਨਾ ਉਹ ਅੰਦਰ ਨੇ, ਦੁਕਾਨਦਾਰੀ ਚੱਲ ਜਾਣੀ, ਜੇ ਬਾਹਰ ਹੁੰਦੇ ਫਿਰ ਨਾ ਤੇ ਗਰਾਈਆਂ ਨਾ ਤੇ ਅੱਗੇ ਜਦੋਂ ਉੱਥੇ ਆਸਟਰੀਆ 'ਚ ਬਾਬੇ ਦਾ ਕਤਲ ਕੀਤਾ ਰਾਜਪੁਰ ਬੱਲਾਂ ਵਾਲੇ ਤੇ ਜਾਂ ਉਹਦੇ ਪੀਏ ਜੋ ਵੀ ਉਹਦਾ ਨਾਲ ਸੀਗਾ ਨਾਲ, ਉਦੋਂ ਇਹੀ ਕੀਤਾ ਨਾ ਨਹੀਂ ਬੰਦੇ ਜੇ ਉਹਦੇ ਨਾਂ ਤੇ ਗਰਾਈਆਂ ਕਰ ਕਰਕੇ ਉਹਨਾਂ ਦੇ ਟੱਬਰਾਂ ਨੂੰ ਪੁੱਛੋ ਕਿੰਨੇ ਲੱਖ ਮਿਲਿਆ ਤੁਹਾਨੂੰ। ਕਿਸੇ ਨੇ ਘਰ ਦੀ ਡਾਊਨ ਪੇਮੈਂਟ ਰੱਖ ਲਈ, ਕਿਸੇ ਨੇ ਕੁਛ ਕਰ ਲਿਆ, ਆਪਣੀਆਂ ਲੀਡਰੀਆਂ ਚਮਕਾ ਲਈਆਂ, ਟਿਕਟਾਂ ਦੇ ਖਰਚੇ ਲਾਤੇ, ਹਨਾ, ਹੈਂਕੜ ਪਾੜ ਲਈ ਆਪਣੀ। ਇਹ ਚੀਜ਼ਾਂ ਨੂੰ ਖੈਰ ਵੀਰ ਜੀ ਇਹਦੇ ਲਈ ਇੱਕ ਚੀਜ਼ ਹੋਰ ਹੈਗੀ ਆ ਭਈ ਅਸੀਂ ਇਹ ਮੁਜ਼ਾਹਰੇ ਵਾਲਿਆਂ ਨੂੰ ਟਕਸਾਲੀਆਂ ਨੂੰ ਬੇਨਤੀ ਆ, ਜੇ ਕੋਈ ਸੁਣਦਾ ਹੋਵੇ ਉਹ ਗੱਲ ਕਰਨੀ ਚਾਹੁੰਦਾ ਹੋਵੇ ਤਾਂ ਜਰੂਰ ਆ ਕੇ ਦੱਸੇ, ਅਸੀਂ ਸੁਣਨਾ ਚਾਹੁੰਦੇ ਤੁਹਾਡੀ ਜਵਾਨੀ ਤੇ ਲੌਜਿਕ ਕੀ ਆ ਤੁਹਾਡਾ, ਇਹੋ ਜਿਹਾ ਜਿਹੜਾ ਗੰਦ ਪਾਉਣ ਲੱਗੇ ਹੋ ਆ ਉਹਦੇ ਪਿੱਛੇ ਕੀ ਲੌਜਿਕ ਆ ਤੁਹਾਡਾ। ਬਿਲਕੁਲ। ਅੱਛਾ ਭਾਜੀ ਇੱਕ ਇਹਨਾਂ ਦੀ ਬੇਵਕੂਫੀ ਹੋਰ ਦੇਖੋ, 3-4 ਵੀਡੀਓ ਹੁਣ 20 ਮਿੰਟ ਪਹਿਲਾਂ ਸ਼ੇਅਰ ਹੋਈ, ਇੱਕ ਵੀਡੀਓ ਹੋਰ ਨਾ 3-4 ਵੀਡੀਓ ਇਹਨਾਂ ਨੇ ਸ਼ੇਅਰ ਕੀਤੀਆਂ। ਪਹਿਲਾ ਪਾਰਟ 2 ਪਾਰਟ, ਪਹਿਲੇ ਪਾਰਟ 'ਚ ਇਹਨਾਂ ਨੇ ਕਿਹਾ ਕਿ ਸਿੰਘਾਂ ਨੇ ਝਾਟਾ ਛਕਾਇਆ ਹਿੰਦੁਸਤਾਨੀ ਮੋਦੀ ਦੇ ਪਤੰਦਰਾਂ ਨੂੰ, ਜੋ ਵੀ ਲਿਖਿਆ ਸੀਗਾ। ਤੇ ਜਦੋਂ ਥੱਲੇ ਕਮੈਂਟ ਆਉਣ ਲੱਗ ਪਏ ਕਿ ਤੁਸੀਂ ਗਲਤ ਹੋ ਵਿੱਚ ਥੋੜੇ ਬਹੁਤੇ, ਫਿਰ ਸੈਕਿੰਡ ਨੰਬਰ ਉਹਨਾਂ ਨੂੰ ਕਹਿਤਾ ਕਿ ਇਹਨਾਂ ਨੇ ਸ਼ੁਰੂ ਕੀਤਾ। ਤੀਜੇ ਨੰਬਰ ਲੇਟੈਸਟ ਹੁਣ 25 ਸਕਿੰਟ ਦੀ ਜਿਹੜਾ ਮੁੰਡਾ ਐਨਕਾ ਵਾਲੇ ਥੱਪੜ ਮਾਰਨ ਡਿਆ ਸੀ ਇੱਕ ਦਾੜੇ ਵਾਲਾ, ਉਹ 30 ਸਕਿੰਟ ਦਾ ਕਲਿੱਪ ਹੁਣੇ ਸ਼ੇਅਰ ਹੋਇਆ। ਮੈਂ 30 ਮਿੰਟ ਪਹਿਲਾਂ ਵੇਖਿਆ, ਅੱਧਾ ਘੰਟਾ ਪਹਿਲਾਂ। ਉਹ ਦੋ ਮੁੰਡੇ ਨਾ ਝੰਡਾ ਚੱਕ ਕੇ ਲਿਆਉਂਦੇ ਨੇ ਉਹਦਾ, ਇੰਡੀਆ ਹਿੰਦੁਸਤਾਨ ਦਾ, ਭੱਜਦੇ ਪਏ ਨੇ ਆਪਣੇ ਖਾੜਕੂ। ਉਹ ਮਗਰ ਭੱਜਦਾ ਪਿਆ ਤੇ ਥੱਲੇ ਲਿਖਿਆ ਕਿ ਸ਼ੁਰੂ ਇਹਨਾਂ ਨੇ ਕੀਤਾ, ਇੰਡੀਆ ਵਾਲਿਆਂ ਨੇ ਸ਼ੁਰੂ ਕੀਤਾ। ਝੰਡਾ ਤੁਸੀਂ ਚੱਕ ਕੇ ਉਹਨਾਂ ਤੋਂ ਲੈ ਕੇ ਭੱਜਦੇ ਪਏ ਹੋ, ਇਹਨੇ ਸ਼ੁਰੂ ਉਹਨਾਂ ਨੇ ਕੀਤਾ। ਕਿੱਡੀ ਬੇਵਕੂਫੀ। ਅੱਗੋਂ ਵੀਡੀਓ ਦੇਖਣ ਵਾਲੇ ਵੀ ਕਮੈਂਟ ਕਰਦੇ ਪਏ ਆ ਕਿ ਬੱਲੇ ਸ਼ੇਰੋ ਤੁਸੀਂ ਕਹਿੰਦੇ ਹਿੰਦੁਸਤਾਨ ਨੇ ਸ਼ੁਰੂ ਕੀਤਾ, ਹਿੰਦੁਸਤਾਨ। ਮੈਨੂੰ ਤਾਂ ਹਾਸਾ ਆਉਂਦਾ ਅਕਲ ਤੇ ਵੀ, ਥੱਲੇ ਕਮੈਂਟ ਕਰਨ ਵਾਲਿਆਂ ਦਾ ਵੀ ਖਾਲਿਸਤਾਨ 20 ਬੱਲੇ ਤੁਹਾਡੇ ਮਿੱਤਰੋ। ਚਲੋ ਭਾਜੀ ਸੁਣਦੇ ਰਹੇ ਆ। ਬਹੁਤ ਇੰਪੋਰਟੈਂਟ। ਥੈਂਕ ਯੂ। ਉਹ ਤਾਂ ਨਾ ਜੀ ਪਿੱਛੇ ਇੱਕ ਉਹ ਤੇਜਿੰਦਰ ਕੌਰ ਬੀਬੀ ਸੀਗੀ ਤੇ ਇੱਕ ਸੋਨੀਆ ਸੀ ਇਟਲੀ ਤੋਂ ਸ਼ਾਇਦ ਕਿੱਥੋਂ, ਉਹ ਦੋ ਬੀਬੀਆਂ ਮੁੜ ਕੇ ਰੜਕੀਆਂ ਨਹੀਂ, ਜਾਣੀ ਕਾਫੀ ਚਿਰ ਹੋ ਗਿਆ। ਉਹ ਲੱਗੀ ਸੀ ਇੱਕ ਵਾਰੀ ਏਦਾਂ ਝੰਡੇ ਨੂੰ ਅੱਗ ਲਾਉਣ ਆਪਣੇ ਕੋਠੇ ਤੇ ਖੜ ਕੇ ਏਦਾਂ, ਹਨਾ ਵੀ ਇਹਨਾਂ ਨੂੰ ਪੁੱਛੇ ਵੀ ਜਦੋਂ ਤੁਹਾਡੇ ਵਰਗਿਆਂ ਨੂੰ ਉੱਥੇ ਦਿੱਲੀ ਏਅਰਪੋਰਟ ਤੋਂ ਚੱਕਿਆ ਅਗਲੇ ਨੇ ਫੇਰੀ ਡਾਂਗ ਲਾਇਆ ਘੋਟਣਾ ਤੁਹਾਡੇ ਉੱਥੇ ਫੇਰਿਆ ਪਟਾ, ਫਿਰ ਤੁਸੀਂ ਏਦਾਂ ਦੀਆਂ ਨਾ ਜਦੋਂ ਹੁੰਦਾ ਫਿਰ ਨੰਗੀਆਂ ਹੋ ਕੇ ਤੇ ਢੂਹੀ ਦਿਖਾਲਣ ਲੱਗੀਆਂ ਹੁੰਦੀਆਂ ਵੀ ਦੇਖੋ ਜੀ ਅਣਮਨੁੱਖੀ ਤਸ਼ੱਦਦ ਕੀਤਾ ਤੁਸੀਂ। ਇਹ ਕਿੱਥੇ ਦੀ ਪ੍ਰਾਪਤੀ ਆ ਅਗਲੇ ਦਾ ਝੰਡਾ? ਹੁਣ ਕੋਈ ਬੰਦਾ ਸਾਡਾ ਝੰਡਾ ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਉਹਨਾਂ ਨੇ ਇਜਾਜ਼ਤ ਦੇ ਦਿੱਤੀ, ਜਿੱਥੇ ਐਮਬੈਸੀ ਦੇ ਵਿੱਚ ਇੰਡੀਆ ਦਾ ਝੰਡਾ ਲੱਗਾ ਆ, ਇੱਕ ਐਮਬੈਸੀ ਆ ਨਿਊਜ਼ੀਲੈਂਡ ਦੇ ਵਿੱਚ, ਤੇ ਗੁਰਦੁਆਰੇ ਹੁਣੇ ਸਾਡੇ 50, ਹਰੇਕ ਗੁਰਦੁਆਰੇ ਦੇ ਬਾਹਰ ਸਾਡਾ ਝੰਡਾ ਲੱਗਾ ਆ, ਹਨਾ। ਹੁਣ ਅਗਲੇ ਨੂੰ ਕਿਤੇ ਦੁਨੀਆ ਦੇ ਵਿੱਚ ਅਸੀਂ ਇਦਾਂ ਨਹੀਂ ਸੁਣਿਆ ਹੋਣਾ ਕਿ ਜਦੋਂ ਇੰਦਰਾ ਗਾਂਧੀ ਮਾਰੀ ਆ ਤੇ ਉਹਨੀ ਐਮਬੈਸੀਆਂ ਵਾਲਿਆਂ ਨੇ ਗੁਰਦੁਆਰੇ ਦੇ ਬਾਹਰ ਜਾ ਕੇ ਝੰਡੇ ਸਾੜੇ ਹੋਣ ਸਾਡੇ। ਇੰਡੀਆ ਤੋਂ ਬਾਹਰ ਕਿਸੇ ਵੀ ਮੁਲਕ ਦੇ ਵਿੱਚ ਉਸ ਵੇਲੇ ਇਦਾਂ ਦਾ ਰੌਲਾ ਇਦਾਂ ਨਹੀਂ ਸੁਣਿਆ। ਹਿੰਦੂਆਂ ਨੇ ਸਿੱਖਾਂ ਦੇ ਗੁਰਦੁਆਰਿਆਂ ਨੂੰ ਬਾਹਰਲੇ ਮੁਲਕਾਂ 'ਚ ਘੋਗਾਂ ਲਾਤੀਆਂ ਹੋਣ ਜਾਂ ਕੁਛ ਹੋਇਆ ਹੋਵੇ, ਹਨਾ। ਹੁਣ ਜਦੋਂ ਉੱਥੇ ਦੀ ਘਟਨਾ ਹੁੰਦੀ ਆ ਸਾਨੂੰ ਕਿਉਂ ਇਹ ਗੱਲ ਬਾਰ-ਬਾਰ ਭੁੱਲ ਜਾਂਦੀ ਆ ਕਿ ਅਸੀਂ ਉਹ ਗੁਲਾਮ ਬਿਰਤੀ ਵਾਲੇ ਲੋਕਾਂ ਦੇ ਗੁਲਾਮ ਹੋਣ ਨੂੰ ਪ੍ਰਵਾਨ ਲਿਆ ਸੀ 47 ਦੇ ਵਿੱਚ। ਜਿਹੜੀ ਉਹ ਗਲਤੀ ਕੀਤੀ ਆ ਉਹਦੇ ਫੈਸਲੇ ਜਿਹੜਾ ਲਿਆ ਸੀ ਉਹਦਾ ਭੁਗਤਾਨ ਵੀ ਤਾਂ ਕਰਨਾ ਪੈਣਾ ਸਾਨੂੰ। ਅਗਸਤ 47 ਦੇ ਵਿੱਚ ਹੀ ਉਹਨਾਂ ਨੇ ਜਦੋਂ ਪਾਕਿਸਤਾਨ ਚੋਂ ਅਸੀਂ ਆਏ ਆ ਤੇ ਸਾਨੂੰ ਇਹ ਸੁਨੇਹਾ ਦੇ ਦਿੱਤਾ ਸੀ, ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਇਹ ਸਰਕੂਲਰ ਕੱਢਿਆ ਗਿਆ ਹੋਮ ਮਿਨਿਸਟਰ ਵੱਲੋਂ ਕਿ ਇਹ ਜਿਹੜੇ ਲੋਕ ਆ ਰਹੇ ਆ ਪੱਗਾਂ ਵਾਲੇ, ਦਾੜੀਆਂ ਵਾਲੇ, ਸਿੰਘਾਂ ਵਾਲੇ, ਇਹ ਜਰਾਇਮ ਪੇਸ਼ਾ ਆ, ਪੇਸ਼ੇ ਵਜੋਂ ਜ਼ੁਲਮ ਕਰਨੇ ਵਾਲੇ ਲੋਕ ਆ। ਉਹ ਹੁੰਦੇ ਆ ਜਿਹੜੇ ਫਰੋਤੀਆਂ ਲੈਂਦੇ ਆ, ਲੁੱਟਾਂ ਖੋਹਾਂ ਕਰਦੇ ਆ, ਠੀਕ ਆ।
ਪਈ ਇਸ ਤਰੀਕੇ ਨਾਲ ਅਸੀਂ ਨਾ ਕਦੇ ਹੁਣ ਤਾਈਂ ਸਮਝੇ ਆ ਤੇ ਨਾ ਕੋਸ਼ਿਸ਼ ਕੀਤੀ ਆ। ਅੱਗੇ ਜਿੰਨੀ ਕੁ ਇਹ ਜਿਹੜੀ ਗੱਲ ਆ ਇਹਨੂੰ ਵਿਚਾਰੀਏ ਉਨਾ ਹੀ ਥੋੜਾ ਆ, ਬਾਕੀ ਤਾਂ ਜੋ ਇਹ ਬੰਦੇ ਕਰਦੇ ਹੀ ਆ। ਠੀਕ ਹੈ ਜੀ, ਮੁਜ਼ਾਹਰਿਆਂ ਦੇ ਲਈ ਬੜਾ ਜ਼ਰੂਰੀ ਆ ਸਾਡੇ ਲਈ। ਅਸੀਂ ਜਿਹੜੀਆਂ ਵੀ ਗੱਲਾਂ ਇਹ ਕਹੀਆਂ ਜਾ ਰਹੀਆਂ ਆ ਉਹਨਾਂ ਨੂੰ ਅੱਗੇ ਤੋਂ ਸਮਝ ਕੇ ਸੰਭਲ ਕੇ ਚੱਲੀਏ, ਨਹੀਂ ਤਾਂ ਨੁਕਸਾਨ ਜਿਹੜਾ ਆ ਸਾਡਾ ਆਪਣਾ ਤਾਂ ਹੋਣਾ ਹੀ ਆ, ਸਾਡੇ ਨਾਲ ਜਿਹੜੀ ਕੌਮ ਆ, ਸਮੁੱਚੀ ਕੌਮ ਆ, ਉਹਨਾਂ ਦਾ ਵੀ ਹੋਣਾ ਆ। ਕਿਉਂਕਿ ਇਹ ਗੱਲਾਂ ਸਾਨੂੰ ਪ੍ਰਭਾਸ਼ਿਤ ਕਰ ਦੇਣੀਆਂ ਆ। ਜਦੋਂ ਇਦਾਂ ਦੀ ਕੋਈ ਗੱਲ ਵਾਪਰਦੀ ਆ ਉਹਦੇ ਲਈ ਸਾਨੂੰ ਔਖਾ ਹੋ ਜਾਂਦਾ ਫਿਰ। ਠੀਕ ਹੈ ਜੀ, ਸਾਡੇ ਨਾਲ ਇੱਕ ਸਰੋਤੇ ਹੋ ਰਿਹਾ 0107 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਭਾਈ ਸਤਿ ਸ਼੍ਰੀ ਅਕਾਲ, ਮੈਂ ਮਨਪ੍ਰੀਤ ਬੋਲ ਰਿਹਾ ਜੀ ਬਰੈਂਪਟਨ ਤੋਂ। ਹਾਂਜੀ। ਔਰ ਅੱਛਾ, ਮੈਂ ਨਾ ਭਾਈ ਮੈਂ ਤਾਂ ਬਸ ਥੋੜੀ ਹਲਕੀ ਫੁਲਕੀ ਦੀ ਗੱਲ ਕਰਨੀ ਸੀ ਵੀ ਜੀਤੇ ਬਾਰੇ। ਤੁਹਾਨੂੰ ਭਾਈ ਏਦਾਂ ਨਹੀਂ ਲੱਗਦਾ ਕਿ ਦੇਖੋ ਨਾ ਤਾਂ ਉਹਦਾ ਕੋਈ ਵਾਸਤਾ ਨਹੀਂ ਟਕਸਾਲ ਨਾਲ, ਨਾ ਕਿਸੇ ਬ੍ਰਹਮ ਗਿਆਨੀ ਨਾਲ, ਕਿਸੇ ਨਾਲ ਨਹੀਂ, ਉਹਨੂੰ ਆਪਣੀ ਖਲ ਬਚਾਉਣ ਦੀ ਅੱਗ ਲੱਗੀ ਹੋਈ ਹੈ। ਹਨਾ ਲੱਗਦਾ ਨਹੀਂ ਵੀ ਉਹਨੂੰ ਇੱਕ ਏਦਾਂ ਦਾ ਬੰਦਾ ਜਿਹੜਾ ਅੱਜ ਤੋਂ ਸਾਲ ਪਹਿਲਾਂ, ਮੈਨੂੰ ਨਹੀਂ ਲੱਗਦਾ ਭਾਜੀ ਇਹਨੇ ਕਦੀ ਹੱਥ 'ਚ ਗੁਟਕਾ ਫੜਿਆ ਹੋਣਾ ਹਨਾ। ਇਹਨੂੰ ਕੀ ਪਤਾ ਕਿਸੇ ਨਾ ਕਿਸੇ ਇਤਿਹਾਸ ਬਾਰੇ, ਸਿੱਖ ਇਤਿਹਾਸ ਦੇ ਬਾਰੇ ਲੈ ਕੇ ਮੈਂ ਚੰਗਰਾ ਮਾਰਨ ਲੱਗ ਪੈਂਦਾ, ਇਹਨੂੰ ਕੀ ਪਤਾ ਹੋਣਾ ਭਾਜੀ ਹਨਾ। ਉਹਨੂੰ ਆਪਣੀ ਬਸ ਉਹ ਜਿੱਦਾਂ ਉਦੋਂ ਇੱਕ ਦੋ ਵੀਡੀਓ ਸ਼ੇਅਰ ਹੋ ਗਈਆਂ ਇਹਦੀਆਂ ਹਨਾ, ਵੀ ਉਹਨੂੰ ਹੁਣ ਇਹ ਲੱਗਿਆ ਹੋਇਆ ਵੀ ਕਿਹੜੀ ਘੜੀ ਮੈਂ ਕਿਸੇ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾ ਲਾ, ਆਪਣਾ ਆਪ ਬਚਾ ਲਾ। ਕਿੱਦਾਂ ਲੱਗਿਆ ਹੋਇਆ ਉਹ ਰੌਲਾ ਪਾਉਣ, ਨਾ ਕੋਈ ਅਕਲ ਨਾ ਕੋਈ ਸ਼ਕਲ, ਨਾ ਤੇਰੀ ਕੋਈ ਲੈਣ ਨੀ ਕੋਈ ਦੇਣ ਨੀ, ਔਰ ਲੈ ਕੇ ਕਿਹਨਾਂ ਨੂੰ ਆਉਂਦਾ ਉਹ ਸਰਪੰਚ ਵਰਗਿਆਂ ਨੂੰ। ਨਹੀਂ ਗੱਲਾਂ ਸਾਬਤ ਕਰਨ ਲੱਗੇ ਹੋਏ ਆ। ਪਤਾ ਹੀ ਆ ਵੀਰੇ, ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗੀ। ਪਰ ਜਦੋਂ ਗੱਲ ਇਹ ਆ ਵੀ ਜਦੋਂ ਜਿਹੜਾ ਬੰਦਾ ਨਾ ਕਿਸੇ ਦੇ ਹੱਕ ਵਿੱਚ ਬੋਲਦਾ, ਜੇ ਤੁਸੀਂ ਉਹਨੂੰ ਝੁਠਲਾਉਂਦੇ ਨਹੀਂ, ਹਾਂਜੀ ਬਿਲਕੁਲ ਸਹੀ ਗੱਲ ਤੁਹਾਡੀ, ਤਾਂ ਤੁਸੀਂ ਕਦੇ ਵੀ ਇਹ ਨਹੀਂ ਫਿਰ ਕਹਿ ਸਕਦੇ ਵੀ ਇਹਦੇ ਉਹਦੇ ਨਾਲ ਸੰਬੰਧ ਨਹੀਂ ਹੈਗੇ। ਨਹੀਂ ਇਹ ਗੱਲ ਅਗਰ ਜਦੋਂ ਤੱਕ ਅਸੀਂ ਉਹਨੂੰ ਮਤਲਬ ਕਿ ਉਹਦੇ ਵਿਰੋਧ ਚ ਨਹੀਂ ਖੜਦੇ ਹਨਾ, ਤੇ ਫਿਰ ਅਸੀਂ ਉਹਦੇ ਹੱਕ ਚ, ਫਿਰ ਆਪਾਂ ਇੱਕ ਹਿਸਾਬ ਉਹਦੇ ਹੱਕ ਚ ਭੁਗਤਦੇ ਆ ਜੇ ਆਪਾਂ ਉਹਦੇ ਵਿਰੋਧ ਚ ਨਹੀਂ ਖੜਦੇ ਤਾਂ। ਸਹੀ ਗੱਲ। ਮੈਂ ਇਹ ਇੱਕ ਤਾਂ ਮੈਂ ਵੈਸੇ ਸਧਾਰਨ ਗੱਲ ਕਰਦਾ ਸੀ ਵੀ ਕੀ ਵੈਸੇ ਉਹਨੂੰ ਲੱਗਦਾ ਦੇਖ ਕੇ ਵੀ ਹਾਂ ਇਹਨੂੰ ਕੋਈ ਸਿੱਖ ਧਰਮ ਦਾ ਗਿਆਨ ਹੋਊਗਾ ਜੀ? ਨਹੀਂ, ਉਹ ਚੀਜ਼ ਉਹ ਤਾਂ ਠੀਕ ਹੈ ਵੀਰੇ। ਅਸੀਂ ਜੇ ਨਾ ਅਸੀਂ ਵਿਰੋਧੀ ਬਾਰੇ ਅਸੀਂ ਇਹ ਪੈਂਤੜਾ ਲਵਾਂਗੇ, ਫਿਰ ਸਾਨੂੰ ਜਿਹੜਾ ਦੇਖਣੇ ਵਾਲਾ ਨਾ, ਜਿਹੜਾ ਸਿਆਣਾ ਸਰੋਤਾ ਆ, ਉਹ ਕਹੂਗਾ ਵੀ ਗੱਲ ਤਾਂ ਠੀਕ ਹੈ ਤੁਹਾਡੀ, ਕਿਉਂਕਿ ਦਿਮਾਗ ਵਾਲਾ ਬੰਦਾ ਫਿਰ ਇਦਾਂ ਕੰਮ ਕਰਦਾ, ਉਹ ਕਹਿੰਦਾ ਗੱਲ ਤੁਹਾਡੀ ਠੀਕ ਆ। ਫਿਰ ਜੇ ਇਦਾਂ ਆ ਫਿਰ ਤੁਸੀਂ ਵਿਚਾਰ ਕਾਹਤੇ ਕਰਦੇ ਉਹਦੇ ਬਾਰੇ? ਹਾਂ ਨਹੀਂ ਇਹ ਵੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ, ਕਿਉਂਕਿ ਅਸੀਂ ਆਪਣੀ ਪ੍ਰੋਸੀਕਿਊਸ਼ਨ ਕਾਹਤੇ ਕਰਦੇ ਆ? ਨਹੀਂ ਕਰਨੀ ਚਾਹੀਦੀ ਅਸੀਂ ਇੱਕ ਤਾਂ ਬਸ ਹਾਂ ਉਹੀ ਗੱਲ। ਹਾਂਜੀ, ਕਿਉਂਕਿ ਜਿਹੜਾ ਬੰਦਾ ਸਾਡਾ, ਜਿਹੜੀ ਧਿਰ ਸਾਡਾ ਨੁਕਸਾਨ ਕਰ ਰਹੀ ਆ, ਕੋਈ ਬੰਦਾ ਉਹਨਾਂ ਦਾ ਬੁਲਾਰਾ ਹੋ ਕੇ ਬੋਲਣ ਲੱਗਾ, ਜਿਸ ਬਹਾਨੇ ਨਾਲ ਅਸੀਂ ਉਹਨਾਂ ਦੀਆਂ ਗੱਲਾਂ ਵਿਚਾਰ ਰਹੇ ਹਾਂ। ਹਾਂਜੀ, ਤੇ ਹੁਣ ਅਸੀਂ ਕਹੀਏ ਵੀ ਨਹੀਂ ਜੀ ਇਹ ਬੰਦਾ ਉਹਨਾਂ ਦਾ ਨਹੀਂ ਹੈਗਾ। ਹਾਂਜੀ, ਫਿਰ ਅਗਲਾ ਕਹੂਗਾ ਫਿਰ ਤੁਸੀਂ ਵਿਚਾਰ ਕਾਹਤੇ ਕਰਦੇ ਆ? ਬਿਲਕੁਲ ਠੀਕ ਹੈ। ਤੁਹਾਡੀ ਗੱਲ ਜੇ ਮੰਨ ਲਈਏ ਫਿਰ ਤਾਂ ਟਕਸਾਲ ਸੁਰਖਰੂ ਹੋ ਗਈ। ਨਹੀਂ ਆਪਾਂ ਤਾਂ ਗੱਲ ਕਰਨੀ ਹੈ ਜੀ, ਆਪਾਂ ਛੱਡਣਾ ਨਹੀਂ ਇਹਨਾਂ ਨੂੰ। ਨਹੀਂ ਬਸ ਅਸੀਂ ਇਹ ਕਾਹਤੇ ਕਹਿੰਦੇ ਵੀ ਉਹਨਾਂ ਦਾ ਬੰਦਾ ਨਹੀਂ ਹੈਗਾ? ਕਿਉਂਕਿ ਉਹਨਾਂ ਨੂੰ ਤਾਂ ਮੌਜ ਆ, ਬੰਦਾ ਬੋਲ ਰਿਹਾ ਆ, ਉਹ ਉਹਨਾਂ ਦਾ ਫਾਇਦਾ ਕਰ ਜਾਊਗਾ ਤੇ ਉਹਨੇ ਫਾਇਦਾ ਲਈ ਜਾਣਾ ਆ। ਜਿੱਦਣ ਉਹਨਾਂ ਨੂੰ ਲੱਗਿਆ ਵੀ ਜੀਤਾ ਨੁਕਸਾਨ ਕਰਨ ਲੱਗਾ, ਉਹਨੇ ਕਹਿਣਾ ਸਾਡਾ ਥੋੜੋ ਸੀ, ਉਹਨੇ ਪਾਸੇ ਕਰ ਦੇਣਾ। ਤੇ ਉਹੀ ਅਸੀਂ ਕਹੀ ਜਾਂਦੇ ਆ ਵੀ ਉਹਨਾਂ ਦਾ ਥੋੜੋ ਆ। ਬਿਲਕੁਲ ਹਾਂ, ਨਹੀਂ ਹੈਗਾ ਤਾਂ ਉਹਨਾਂ ਦਾ ਪੱਕਾ ਹੀ ਉਹਨਾਂ ਦਾ। ਪਰ ਮੈਂ ਇੱਕ ਗੱਲ ਕਰਦਾ ਵੀ ਦੇਖੋ ਉਹ ਕਿੱਦਾਂ ਚੀਕਾਂ ਮਾਰਦਾ ਬੰਦਾ, ਮੈਨੂੰ ਕਦੀ ਕਿਸੇ ਚੀਜ਼ ਦਾ ਗਿਆਨ ਵੀ ਹੋਊਗਾ। ਨਹੀਂ ਉਹ ਤੁਸੀਂ ਉਹਨਾਂ ਦਾ ਹੀ ਹੈ ਜੀ, ਇਹ ਤਾਂ ਕੋਈ ਸ਼ੱਕ ਹੀ ਨਹੀਂ ਭਾਜੀ। ਉਦਾਂ ਦੀ ਸੋਚ ਸਿਰਫ ਉਹੀ ਬੰਦਾ ਸੋਚ ਸਕਦਾ ਹੈ ਜਿਹੜਾ ਉਹਨਾਂ ਦੇ ਨਾਲ ਦਾ ਹੈ, ਜਿਹੜਾ ਉਹਨਾਂ ਵਰਗਾ ਹੈ। ਨਹੀਂ ਜੀ, ਇੰਨੀਆਂ ਵੀਡੀਓ ਕੱਢੀਆਂ, ਉਹਨੇ ਇੰਨਾ ਕੁਛ ਬੋਲਿਆ, ਜੇ ਅਸੀਂ ਕਹਾਂਗੇ ਵੀ ਉਹ ਮੰਨ ਲਊਗਾ ਵੀ ਉਹਨੂੰ ਪਤਾ ਨਹੀਂ ਕੁਛ। ਇਹੀ ਗੱਲ ਉਹ ਸਾਡੇ ਬਾਰੇ ਸੋਚ ਰਹੇ ਆ। ਜਿਹੜੀ ਗੱਲ ਤੁਸੀਂ ਕਹਿੰਦੇ ਨਾ ਵੀ ਤੁਹਾਨੂੰ ਦੇਖ ਕੇ ਲੱਗਦਾ ਵੀ ਉਹਨੂੰ ਕੁਛ ਪਤਾ ਹੋਊਗਾ, ਉਹ ਸਾਡੇ ਬਾਰੇ ਇਦਾਂ ਕਹਿੰਦੇ ਆ। ਤੇ ਦੇਖੋ ਜੀ, ਨਾ ਕੋਈ ਜਥੇਦਾਰ ਇਹਨਾਂ ਦਾ, ਕੌਮ ਦਾ ਕੋਈ ਬੰਦਾ ਨਹੀਂ ਇਹਨਾਂ ਦੇ ਨਾਲ, ਕੋਈ ਇਹਨਾਂ ਦੀ ਜਥੇਬੰਦੀ ਨਹੀਂ ਹੈਗੀ ਹਨਾ, ਵੀ ਆਪੇ ਹੀ 3-4 ਕਮਰੇ 'ਚ ਬੈਠ ਕੇ ਬੋਲੀ ਜਾਂਦੇ ਆ। ਇਹਨਾਂ ਨੂੰ ਕੀ ਪਤਾ ਕੌਮ ਦੇ ਬਾਰੇ? ਮੈਂ ਨਾ ਭਾਜੀ ਅੱਗੇ ਵੈਸੇ
ਆ ਵੀ ਮੈਂ ਗੱਲ ਇੱਕ ਖਾਤੇ 'ਚ ਕਰਨ ਲੱਗਾ। ਮੈਂ ਕਿਹਾ ਅੱਜ ਮੈਂ ਨਾ ਉਹ ਸੁਣਦਾ ਪਿਆ ਜਿਹੜਾ ਆਪਣਾ ਪਿਛਲਾ ਪ੍ਰੋਗਰਾਮ ਗਿਆ ਸੀ, ਉਹਦੇ ਵਿੱਚ ਉਹ ਕਹਿੰਦਾ ਨਹੀਂ ਆਪਣਾ ਕੀ ਨਾਮ ਉਹਦਾ ਜਿਹੜਾ ਇਹਨਾਂ ਦਾ ਸਰਪੰਚ ਹੈ ਵੀ ਇਹ ਇਹਨਾਂ ਦੇ ਨਾਲੋਂ ਸਿੰਘ ਤੇ ਕੌਰ ਵੀ ਇਹਨਾਂ ਨੂੰ ਆਪਣੇ ਨਾਲ ਨੂੰ ਕੱਟ ਲੈਣਾ ਚਾਹੀਦਾ। ਉਹ ਮੈਂ ਕਿਹਾ ਤੂੰ ਸਿੰਘ ਤੇ ਕੌਰ ਕੱਟਣ ਨੂੰ ਫਿਰਦਾ, ਅਸੀਂ ਸ਼੍ਰੀ 1008 ਸੰਤ ਬਾਬਾ ਜਰਨੈਲ ਜਥੇਦਾਰ ਨਾਲ ਲਾਇਆ ਕਰਨਾ, ਆਪਣੇ ਨਾਂ ਦੇ ਨਾਲ ਲਾਇਆ ਕਰਨਾ, ਤੂੰ ਉਹੀ ਕੱਟਣ ਨੂੰ ਫਿਰਦਾ। ਕਿੱਦਾਂ ਭਾਈ ਆਪਣਾ ਹੱਕ ਜਤਾਉਂਦੇ ਆ ਚੀਜ਼ਾਂ ਤੇ ਵੀ ਜਿਹੜਾ ਸਿੰਘ ਹੈ ਤੇ ਕੌਰ ਹੈ ਅਸੀਂ ਲਾ ਸਕਦੇ ਹਾਂ, ਕਿਉਂ? ਕਿਉਂਕਿ ਅਸੀਂ ਟਕਸਾਲ ਦੇ ਬੰਦੇ ਆ। ਨਹੀਂ ਉਹ ਅਸੀਂ ਹੱਕ ਦੇ ਦਿੱਤੇ ਉਹਨਾਂ ਨੂੰ ਵੀਰਾ, ਇੰਨੀਆਂ ਸਦੀਆਂ ਤੋਂ ਉਹ ਜਿਹੜੀ ਵੀ ਗੱਲ ਉਹਨੇ ਕਹੀ ਆ ਅਸੀਂ ਉਦਾਂ ਹੀ ਡਰਾਈਵ ਕਰਦੇ ਰਹੇ, ਅਸੀਂ ਮੰਨਦੇ ਆਏ ਆ। ਉਹਨੇ ਕਹਿ ਦਿੱਤਾ ਵੀ ਸਰਕਾਰ ਧੱਕਾ ਕਰਦੀ ਆ, ਅਸੀਂ ਸਰਕਾਰ ਨੂੰ ਗਾਲਾਂ ਕੱਢਣ ਲੱਗ ਪਏ। ਉਹਨੇ ਕਹਿ ਦਿੱਤਾ ਵੀ ਇਲੈਕਸ਼ਨ ਦਾ ਬਾਈਕਾਟ ਕਰਨਾ ਆ, ਅਸੀਂ ਵੋਟਾਂ ਹੀ ਨਹੀਂ ਪਾਉਣ ਗਏ ਘਰੋਂ। ਠੀਕ ਹੈ, ਉਹ ਉਹਨਾਂ ਦੀ ਚੱਲਦੀ ਆਈ ਆ। ਉਹਨੇ ਕਹਿ ਦਿੱਤਾ ਵੀ ਇਹ ਬ੍ਰਹਮ ਗਿਆਨੀ ਆ, ਅਸੀਂ ਮੱਥਾ ਟੇਕ ਦਿੱਤਾ ਉਹਨੂੰ। ਉਹ ਕਹਿੰਦੇ ਟਕਸਾਲ ਗੁਰੂ ਗੋਬਿੰਦ ਸਿੰਘ ਤੋਂ, ਉਹ ਕਹਿੰਦੇ ਟਕਸਾਲ ਗੁਰੂ ਗੋਬਿੰਦ ਸਿੰਘ ਤੋਂ ਚੱਲੀ ਆ, ਅਸੀਂ ਵੀ ਮੰਨ ਲਿਆ। ਉਹੀ ਆਦਤ ਪੈ ਗਈ ਉਹਨਾਂ ਨੂੰ। ਦੇਖੋ ਆਪਣੀਆਂ ਗੱਲਾਂ ਨੂੰ ਨਾ, ਤੇ ਹੁਣ ਇੱਕ ਪਾਸੇ ਜਦੋਂ ਇਹਨਾਂ ਦੀਆਂ ਸਾਖੀਆਂ ਕਹਿੰਦੀਆਂ ਜੀ ਗੁਰੂ ਨਾਨਕ ਦੇਵ ਜੀ ਉੱਥੇ ਗਏ ਆ ਜੀ ਬਨਾਰਸ, ਨਾ ਕਿੱਥੇ ਉੱਥੇ ਗਏ ਆ ਜੀ ਉਹਦੇ ਤੱਟ ਤੇ, ਉੱਥੇ ਜਿਹੜੇ ਪੰਡਤ ਸੀ ਜੀ ਉਹ ਸੂਰਜ ਨੂੰ ਪਾਣੀ ਦਿੰਦੇ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਮੂੰਹ ਖੇਤਾਂ ਨੂੰ ਕਰ ਲਿਆ। ਉਹ ਕਹਿੰਦੇ ਕਿੱਧਰ ਨੂੰ ਪਾਣੀ ਦਿੰਦੇ ਆ ਪੰਡਤ ਤੁਸੀਂ? ਉਹ ਕਹਿੰਦੇ ਇਹ ਕਿੱਧਰ ਨੂੰ ਕਰਨ ਲੱਗੇ? ਉਹ ਕਹਿੰਦੇ ਜੀ ਮੈਂ ਤਾਂ ਸੂਰਜ ਨੂੰ ਦਿੰਦਾ। ਉਹ ਕਹਿੰਦੇ ਸੂਰਜ ਤੇ ਪਾਣੀ ਪਹੁੰਚਦਾ? ਕਦੀ ਵੀ ਨਹੀਂ ਪਹੁੰਚਦਾ। ਉਹ ਕਹਿੰਦੇ ਤੇਰੇ ਖੇਤਾਂ 'ਚ ਪਹੁੰਚਦਾ ਨਹੀਂ। ਉਹ ਗੱਲ ਮੰਨਦੇ ਆ ਤੇ ਜਿਹੜੀਆਂ ਹੋਰ ਗੱਲਾਂ ਤਰਕਦੀਆਂ ਉਹਨੂੰ ਜਿਹੜਾ ਉਹਨੂੰ ਮੰਨਦੇ ਨਹੀਂ। ਆਪਣੀ ਮਰਜ਼ੀ ਦਾ ਜਿਹੜੀ ਚੀਜ਼ ਆਪਣੇ ਤੇ ਡਿਪੈਂਡ ਕਰਦੀ ਆ ਉਹਨੂੰ ਆਪਣੇ ਸੂਟ ਕਰਦੀ ਆ ਉਹਨੂੰ ਮੰਨ ਲੈਂਦੇ ਆ, ਜਿਹੜੀ ਨਹੀਂ ਕਰਦਾ ਤਰਕ ਉਹਨੂੰ ਨਹੀਂ ਮੰਨਦੇ। ਨਹੀਂ ਗੁਰੂ ਸਾਹਿਬ ਤਾਂ ਸਾਰਿਆਂ ਦੇ ਸਾਂਝੇ ਹੋਏ ਆ ਨਾ। ਇੱਕ ਧਿਰ ਕਿੱਦਾਂ ਕਹਿ ਸਕਦੀ ਵੀ ਉਹਨਾਂ ਨੂੰ ਅਸੀਂ ਪ੍ਰਭਾਸ਼ਿਤ ਕਰਾਂਗੇ, ਉਹਨਾਂ ਬਾਰੇ ਸਾਖੀਆਂ ਬਾਰੇ ਅਸੀਂ ਹੀ ਲਿਖਾਂਗੇ ਵੀ ਕਿੱਦਾਂ ਹੋਈਆਂ ਆ, ਕਿੱਦਾਂ ਕਹਿਣੀਆਂ ਆ, ਜੋ ਅਸੀਂ ਸਾਡੀਆਂ ਕਿਤਾਬਾਂ 'ਚ ਲਿਖ ਦਿੱਤਾ। ਹੁਣ ਜਿਹੜੀ ਧਿਰ ਪੁਰਾਣੀ ਆ, ਜਿਹੜੀਆਂ ਉਹਦੀਆਂ ਕਿਤਾਬਾਂ ਲਿਖੀਆਂ ਹੋਈਆਂ ਆ, ਉਹ ਕਹਿੰਦੇ ਵੀ ਜਦੋਂ ਉਹਨਾਂ 'ਚ ਨਹੀਂ ਲਿਖਿਆ ਤੁਸੀਂ ਗੱਲ ਨਹੀਂ ਕਰ ਸਕਦੇ। ਹੁਣ ਜੇ ਅਸੀਂ ਹਿੰਮਤ ਕਰਕੇ ਕਹਾਂਗੇ, ਟੋਕਾਂਗੇ, ਠੀਕ ਹੈ, ਪਹਿਲੀ ਵਾਰ ਵਿਰੋਧ ਹੋਊਗਾ, ਦੂਜੀ ਵਾਰ ਹੋਊਗਾ, ਏਦਾਂ ਲਗਾਤਾਰ ਲੱਗੇ ਰਹੀਏ। ਹੁਣ ਇਹ ਥੋੜਾ ਵੀ ਟਕਸਾਲੀਆਂ ਨੇ ਮਾਰਿਆ ਦਬਕਾ ਪੇ ਹਰਨੇਕ ਤੂੰ ਜਾਪ ਸਾਹਿਬ ਨਹੀਂ ਕਰਦਾ ਤੇ ਮੈਂ ਵੀਡੀਓ ਬਣਾ ਕੇ ਪਾਉਣ ਲੱਗ ਪਵਾਂ ਪਿਆ ਦੇਖ ਲਓ। ਨਹੀਂ ਆਪਾਂ ਕਰਨਾ ਨਹੀਂ ਭਾਜੀ। ਤੁਸੀਂ ਚਲੋ ਦੇਖੋ ਤੁਹਾਡਾ ਤੁਸੀਂ ਜਰੀਆ ਬਣੇ ਹੋ, ਮਹਾਰਾਜ ਸੁੱਖ ਰੱਖੇ। ਏਦਾਂ ਹੀ ਆਪਾਂ ਨੂੰ ਸਾਰਿਆਂ ਨੂੰ ਏਦਾਂ ਹੀ ਮਤਲਬ ਕਿ ਇੱਕ એનર્ਜੀ ਆਪਣੇ ਤੋਂ ਡਰਾਈਵ ਹੋਵੇ। ਅਸੀਂ ਕਰਨਾ ਜੀ ਇਹਨਾਂ ਨੂੰ ਬਿਲਕੁਲ ਕੱਚੇ ਲਾ ਕੇ ਛੱਡਣਾ ਇਹਨਾਂ ਨੂੰ। ਇਹਨਾਂ ਨੂੰ ਇਹ ਗੱਲ ਅਹਿਸਾਸ ਚੰਗੀ ਤਰ੍ਹਾਂ ਕਰਵਾਉਣੀ ਆ ਕਿ ਜਿਹਨੂੰ ਤੁਸੀਂ ਪੰਥ ਕਹਿੰਦੇ ਹੋ ਇਕੱਲੇ ਤੁਸੀਂ ਨਹੀਂ। ਬਸ ਇਹਨਾਂ ਦੀ ਕੌਮ ਨੂੰ ਅਸੀਂ ਕੌਮ ਨਹੀਂ ਮੰਨਦੇ, ਅਸੀਂ ਇਹਨਾਂ ਦੀ ਪੰਥ ਕੌਮ ਨੂੰ ਤਾਂ ਕੀ, ਅਸੀਂ ਤਾਂ ਇਹ ਵੀ ਨਹੀਂ ਮੰਨਦੇ ਵੀ ਟਕਸਾਲ ਗੁਰੂ ਗੋਬਿੰਦ ਸਿੰਘ ਤੋਂ ਚੱਲੀ ਆ। ਗੁਰੂ ਗੋਬਿੰਦ ਸਿੰਘ ਚੱਲੀ ਹੋਈ ਹੈ, ਨਹੀਂ ਜੀ ਬਿਲਕੁਲ ਨਹੀਂ ਮੰਨਦੇ ਆਪਾਂ ਤਾਂ, ਬਿਲਕੁਲ। ਔਰ ਭਾਜੀ ਜਿਹੜਾ ਹੁਣ ਤੁਸੀਂ ਕਿੰਨੀ ਵਾਰੀ ਇਹ ਗੱਲ ਕਹਿਤੀ ਹੈ ਹਨਾ, ਚਲੋ ਵੀ ਜੇ ਤੁਸੀਂ ਕਹਿੰਦੇ ਆ ਵੀ ਤੁਹਾਡੀ ਟਕਸਾਲ ਗੁਰੂ ਹਨਾ ਉਹਨਾਂ ਤੋਂ ਚੱਲੀ ਹੋਈ ਹੈ, ਉਹ ਕਿਤੇ ਦਾ ਇਹਦਾ ਪ੍ਰੂਫ ਦਿਖਾ ਦਿਓ ਹਨਾ। ਤੁਸੀਂ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਉਹਨਾਂ ਨੇ ਆਪਣਾ ਇਤਿਹਾਸ ਸਾਰਾ ਹੈ, ਉਹ ਇਹ ਜਿਹੜੀਆਂ ਮੇਨ ਗੱਲਾਂ ਉਹ ਲਿਖਣੇ ਭੁੱਲ ਗਏ ਜੀ। ਨਹੀਂ ਭੁੱਲੇ ਉਹ ਨਹੀਂ ਹੈਗੇ। ਆਪਣੀ ਲਾਈਫ ਦੇ ਵਿੱਚ ਜੇ ਕੋਈ ਬੰਦਾ ਆਪਣੀ ਲਾਈਫ ਦੇ ਵਿੱਚ ਬਾਇਓ ਲਿਖਦਾ, ਮੰਨ ਲਓ ਹੁਣ ਤੁਸੀਂ ਆਪਣੀ ਜੇ ਹਨਾ ਤੁਸੀਂ ਕੱਲ ਨੂੰ ਆਪਣੀ ਬਾਇਓਗ੍ਰਾਫੀ ਲਿਖਦੇ ਹੋ, ਤੁਸੀਂ ਇਹ ਗੱਲ ਜ਼ਰੂਰ ਲਿਖੋਗੇ ਵੀ ਮੈਂ ਹਨਾ ਏਦਾਂ ਅਸੀਂ ਇੱਕ ਰੇਡੀਓ ਖੋਲਿਆ ਕਰਦੇ ਸੀਗੇ ਤੇ ਗੁਰੂ ਸਾਹਿਬ ਨੇ ਆਪਣੀ ਬਾਇਓ ਲਿਖੀ ਆ ਤੇ ਉਹ ਇਹ ਗੱਲਾਂ ਲਿਖਣੀਆਂ ਭੁੱਲ ਗਏ ਜੀ। ਨਹੀਂ ਜੇ ਲਿਖੀ ਹੋਵੇ ਤਾਂ ਦੱਸਣ, ਉਹਨਾਂ ਨੂੰ ਤਾਂ ਪਤਾ ਆ, ਆਪ ਪਤਾ ਕਰਦੇ ਆ। ਮੰਨਦੇ ਆ ਜੀ ਟਕਸਾਲੀ ਵੀ ਇਹ ਹਿੰਦੂ ਗ੍ਰੰਥਾਂ ਦਾ ਉਲੱਥਾ ਆ। ਬਿਲਕੁਲ ਉਹ ਤਾਂ ਉਹੀ ਨਾ ਗੱਲ ਹੈ ਨਾ ਜਿਹੜੀ ਆਪਣੀ ਮਰਜ਼ੀ ਨਾਲ ਕਹਿ ਦਿੰਦੇ ਅਸੀਂ ਹਿੰਦੂ ਨਹੀਂ ਆ, ਆਪਣੀ ਮਰਜ਼ੀ ਨਾਲ ਉਹਨਾਂ ਦੀ ਗੱਲਾਂ ਕਰਨ ਲੱਗ ਪੈਂਦੇ ਆ। ਉਹ ਤਾਂ ਅਗਲੇ ਕਹਿੰਦੇ ਵੀ ਗੁੰਡਾਗਰਦੀ ਆ ਸਾਡੀ ਚੱਲਦੀ ਆਈ, ਅਸੀਂ ਤਾਂ ਇਦਾਂ ਹੀ ਚਲਾਉਣੀ, ਅਸੀਂ ਤਾਂ ਇਦਾਂ ਹੀ ਕਹਿਣਾ ਆ ਵੀ ਨਹੀਂ ਗੁਰੂ ਦਾ ਗ੍ਰੰਥ ਆ ਇਹ, ਇਹਨੂੰ ਮੰਨੋ। ਬਸ ਕੋਈ ਗੱਲ ਨਹੀਂ ਜੀ, ਫਿਰ ਹੁਣ ਇਹਨਾਂ ਨੂੰ ਦੱਸਾਂਗੇ ਵੀ ਕਿੱਦਾਂ ਹੁੰਦਾ ਫਿਰ ਕੰਮ। ਇਹ ਨਾ ਇਹ ਭਾਜੀ ਬੰਦੇ ਮੈਂ ਨਾ ਚਲੋ ਦੇਖੋ ਹੁਣ ਹਰ ਇੱਕ ਬੰਦਾ ਆਪਣੇ ਆਪ ਨੂੰ ਵੱਡਾ ਕਰਕੇ ਦੱਸਦਾ, ਇਹ ਸਮਝਦੇ ਵੀ ਇਹੀ ਗੁੰਡੇ ਨੇ ਜਾਂ ਇਹੀ ਬਦਮਾਸ਼ ਨੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਹਨਾ ਵੀ ਪਤਾ ਨਹੀਂ ਕਿ ਹਾਂ ਉਹ ਵੀ ਕਿਸ ਗੱਲ ਚੁੱਪ ਬੈਠਾ ਹੋਊਗਾ, ਉਹ ਵੀ ਇਕੱਲੇ ਤੁਸੀਂ ਨਹੀਂ ਇੱਥੇ ਹੈਗੇ ਬਦਮਾਸ਼, ਬੜੀ ਦੁਨੀਆ ਅੱਗੇ ਤੋਂ ਅੱਗੇ ਪਈ ਹੈ। ਨਹੀਂ ਲੋੜ ਹੀ ਨਹੀਂ ਜੀ ਕੁਛ ਵੀ ਕਰਨ ਦੀ, ਏਦਾਂ ਹੀ ਟੱਕਰਾਂਗੇ ਇਹਨਾਂ ਨੂੰ। ਹੁਣ ਅਸੀਂ ਇੰਨਾ ਕਹਿ ਦਈਏ ਵੀ ਭਾਈ ਨਹੀਂ ਤੁਹਾਨੂੰ ਅਸੀਂ ਰੱਬ ਤੋਂ ਚੱਲੇ ਹੋ ਨਹੀਂ ਮੰਨਦੇ, ਤੁਹਾਨੂੰ ਬ੍ਰਹਮ ਗਿਆਨੀ ਨਹੀਂ ਮੰਨਦੇ, ਕੰਮ ਕਰੋ ਜਾ ਕੇ ਆਪਣਾ। ਬਸ ਨਹੀਂ ਮੰਨਦੇ ਜੀ, ਨਾ ਮੰਨਿਆ ਅੱਗੇ ਮੰਨਦੇ ਸੀ ਜਿਹੜੇ ਮੰਨਦੇ ਸੀ, ਨਾ ਹੁਣ ਮੰਨਦੇ ਆ ਤੇ ਨਾ ਜੋ ਮਰਜ਼ੀ ਕਰ ਲੈਣ, ਜਿੱਥੇ ਮਰਜ਼ੀ ਕਰ ਲੈਣ। ਨਹੀਂ ਕੋਈ ਓਕੇ ਭਾਈ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਚਲੋ ਜੀ ਆਪਾਂ ਹੁਣ ਜਸਵਿੰਦਰ ਬੂਟ
ਹਾਂਜੀ ਠੀਕ ਹੈ ਜੀ, ਤੇ ਨਾਲ ਉਹਦੇ ਗੁਰਦੇਵ ਸਿੰਘ ਕਰਕੇ ਉਹ ਹੈ, ਉਹਨਾਂ ਨੂੰ ਵਿਚਾਰ ਲਈਏ। ਠੀਕ ਆ। ਤੇ ਉਹਦੇ ਚ ਜਿਹੜੀ ਗੱਲ ਕਰਦੇ ਸੀ ਵੀਡੀਓ ਦੀ, ਉਹਦਾ ਜਿਹੜਾ ਬੰਦਾ ਸਭ ਤੋਂ ਅੱਗੇ ਮੂਰੇ ਹੋ ਕੇ ਬੋਲਦਾ ਹੈ, ਪਗੜੀ ਵਾਲਾ ਜਿਹੜਾ ਬੰਦਾ, ਉਹ ਮੇਰੇ ਖਿਆਲ ਉਹੀ ਬੰਦਾ ਨਾ ਜਿਹੜਾ ਜਿਹਨੂੰ ਪੁਰਤਗਾਲ ਤੋਂ ਹਨਾ ਕਰਕੇ ਲਿਆਇਆ ਸੀਗਾ, ਤੇ ਇਹਨਾਂ ਨੂੰ ਪਤਾ ਨਹੀਂ ਲੱਗਿਆ, ਉਦੋਂ ਸਮਝ ਨਹੀਂ ਆਈ। ਨਹੀਂ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੂੰ ਸਮਝ ਆ ਗਈ ਆ ਵੀ ਇੱਕ ਵਾਰੀ ਫੜੇ ਜਾਣ ਨਾਲ ਲੱਖਾਂ ਡਾਲਰ ਲੱਖਾਂ ਪੌਂਡ ਇਕੱਠੇ ਹੋ ਗਏ। ਸਾਨੂੰ ਤਾਂ ਕੁੱਤੇ ਥਿਆ ਨਹੀਂ ਸੀ ਕੋਈ ਜਾਣਦਾ। ਠੀਕ ਆ, ਵੀ ਇੰਨੇ ਨਾਲ ਘੱਗੇ ਬਾਰੇ ਨਹੀਂ ਦੱਸਦੇ ਸੀ ਧੁੰਦੇ ਹੁਣੀ, ਜਦੋਂ ਪਿੱਛੇ ਉਹ ਗੱਲ ਹੋਈ ਹੈ ਤੇ ਕੇਸ ਪਿਆ ਉਹ ਰੱਖੜੀ ਵਾਲੀ ਗੱਲ ਦਾ, ਹਨਾ, ਵੀ ਉਹਨਾਂ ਨੇ ਉਤਾਰਾ ਲਵਾ ਦਿੱਤੀ ਭਾਵਨਾਵਾਂ ਭੜਕਾਉਣ ਦੀ। ਆਰਟੀਕਲ ਇਹਦਾ ਲਿਖਿਆ ਸੀ, ਸਪੋਕਸਮੈਨ ਪਤਾ ਨਹੀਂ ਕਿਹੜੀ ਅਖਬਾਰ ਚ ਲੱਗ ਗਿਆ ਸੀ ਉਦੋਂ, ਤੇ ਇਹਨੂੰ ਉਹ ਪੁਲਿਸ ਵਾਲਿਆਂ ਨਾਲ ਗੱਲ ਹੋਈ ਧੁੰਦੇ ਹੋਣਾ ਦੀ, ਉਹਨੇ ਕਿਹਾ ਵੀ ਤੁਸੀਂ ਏਦਾਂ ਘਰ ਨਾ ਰਹੋ। ਠੀਕ ਹੈ, ਨਹੀਂ ਪਰ ਇਹ ਪੁਲਿਸ ਨਾਲ ਗੱਲ ਹੋਈ ਆ ਵੀ ਤੁਸੀਂ ਘਰ ਨਾ ਰਹੋ, ਤੇ ਕੋਈ ਨਾ ਕੋਈ ਬੰਦਾ ਲੱਭ ਲਈਏ, ਵੀ ਜ਼ਮਾਨਤ ਦੀ ਤਿਆਰੀ ਕਰ ਲਈਏ, ਫਿਰ ਪੇਸ਼ ਹੋ ਕੇ ਤਾਂ ਕਰ ਲਵਾਂਗੇ। ਉਹ ਪਤਾ ਲੱਗਾ ਸ਼ਾਮ ਨੂੰ ਸੁਨੇਹਾ ਆ ਗਿਆ ਵੀ ਉੱਥੇ ਪਟਿਆਲੇ ਉੱਥੇ ਫਲਾਨੀ ਜਗ੍ਹਾ ਜੇਲ੍ਹ ਵਿੱਚ ਆ। ਵੀ ਜਦੋਂ ਪੁੱਛਿਆ ਉਹ ਕਹਿੰਦਾ ਮੈਂ ਕਿਹਾ ਵੀ ਇਦਾਂ ਮੌਕਾ ਹੀ ਆ, ਥੋੜਾ ਜਿਹਾ ਥੋੜੀ ਖਬਰ ਆ ਜੂਗੀ, ਬਸ ਇਦਾਂ ਇਹਨਾਂ ਦੀ ਰੋਟੀ ਚੱਲਦੀ ਉਹਦੇ ਨਾਲ। ਹਮਦਰਦੀ ਲੈਣ ਲਈ ਤਾਂ ਜੀਂਦੇ ਆ ਇਹ। ਨਾਲੇ ਦੂਜੀ ਗੱਲ, ਆ ਜਿਹੜੇ ਰੋਲਾ ਪਾਉਂਦੇ ਆ ਕਿ ਅਸੀਂ ਸਿਆਣੇ ਆ, ਬ੍ਰਹਮ ਗਿਆਨੀ ਆ, ਮਹਾਂਪੁਰਖ ਆ, ਮਤਲਬ ਇੰਡੀਆ ਨੇ ਕਿੱਦਾਂ ਕੀਤਾ ਹੈ ਨਾ, ਰਾਜ ਇਹਨਾਂ ਦਾ ਸੀਗਾ, ਪਤਾ ਵੀ ਨਹੀਂ ਲੱਗਿਆ, ਉਹਨਾਂ ਨੇ ਲੈ ਲਿਆ। ਤੁਹਾਡੇ ਚ ਹਿੰਮਤ ਹੈ, ਕੁਝ ਕਰਕੇ ਦਿਖਾਓ, ਤੁਸੀਂ ਕੀ ਕਰੋ। ਇਹਨਾਂ ਦੇ ਰਾਜ ਕਰਦਿਆਂ ਸਾਰੇ ਬਾਹਮਣ ਬਣਾਤੇ। ਗੁਰਦੁਆਰਿਆਂ ਨੇ ਲਿਆ ਵੀ ਨਹੀਂ, ਇਹਨਾਂ ਨੇ ਆਪੇ ਹੀ ਦੇਤਾ। ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਕਿਆ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਮਹਾਰਾਜੇ ਤੋਂ 50 ਸਾਲਾਂ ਚ ਉਹ ਕੰਮ ਕਰਵਾਤੇ ਜਿਹੜੇ ਸਾਰੇ ਹਿੰਦੂਆਂ ਵਾਲੇ ਸੀ। ਬਸ ਕਿੰਨੇ ਵਿਆਹ ਕਰਵਾ ਦਿੱਤੇ, ਕਿੰਨੀਆਂ ਰਾਣੀਆਂ ਉਹਦੀਆਂ ਸ਼ਰਾਬ ਪੀਣ ਲੱਗ ਪਿਆ ਉਹ, ਹਨਾ, ਮੰਦਿਰਾਂ ਦੇ ਵਿੱਚ ਪੁਜਾਰੀਆਂ ਨੂੰ ਜਾਣੀਆਂ, ਉਹਦਾ ਕੋਈ ਬੱਸ ਨਹੀਂ ਸੀ ਚੱਲ ਰਿਹਾ ਉਸ ਵੇਲੇ। ਆਲੇ ਦੁਆਲੇ ਕੋਈ ਐਸਾ ਸਾਧਨ ਨਹੀਂ ਸੀ ਜਿਹਦੇ ਰਾਹੀਂ ਸਹੀ ਖਬਰ ਉਹ ਬਾਹਰ ਪਹੁੰਚਾ ਸਕਦਾ। ਇੰਨਾ ਬੇਵਸ ਕਰ ਦਿੱਤਾ ਸੀ ਉਹਨਾਂ ਨੇ। ਫਿਰ ਸਿਆਣਾ ਕੌਣ ਸੀਗਾ ਫਿਰ? ਹੁਣ ਅਸੀਂ ਇੰਨਾ ਡੋਗਰੇ ਕਹਿ ਕੇ ਉਹਨਾਂ ਦੀ ਤੁਮਤਾ ਲਾ ਦਿੰਨੇ ਆ, ਇਹ ਨਹੀਂ ਦੇਖਦੇ ਵੀ ਅਸੀਂ ਦਿਮਾਗ ਵਾਲਾ ਕੰਮ ਕਦੇ ਨਹੀਂ ਕੀਤਾ। ਨਾਲੇ ਇਦਾਂ ਕਿੱਦਾਂ ਸਾਰੀ ਦੁਨੀਆ ਸਾਹਮਣੇ ਇਮੇਜ ਆ ਰਹੀ ਹੈ ਨਾ ਬਾਹਰ ਆ ਕੇ। ਨਾਲੇ ਕਹਿੰਦੇ ਅਸੀਂ ਉਦੋਂ ਰੋਲਾ ਪਾਉਂਦੇ ਪੰਨੂ ਹੋਰ ਕਿ ਆਪਾਂ ਲੈਣਾ ਸਾਥ ਸਾਰੀ ਬਾਕੀ ਕੰਟਰੀਆਂ ਦਾ ਲਵਾਂਗੇ। ਇਸ ਹਿਸਾਬ ਨਾਲ ਤੁਹਾਨੂੰ ਕੰਟਰੀਆਂ ਕਿਹੜੀਆਂ ਸਾਥ ਦੇਣਗੇ ਜਿਹੜੇ ਤੁਸੀਂ ਬਾਹਰਲੀ ਕੰਟਰੀ ਜਾ ਕੇ? ਉਹਨਾਂ ਨੂੰ ਬਾਕੀਆਂ ਨੂੰ ਡਰ ਪੈਣਾ ਹੈ ਵੀ ਜੇ ਇਦਾਂ ਬੰਦੇ ਸੜਕਾਂ ਤੇ ਇਦਾਂ ਲੱਗੇ ਕਰਨਾ। ਬਿਲਕੁਲ, ਮੈਂ ਕਿਹਾ ਅੱਜ ਤੁਹਾਡਾ ਸਾਥ ਦੇਣਗੇ, ਫਿਰ ਕੱਲ ਨੂੰ ਤੁਸੀਂ ਉਹਨਾਂ ਦੀ ਕੰਟਰੀ ਹੋ ਸਕਦਾ ਤੁਸੀਂ ਜਾਓ, ਤੁਸੀਂ ਇੰਗਲੈਂਡ ਵੱਲ ਨੂੰ ਕਹੋਗੇ ਬਾਹਰ ਜਾਓ। ਅਗਲੇ ਇਦਾਂ ਹੁਣ ਤੁਸੀਂ ਇੰਡੀਆ ਵੀ ਤਾਂ ਇਦਾਂ ਹੀ ਕਰ ਰਹੇ ਆ। ਜੇ ਇਦਾਂ ਅਸੀਂ ਰੋਲਾ ਇੱਥੇ ਨਿਊਜ਼ੀਲੈਂਡ ਚ ਰੋਲਾ ਪਾ ਦਈਏ, ਕਿਉਂਕਿ ਮੁਲਕ ਤੇ ਉਹਨਾਂ ਦਾ, ਅਸੀਂ ਕਿੱਦਾਂ ਰੋਲਾ ਪਾ ਸਕਦੇ ਹਾਂ? ਉਹਨਾਂ ਦਾ ਉੱਥੇ ਫਿਲਹਾਲ ਉਹਨਾਂ ਦਾ ਹੀ ਮੁਲਕ ਹੈ ਨਾ। ਸੀਗਾ ਤੁਹਾਡਾ ਉਦੋਂ ਕੀ ਦੇਖੀ ਜਾਊ। ਨਾਲੇ ਹੁਣ ਜੀ ਬਾਕੀ ਡੈਮੋਕ੍ਰੇਸੀਆਂ ਨੂੰ ਪਤਾ ਆ ਵੀ ਜਿੰਨੇ ਤੁਸੀਂ ਵੇਸ਼ੀ ਆ, ਇੰਡੀਆ ਵਾਲੇ ਤਾਂ ਉਹਨਾਂ ਕੋਲ ਪੁਲਿਸ ਦਾ ਸਿਸਟਮ ਉਹੀ ਹੈ ਜਿਹੜਾ ਇੰਗਲੈਂਡ ਵਾਲਿਆਂ ਨੇ ਅੱਜ ਤੋਂ 100 ਸਾਲ ਪਹਿਲਾਂ ਚਲਾਇਆ ਸੀ। ਉਨੀ ਉਹਨਾਂ ਮੁਲਕਾਂ 'ਚ ਜਿਹਨਾਂ ਮੁਲਕਾਂ 'ਚ ਰਹਿਣਾ ਨਹੀਂ ਸੀ, ਉੱਥੇ ਦੀ ਪੁਲਿਸ ਨੂੰ ਮਿਲਟਰੀ ਵਾਲੇ ਅਧਿਕਾਰ ਦਿੱਤੇ ਹੋ ਸੀ। ਠੀਕ ਹੈ, ਕਿਉਂਕਿ ਆਮ ਮੁਲਕ ਦੇ ਵਿੱਚ ਮਿਲਟਰੀ ਨੇ ਜਿਹਦੇ ਨਾਲ ਡੀਲ ਕਰਨਾ ਹੁੰਦਾ ਉਹ ਵਿਰੋਧੀ ਹੁੰਦੇ ਆ। ਠੀਕ ਹੈ, ਪੁਲਿਸ ਨੇ ਜਿਨ੍ਹਾਂ ਨਾਲ ਡੀਲ ਕਰਨਾ ਹੁੰਦਾ ਉਹ ਆਪਣੇ ਮੁਲਕ ਦੇ ਹੁੰਦੇ ਆ। ਬਿਲਕੁਲ ਠੀਕ ਹੈ। ਹੁਣ ਜਿਹੜੇ ਮੁਲਕ ਗੁਲਾਮ ਸੀ ਉਹਨਾਂ ਦੇ, ਜਿਨ੍ਹਾਂ 'ਚ ਰਹਿਣਾ ਨਹੀਂ ਸੀ ਇੰਗਲੈਂਡ ਨੇ, ਉੱਥੇ ਦੀ ਪੁਲਿਸ ਦੇ ਲਈ ਜਿਹੜੇ ਉੱਥੇ ਦੇ ਲੋਕ ਆ ਉਹ ਵੀ ਉਹਨਾਂ ਦੇ ਵਿਰੋਧੀ ਸੀ। ਜਿਸ ਕਰਕੇ ਉਹਨੇ ਆਮ ਮੁਲਕ ਵਿੱਚ ਜਿਹੜੇ ਮਿਲਟਰੀ ਨੂੰ ਅਧਿਕਾਰ ਦਿੰਦੇ ਆ ਉਹੀ ਅਧਿਕਾਰ ਉਸ ਪੁਲਿਸ ਨੂੰ ਦਿੱਤੇ ਹੋ ਸੀ। ਤੇ ਸਾਡੇ ਕਾਨੂੰਨ ਬਦਲਿਆ ਨਹੀਂ ਉਹ ਹਿੰਦੂਆਂ ਨੇ, ਉਹਨਾਂ ਨੂੰ ਪਤਾ ਆ। ਠੀਕ ਹੈ, ਉਹਨਾਂ ਨੂੰ ਪਤਾ ਹੈ ਜਿੱਥੇ ਉਹਨਾਂ ਦੇ ਆਪਣੀਆਂ ਸਟੇਟਾਂ ਆ, ਆਪਣੇ ਲੋਕ ਆ, ਉਹਨਾਂ ਨੂੰ ਹਦਾਇਤਾਂ ਹੋਰ ਤਰ੍ਹਾਂ ਦੀਆਂ ਆ। ਪੰਜਾਬ ਦੇ ਵਿੱਚ ਉਹੀ ਕਾਨੂੰਨ ਲਟਕਾ ਕੇ ਸਾਡੇ ਆਪਣਿਆਂ ਤੋਂ ਸਾਡੇ ਜਾਨੀ ਮਿਲਟਰੀ ਦੇ ਤਰੀਕੇ ਨਾਲ ਕੁੱਟ ਪਵਾ ਰਹੇ। ਤੇ ਹੁਣ ਇਹਨਾਂ ਮੁਲਕਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਜਿੰਨੇ ਅਸੀਂ ਵੇਸ਼ੀ ਆ, ਇੰਡੀਆ ਵਾਲੇ ਤਾਂ ਕਿਉਂਕਿ ਉਹ ਕਾਨੂੰਨ ਉਹ ਮਿਲਟਰੀ ਵਾਲਾ ਲੱਗਾ ਆ, ਉਹ ਤਾਂ ਕੁੱਟ ਕੇ ਕਾਬੂ ਕਰ ਲੈਂਦੇ ਆ। ਜੇ ਉਹ ਇਹਨਾਂ ਦੀ ਸਪੋਰਟ ਕਰਨਗੇ ਸਿੱਖਾਂ ਦੀ, ਇਹਨਾਂ ਕੋਲ ਵੱਖਰੀ ਸਟੇਟ ਆ ਗਈ, ਖਾਲਿਸਤਾਨ ਆ ਗਿਆ, ਇਹਨਾਂ ਦੀਆਂ ਐਮਬੈਸੀਆਂ ਹੋਈਆਂ ਬਾਹਰਲੇ ਮੁਲਕਾਂ 'ਚ, ਇਹਨਾਂ ਦੇ ਆਪਣੇ ਬੰਦੇ ਹੋਏ, ਇਹ ਕਿੱਦਾਂ ਡੀਲ ਕਰਨਗੇ? ਠੀਕ ਹੈ, ਇਹ ਤਾਂ ਉੱਥੇ ਵੀ ਗੁੰਡਿਆਂ ਕਰਨਗੇ ਨਾ ਹਰੇਕ ਜਗ੍ਹਾ ਤੇ, ਇਦਾਂ ਹੀ ਹੋਣੀ ਹੈ। ਜਿਸ ਕਰਕੇ ਅਗਲੇ ਨੂੰ ਪਤਾ ਆ ਵੀ ਨਾ ਤਾਂ ਸਾਡੇ ਚੋਂ ਕੋਈ ਬੰਦਾ ਦਲੀਲ ਨਾਲ ਗੱਲ ਕਰਨੇ ਵਾਲਾ। ਉਹ ਤਾਂ ਹੈ ਹੀ ਆ। ਤੁਸੀਂ ਅਗਲੇ ਦੂਜਿਆਂ ਦੇ ਮੁਲਕ 'ਚ ਉੱਥੇ ਜਾ ਕੇ ਰੋਲਾ ਪਾ ਰਹੇ ਹੋ ਵੀ ਧੱਕੇ ਨਾਲ, ਹੈ ਨਾ। ਆਪਣੇ ਮੁਲਕ 'ਚ ਕੱਲ ਨੂੰ ਤੁਹਾਡੇ ਕੋਲ ਕੋਈ ਆਊਗਾ, ਤੁਸੀਂ ਆਬਵੀਅਸਲੀ ਧੱਕਾ ਹੀ ਕਰੋਗੇ, ਸਾਹਮਣੇ ਪਤਾ ਲੱਗ ਰਿਹਾ।
ਹੁਣ ਅਗਲੇ ਨੂੰ ਹੈਗਾ ਵੀ ਹੁਣ ਤਾਂ ਸਾਡੇ ਨਾਲ ਡੀਲ ਕਰਦੀ ਇੰਡੀਆ ਦੀ ਸਰਕਾਰ। ਜਦੋਂ ਸਾਡਾ ਆਪਣਾ ਮੁਲਕ ਹੋਇਆ ਉਹਦੇ ਵਿੱਚ ਜਦੋਂ ਸਦਾਮ ਹੁਸੈਨ ਦੀ ਗੱਲ ਆਉਂਦੀ ਆ, ਅਫਗਾਨਿਸਤਾਨ ਦੀ ਗੱਲ ਆਉਂਦੀ ਆ, ਹਨਾ, ਹੁਣ ਦੁਨੀਆ ਦੇ ਮੁਲਕਾਂ ਨੂੰ ਇਹੀ ਫਿਕਰ ਆ ਨਾ ਵੀ ਆਮ ਲੋਕਾਂ ਦੇ ਉੱਤੇ ਤਸ਼ੱਦਦ ਹੋ ਰਿਹਾ ਹੈ, ਤੇ ਤੁਸੀਂ ਆਪਣੀ ਸਟੇਟ ਲੈ ਕੇ ਜਦੋਂ ਆਮ ਲੋਕਾਂ ਤੇ ਕਰੋਗੇ, ਉਹਨਾਂ ਨੂੰ ਜਿੱਦਾਂ ਸਦਾਮ ਤੇ ਅਟੈਕ ਕਰਨਾ ਪਿਆ ਇਦਾਂ ਤੁਹਾਡੇ ਤੇ ਕਰਨਗੇ, ਉਹ ਕੰਮੇ ਵਧੂਗਾ ਉਹਨਾਂ ਦਾ। ਅਗਲੇ ਕਾਹਤੇ ਸਪੋਰਟ ਕਰੂਗੇ ਤੁਹਾਡੀ ਵੀ ਤੁਸੀਂ ਵੱਖਰਾ ਮੁਲਕ ਲੈ ਲਓ? ਨਹੀਂ ਨਾ। ਅਫਗਾਨਿਸਤਾਨ ਤੋਂ ਮੈਨੂੰ ਯਾਦ ਆ ਗਿਆ, ਪਹਿਲਾਂ ਵੀ ਮੈਂ ਕਾਫੀ ਵਾਰੀ ਗੱਲ ਕੀਤੀ ਸੀਗੀ ਕਿ ਮਤਲਬ ਕਿ ਅਫਗਾਨਿਸਤਾਨ ਦੀ ਗੱਲ ਕਰਦੇ ਆ ਆਪਾਂ, ਮਤਲਬ ਇਹਨਾਂ ਲੋਕਾਂ ਨੂੰ ਗੋਰੇ ਕਿਸੇ ਨੂੰ ਪੁੱਛ ਲਿਓ ਕਿ ਸਿੱਖਾਂ ਨੇ ਕਦੀ ਉੱਥੇ ਅਫਗਾਨਿਸਤਾਨ 'ਚ ਕੀਤਾ ਸੀਗਾ, ਜਾ ਕੇ ਕਬਜ਼ਾ ਕੀਤਾ ਸੀ, ਕੋਈ ਨਹੀਂ ਮੰਨਦਾ, ਕਹਿੰਦੇ ਨਹੀਂ ਸਾਨੂੰ ਤਾਂ ਪਤਾ ਵੀ ਨਹੀਂ ਹੈਗਾ। ਉਹ ਗੱਲਾਂ ਤੁਸੀਂ ਆਪਣੇ ਆਪ 'ਚ ਬਸ ਉਹ ਦੱਸ ਵੀ ਨਹੀਂ ਸਕਦੇ, ਬਣਾਈਆਂ ਨਾਲੇ ਤੁਸੀਂ ਵੱਡੀਆਂ ਕਰਕੇ ਬਣਾ ਲਈਆਂ। ਜਦੋਂ ਹੁਣ ਤੁਸੀਂ ਕਰ ਰਹੇ ਆ ਅਸੀਂ ਜੀ ਗੱਡੇ ਭਰ ਕੇ ਮਿਲਟਰੀ ਦੇ ਅਸੀਂ ਤੋਰੇ ਆ 84 ਵਿੱਚ, ਉਹ ਇੰਗਲੈਂਡ ਦੇ ਪਸ਼ੂ ਕਿੱਦਾਂ ਗੱਪਾਂ ਮਾਰੀ ਜਾਂਦੇ ਆ, ਉਹ ਸਾਹਮਣੇ ਪਤਾ ਸਾਰਿਆਂ ਨੂੰ, ਸਬੂਤ ਆ। ਅਗਲੇ ਨੇ ਵੀਡੀਓ, ਸਾਨੂੰ ਨਹੀਂ ਨਾ ਪਤਾ, ਉਹਨੇ ਹੋ ਸਕਦਾ ਕੱਲੀ ਚੀਜ਼ ਨੂੰ ਫਿਲਮਾ ਕੇ ਰੱਖਿਆ ਹੋਵੇ ਇੰਡੀਆ ਦੀ ਸਰਕਾਰ ਨੇ, ਸਾਨੂੰ ਥੋੜੀ ਪਤਾ ਇਸ ਗੱਲ ਦਾ। ਉਹਨੇ ਬਾਕੀ ਤਾਂ ਮੀਡੀਆ ਨੂੰ ਨਹੀਂ ਜਾਣ ਦਿੱਤਾ। ਇਹ ਜ਼ਰੂਰੀ ਆ ਵੀ ਆਪਣੇ ਕੈਮਰੇ ਬਿਨਾਂ ਲਾਏ ਹੋਣ? ਨਹੀਂ ਨਾ, ਬਿਲਕੁਲ ਹੋਣਗੇ। ਫਿਰ ਬਸ ਅਗਲੇ ਕੋ ਤਾਂ ਸਬੂਤ ਪਾਏ ਹੋਣਗੇ, ਤੇ ਤੁਸੀਂ ਉਦਾਂ ਗੱਪਾਂ ਛੱਡੀ ਜਾਂਦੇ ਪਏ, ਅਸੀਂ ਐਂ ਕਰ ਦਿੱਤਾ, ਇੰਡੀਆ ਨੂੰ ਵਕਤ ਪਾ ਦਿੱਤਾ, ਤੀਜੀ ਵੱਡੀ ਤਾਕਤ ਝੁੱਕ ਗਈ ਸਾਡੇ ਮੂਹਰੇ, ਆ ਹੋ ਗਏ। ਨਹੀਂ ਉਹ ਗੱਲਾਂ ਢਾਡੀਆਂ ਦੀਆਂ ਸੁਣ ਕੇ ਏਦਾਂ ਦੇ ਸਾਡੇ ਬੰਦੇ ਜਿਹੜੇ ਆ ਸੜਕਾਂ ਤੇ ਉਤਰ ਕੇ ਤਾਂ ਮਜ਼ਾਰੇ ਤੇ ਰੌਲੇ ਨਾਰੇ ਲਾ ਕੇ ਦੁਕਾਨ ਆਪਣੀ। ਚਲੋ ਜੀ, ਆਪਾਂ ਸੁਣਦੇ ਹਾਂ ਜਸਵਿੰਦਰ ਨੂੰ। ਸ਼ੁਰੂ ਦੇ ਵਿੱਚ ਪਹਿਲਾਂ ਉਹਨੇ ਟ੍ਰੇਲਰ ਜਿਹਾ ਦਿੱਤਾ ਆ, ਜਿਹੜੀਆਂ ਹਾਈਲਾਈਟਸ ਆ ਸਾਰੀ ਵੀਡੀਓ ਦੀਆਂ ਉਹ ਕੀਤੀਆਂ ਆ, ਤੇ ਉਹ ਵੈਸੇ ਤਾਂ ਉਹ ਸੁਣਨੀਆਂ ਨਹੀਂ ਚਾਹੀਦੀਆਂ ਉਦਾਂ। ਹਾਂ, ਇਦਾਂ ਕਰੀਏ, ਕਿਉਂਕਿ ਉਹਦੇ ਨਾਲ ਫਿਰ ਜਿਹੜੀ ਗੱਲ ਆ ਤੁਹਾਡੀ ਉਹਨੂੰ ਥੋੜਾ ਜਿਹਾ ਨਵੇਂ ਖਲਾਸੇ ਜਿਹੜੇ ਆ ਉਹ ਲੱਗਾ ਕਰਨ। ਠੀਕ ਹੈ ਜੀ। ਤੇ ਉਹਦੇ ਨਾਲ ਬਾਬੇ ਨਾਲ ਗੱਲ ਕਰਦਾ ਆਇਆ ਉਹ, ਜਿਹੜਾ ਗੁਰਦੇਵ ਸਿੰਘ ਆ ਜੀ ਇਹਦਾ ਨਾਮ, ਤੇ ਇੰਗਲੈਂਡ ਚ ਜਾਣ ਦਾ ਉਹਦਾ ਜੋ ਵੀ ਹੈਗਾ, ਠੀਕ ਆ, ਉੱਥੇ ਉਹ ਈਸਟ ਲੰਡਨ ਗਿਆ ਆ। ਵੈਸੇ ਇੱਕ ਗੱਲ ਹੈਗੀ, ਉਹ ਨਾਲ ਗੱਲ ਕਰਦੇ ਸੀਗੇ, ਕਹਿੰਦੇ ਇਹਦੀ ਬਾਡੀ ਲੈਂਗੁਏਜ ਦੇਖ ਕੇ ਤੇ ਭਾਈ ਸਾਹਿਬ ਦਾ ਜਿਹੜਾ ਗਰੁੱਪ ਹੈ ਉਹ ਦੇਖ ਕੇ ਪਤਾ ਲੱਗ ਜਾਂਦਾ ਕਿ ਨਹੀਂ ਹੈ ਹੀ ਨਹੀਂ ਸੀ, ਵਿੱਚ ਫਿੱਟ ਹੋਣੇ ਵਾਲਾ ਨਹੀਂ ਸੀ, ਹੈਗਾ ਨਹੀਂ, ਫਿੱਟ ਹੋਣੇ ਵਾਲਾ ਨਹੀਂ ਸੀ। ਚਲੋ ਜੀ, ਸੁਣ ਲਓ। ਕਿੰਨੇ ਦਿਨ ਉੱਥੇ ਰਹੇ ਤੇ ਕਿੰਨੇ ਕੁ ਪੈਸੇ ਖਰਚੇ? ਬਸ ਉੱਥੇ ਤੁਸੀਂ ਇਹ ਦੇਖ ਲਓ ਵੀ ਰਹੇ ਤਾਂ ਸਿਰਫ 2-3 ਦਿਨ ਹੀ ਸੀ, ਕਿਉਂਕਿ ਉੱਥੇ ਇੰਨੀ ਕੁ ਜ਼ਿਆਦਾ ਗਰਮੀ ਸੀ। ਜੇ ਕਿਤੇ ਮੌਸਮ ਠੰਡਾ ਹੁੰਦਾ ਫਿਰ ਤਾਂ ਹੋ ਸਕਦਾ ਉੱਥੇ 3-4 ਦਿਨ ਲੱਗਦੇ, ਤਾਂ ਉੱਥੇ ਗਰਮੀ ਇੰਨੀ ਕੁ ਜ਼ਿਆਦਾ ਸੀ ਉਹਨਾਂ ਦੇ ਦਿਨਾਂ 'ਚ। ਵਾਪਸ ਪੁੱਠੇ ਪੈਰੀ ਦੂਜੇ-ਤੀਜੇ ਦਿਨ ਵਾਪਸ ਆ ਗਏ ਸੀ। ਤੇ ਕਿੰਨੇ ਕੁ ਪੈਸੇ ਖਰਚੇ ਉੱਥੇ ਢੱਡਰੀਆਂ ਵਾਲੇ ਨੇ, ਕਿੰਨਾ ਕੁ ਖਰਚਾ ਕੀਤਾ? ਦੇਖੋ ਮੈਕਸਿਮਮ ਮੇਰੇ ਹਿਸਾਬ ਨਾਲ ਕੋਈ 20-22 ਲੱਖ ਰੁਪਇਆ ਤਾਂ ਘੱਟੋ ਘੱਟ ਵੀ ਜਾਣੀ ਆਪਣੇ ਜਦੋਂ ਬਹੁਤ ਵੱਡਾ ਬੰਬ ਸੁੱਟਿਆ ਉਹਨੇ ਬੰਦੇ ਨੇ ਮਰਸੀ ਇਸ ਕਲਾਸ ਜੋ ਬੰਦਾ ਜਿਹੜਾ ਬੰਦਾ ਵਿਰੋਧੀ ਆ ਉਹ ਦੇ ਰਿਹਾ ਸਟੇਟਮੈਂਟ। ਤੁਸੀਂ ਉਹਨੂੰ ਕਿੱਦਾਂ ਮੰਨੀ ਜਾਂਦੇ ਸੱਚ? ਤੁਸੀਂ ਅੱਛਾ, ਉਹ 6 ਮਹੀਨੇ ਇਹਨਾਂ ਨੇ ਚਲਾਈ ਨਹੀਂ। ਅੱਛਾ ਜੀ। ਉਹਨੂੰ ਇਹਨਾਂ ਨੇ ਮਤਲਬ ਅੱਧੇ ਰੇਟ ਸੀ ਵੇਚ ਕੇ, ਤੇ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਗਾਹਾਂ ਜਾ ਕੇ ਡਿਟੇਲ ਦੇ ਵਿੱਚ ਦੱਸਣਗੇ। ਇੱਥੇ ਪਤਾ ਨਹੀਂ ਲੱਗਦਾ ਵੀ ਗੱਲ ਕਰਦਾ ਕਾਹਦੀ। ਤੁਹਾਡੇ ਨਾਲੋਂ ਗੱਡੀ ਥੋੜਾ ਚੰਗੀ ਹੈ, ਕੀਤੀ ਆ ਜੀ, ਉਹ ਏਦਾਂ ਕੀਤੀ ਨਹੀਂ, ਇੰਨੇ ਮਹੀਨੇ ਚਲਾ ਕੇ ਗੱਡੀ ਥੋੜਾ ਤਾਂ ਚੰਗੀ ਮਾਰਾ, ਗੱਡੀ ਵੇਚ ਦੋ, ਗੱਡੀ ਆਪਾਂ ਫਿਰ ਕਦੇ ਲੈ ਲਾਂਗੇ। ਬਸ ਇੰਨੀ ਗੱਲ ਇਹਨਾਂ ਨੇ ਕਹੀ। ਜੇ ਕੋਈ ਵੀ ਸੰਸਥਾ ਹੋਵੇ ਜੀ, ਉਹਦੇ ਵਿੱਚ ਸਾਡਾ ਇੱਥੇ ਤਜਰਬਾ ਆ, ਜਿਹੜੇ ਜਦੋਂ ਸਾਡਾ ਵਿਦਵਾਨ ਗਿਆ ਇੱਥੋਂ ਜਾਂਦੇ ਨੇ ਨਾ, ਇੰਨੀਆਂ ਧਮਕੀਆਂ ਦਿੱਤੀਆਂ, ਕਦੇ ਅਕਾਊਂਟੈਂਟ ਨੂੰ ਫੋਨ, ਕਦੇ ਕਿਸੇ ਮੈਂਬਰ ਨੂੰ, ਕਦੇ ਕਿਸੇ ਨੂੰ, ਸੰਗਤਿਆਂ ਨੂੰ, ਏਦਾਂ ਵੀ ਜੀ ਮੇਰੇ ਨਾਲ ਬੈਠੋ, ਮੇਰੇ ਨਾਲ ਮੀਟਿੰਗ ਕਰੋ, ਮੈਂ ਤੁਹਾਨੂੰ ਦੱਸਦਾ ਵੀ ਇੱਥੇ ਬਹੁਤ ਨੁਕਸਾਨ ਗੁਰਦੁਆਰੇ 'ਚ ਹੋਇਆ, ਏਦਾਂ ਹੋਈ ਆ, ਹਨਾ, ਵੀ ਮੈਂ ਨਹੀਂ ਤਾਂ ਫਿਰ ਮੈਂ ਕਾਨੂੰਨੀ ਕਾਰਵਾਈ ਕਰ ਦੇਣੀ ਆ, ਹਨਾ। ਹੁਣ ਅਗਲੇ ਜਾਣੀ ਹੁਣ ਏਦਾਂ ਟਕਸਾਲੀ ਗਾਲਾਂ ਕੱਢਦੇ ਹੁੰਦੇ ਆ, ਹਨਾ, ਪੇਪੇ ਜਾ ਤੂੰ ਜਾਣੀ ਕਰ ਜੋ ਕਰਨਾ, ਗਾਲ ਕੱਢ ਕੇ ਅਗਲੇ ਕਹਿੰਦੇ ਹੁੰਦੇ ਨਾ ਵੀ ਤੈਨੂੰ ਤੂੰ ਗੱਲ ਕਰਦਾ ਮੇਰੇ ਨਾਲ, ਤੈਨੂੰ ਮੈਂ ਦੱਸਦਾ, ਮੈਨੂੰ ਕਰਦਾ ਫੋਨ ਜਰਾ, ਹਨਾ, ਫਿਰ ਤੂੰ ਜਾ ਜਿੱਥੇ ਦੇ ਜੋ ਦੇਣਾ, ਜਿਹਨੂੰ ਜਾ ਕੇ ਦੇਣਾ ਦੇ ਦੇ, ਹਨਾ। ਮੈਂ ਨਹੀਂ ਕਹਿੰਦਾ ਵੀ ਕਿੱਥੋਂ ਲਿਆ ਕੇ ਦੇਣਾ ਤਾਂ ਕਰ ਲਾ,
ਬੰਦੇ ਇਦਾਂ ਹੀ ਜਿਹੜੇ ਥਰੜੇ ਬੰਦੇ ਹੁੰਦੇ ਇਹਨਾਂ ਨੂੰ ਪਤਾ ਕੱਖ ਨਹੀਂ ਹੁੰਦਾ, ਇੱਕ ਭਰਮ ਦੇ ਵਿੱਚ ਰਹਿ ਜਾਂਦੇ ਹੁੰਦੇ, ਅੰਦਾਜ਼ਾ ਲਾ ਕੇ ਉਹਨੂੰ ਆਪਣੇ ਦਿਮਾਗ 'ਚ ਹੀ ਜਾਣੀ ਉਹ ਇਦਾਂ ਬਣਾ ਲੈਂਦੇ ਵੀ ਆਹ ਗੱਲ ਆ ਇਦਾਂ ਹੁੰਦੀ ਆ। ਹੁਣ ਉਹ ਬੰਦਾ ਮਿਲਿਆ ਨਾ ਇਹਦਾ ਮਤਲਬ ਪੈਸੇ ਦੇ ਕੇ, ਇੱਥੇ ਕਿਤੇ ਜੀ ਰੌਲਾ ਪਾ ਕੇ ਮੈਂ 50,000 ਤੇਰੇ ਕੋਲ ਤਾਂ 50 ਸੈਂਟ ਨਹੀਂ ਹੁੰਦੇ ਹੈ, ਤੂੰ ਟਿਕਟ ਤੇਰੀ ਅਸੀਂ ਲਾਈਏ, ਤੇਰੇ ਫੋਨ ਤੇਰੇ ਲੈਪਟਾਪ ਤੇਰੇ ਖਰਚੇ ਤਾਂ ਇੱਥੋਂ ਚੱਲਦੇ ਰਹੇ ਆ ਹੈ, ਤੂੰ ਥਾਂ ਤੇ ਕੁੱਕੜ ਖਾਂਦਾ ਇੱਥੇ ਆਇਆ ਤੂੰ ਨਾ ਤੂੰ ਬਦਲਾ ਲੈਣ, ਸਾਨੂੰ ਵਰਤਣਾ ਚਾਹਿਆ ਨਹੀਂ ਵਰਤ ਹੋਏ ਅਸੀਂ, ਜਦੋਂ ਤੈਨੂੰ ਲੱਗਿਆ ਵੀ ਠੀਕ ਆ ਤੂੰ ਜਾ ਕੇ ਨਿਕਲ ਗਿਆ। ਤੇ ਫਿਰ ਅਸੀਂ ਟਕਸਾਲੀ ਬਣ ਗਏ ਟੈਕਸ ਵਾਲੀ ਉਹ ਕਹਿੰਦੇ ਕਿ ਮੈਂ ਕਹਿੰਦਾ ਮੈਂ ਵੀ ਸੁਣੀ ਬੜਾ ਹੱਸਿਆ, ਮੈਂ ਕਿਹਾ ਪੁੱਛੋ ਤੁਸੀਂ ਕਿੰਨਾ ਟੈਕਸ ਦਿੱਤਾ ਭਾਈ ਉਹਨੇ ਅੱਜ ਤੱਕ। ਆਹੋ ਵੀ ਤੂੰ ਦੱਸ ਜਾਣੀ ਤਾਂ ਮੈਂ ਦੱਸਦਾ ਵੀ ਬੰਦੇ ਹਰੇਕ ਸੰਸਥਾ ਦੇ ਵਿੱਚ ਹਰੇਕ ਥਾਂ ਤੇ ਹੁੰਦੇ ਹੀ ਆ ਵੀ ਇਹ ਦੂਰੋਂ ਦੇਖਦੇ ਹੁੰਦੇ ਆ, ਦੇਖ ਕੇ ਬਸ ਅੰਦਾਜ਼ਾ ਲਾਈ ਜਾਂਦੇ ਆ, ਠੀਕ ਹੈ। ਉਦੋਂ ਨਾ ਜਦੋਂ ਇਹ ਸਾਡੇ ਆਹ ਲੋਹਗੜ੍ਹ ਵਾਲੇ ਇੱਥੇ ਸੀਗੇ ਸਾਡੇ ਨਾਲ, ਇੱਥੇ ਗੱਲ ਹੋਈ ਗੁਰਪ੍ਰੀਤ ਜਦੋਂ ਆਇਆ ਤੇ ਉਦੋਂ ਆ ਹੁਣ ਸ਼ੁਰੂ ਹੋਈ ਆ ਜੀ, ਤੇ ਉਦੋਂ ਗੱਲ ਹੋਈ ਇੱਥੇ ਪਈ ਕੇਸ, ਠੀਕ ਹੈ, ਉਹ ਲੱਗੇ ਸੀ ਕਰਨ ਸੁਸਾਇਟੀ ਵਾਲੇ, ਠੀਕ ਹੈ, ਟਕਸਾਲੀਆਂ ਦਾ ਗਰੁੱਪ ਨਾ ਵੀ ਕੇਸ ਕਰਨਾ ਜੀ, ਠੀਕ ਹੈ। ਤੇ ਗੱਲ ਹੋਈ ਪਈ ਇਦਾਂ ਚੱਕ ਕੇ ਅੰਦਾਜ਼ਾ ਲੱਗਿਆ ਵੀ 2 ਤੋਂ 2.5 ਲੱਖ ਡਾਲਰ ਠੀਕ ਹੈ ਖਰਚਾ ਜਿਹੜਾ ਉਹ ਹੁੰਦਾ ਸੀਗਾ, ਜਿਹੜਾ ਸਰੀ ਵਾਲਾ ਜਗਪਾਲ ਐਡਾ ਉਖੜ ਬੰਦਾ, ਉਹ ਬੰਦੇ ਨੇ ਏਦਾਂ ਫੋਨ ਕਰਕੇ ਜੀ 60 ਤੋਂ 70,000 ਡਾਲਰ ਦੀ ਜ਼ਿੰਮੇਵਾਰੀ ਮੇਰੀ ਰਹਿ ਗਈ, ਠੀਕ ਹੈ। ਉਹ ਮੈਂ ਕਿਹਾ ਭਰਾਵਾ ਤੇਰਾ ਵਾਹ ਨਹੀਂ ਪਿਆ ਲੋਕਾਂ ਨਾਲ, ਸਾਨੂੰ ਪਤਾ ਹੈ ਲੋਕ 10 ਡਾਲਰ ਦੇਣ ਲੱਗੇ ਵੀ ਘਬਰਾਉਂਦੇ ਆ, ਵੀ ਏਦਾਂ ਨਾ ਤੂੰ ਕਰ ਪਈ ਤੈਨੂੰ ਨਹੀਂ ਜੀ ਕੋਈ ਨਹੀਂ ਅਸੀਂ ਬੰਦੇ ਹੈਗੇ ਟਰੱਕਾਂ ਵਾਲੇ 100 ਬੰਦਾ ਏਦਾਂ ਫਲਾਨਾ ਏਦਾਂ 5,000 ਅਸੀਂ ਆਹ ਪਾਉਣਾ ਕਰਨਾ ਏਦਾਂ ਕਰਨਾ ਹੈ। ਮੈਂ ਕਿਹਾ ਕੋਈ ਨਹੀਂ ਵੀ ਜਦੋਂ ਲੋੜ ਪਊਗੀ ਦੱਸਾਂਗੇ ਅਸੀਂ। ਉਦੋਂ ਗੱਲ ਚੱਲਦੀ ਸੀ ਵੀ 2.5 ਲੱਖ ਡਾਲਰ ਤਾਈਂ ਖਰਚਾ ਹੋ ਸਕਦਾ। ਜਾਣੀ ਪ੍ਰਿੰਟਿੰਗ ਪ੍ਰੈਸ ਵੀ ਮੈਨੂੰ ਯਾਦ ਆਇਆ ਉਹਨੇ ਲਾਣੀ ਸੀ ਹਨਾ, ਉਹ ਤਾਂ ਬਹੁਤ ਕੁਝ ਕਰਦਾ ਸੀ ਹਨਾ। ਅੱਛਾ ਤਾਂ ਮੁੜ ਕੇ ਸਾਡੇ ਉਖੜ ਨੇ ਵਿਦਵਾਨ ਨੇ ਉਹ ਗੱਲ ਫੜ ਲਈ ਵੀ ਜੀ 2.5 ਲੱਖ ਡਾਲਰ ਖਾ ਲਿਆ ਇਹਨੇ। ਵੀ ਦੱਸ ਤੂੰ ਕਿੰਨੇ ਦਿੱਤੇ, ਤੂੰ ਦੱਸ ਦੇ, ਤੇਰੇ ਵਰਗੇ ਹੀ ਆ ਸਾਰੇ ਚਿੱਚੜ ਇਕੱਠੇ ਹੋਇਓ ਹੈ। ਫਿਰ ਤੁਸੀਂ ਕੌਮ ਨੂੰ ਚਿੰਬੜਿਓ ਆ ਖਾਣ ਦੇ ਲਈ, ਤੁਸੀਂ ਤਾਂ ਲੱਭੀ ਜਾਂਦੇ ਵੀ ਕੋਈ ਡੋਨੇਸ਼ਨ ਕਰੇ ਤਾਂ ਸਾਡੀ ਦੁਕਾਨ ਚੱਲੇ। ਫਿਰ ਤੂੰ 2.5 ਲੱਖ ਡਾਲਰ ਏਦਾਂ ਹੀ ਲੋਕ ਫੜਾ ਦਿੰਦੇ ਆ, ਜਾਣੀ ਏਦਾਂ ਹੀ ਹੁਣ ਇਹ ਮਾਰੀ ਜਾਂਦਾ ਏਦਾਂ। ਤੇ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜੇ ਕੋਈ ਬੰਦਾ ਦਿੰਦਾ ਆ ਉਹ ਕਿੰਨਿਆਂ ਜਣਿਆਂ ਦੇ, ਹੁਣ ਮੰਨ ਲਓ 20 ਪਰਿਵਾਰ ਆ ਕਿਸੇ ਮੁਲਕ ਦੇ ਵਿੱਚ, 20 ਪਰਿਵਾਰ ਦੇ ਵਿੱਚੋਂ ਇੱਕ ਜਣੇ ਦੀ ਜ਼ਿੰਮੇਵਾਰੀ ਲੱਗ ਗਈ, ਠੀਕ ਹੈ। ਵੀ ਭਾਈ ਆਪਾਂ ਅਗਲੇ ਕਹਿੰਦੇ ਵੀ ਅਸੀਂ ਦਸਵੰਧ ਕੱਢਦੇ, ਜੇ ਇੱਕ ਥਾਂ ਇਕੱਠੇ ਕਰ ਲਿਓ ਤੁਸੀਂ ਹਨਾ, ਇਕੱਠੇ ਕਰ ਲਓ ਤੇ ਤੁਸੀਂ ਮੁੜ ਕੇ ਆਪਾਂ ਦੇਖ ਲਾਂਗੇ ਕਿਸੇ ਸਾਧਨ ਰਾਹੀਂ ਪਹੁੰਚਾ ਦਿਆਂਗੇ। ਹੁਣ ਉਹ ਪਰਿਵਾਰ ਨੂੰ ਮਿਲਣ ਗਏ ਆ ਤੁਸੀਂ, ਅਗਲੇ ਨੇ 20,000 ਡਾਲਰ ਫੜਾ ਦਿੱਤਾ ਤੁਹਾਨੂੰ। ਹੁਣ ਜਿਹੜਾ ਬੰਦਾ ਪਰਿਓਂ ਦੇਖਦਾ ਉਹ ਦੇਖਦਾ ਵੀ ਅੱਛਾ ਹੁਣ 20,000 ਤੇ ਕਿੰਨੇ ਫੜਾ ਦਿੱਤਾ, ਇਹ ਕਿੰਨਿਆਂ ਚ ਜਾਂਦੇ। ਹੁਣ ਜਾਣੀ ਇਹਨਾਂ ਦਾ ਦਿਲ ਤਾਂ ਇਦਾਂ ਘਟਦੇ ਨਾ, ਜਾਣੀ ਐਡੇ ਕਮੀਣੇ ਬੰਦੇ ਆ, ਠੀਕ ਆ। ਇਹ ਤਾਂ ਸ਼ਾਇਦ ਇਹ ਗੱਲ ਸਾਡੇ ਵਿਦਵਾਨ ਵੀ ਚਲੋ ਉਹ ਤਾਂ ਪਤਾ ਹੀ ਆ ਉਹਨਾਂ ਦਾ, ਹੁਣ ਢੱਡਰੀਆਂ ਵਾਲਿਆਂ ਲਈ ਵੀ ਆ ਵੀ ਬੰਦੇ ਜਦੋਂ ਨਾ ਤੁਸੀਂ ਇਮਾਨਦਾਰੀ ਨਾਲ ਦੇਖੋਗੇ ਇਹਨਾਂ ਨੂੰ ਤੁਹਾਨੂੰ ਪਤਾ ਲੱਗ ਜਾਣਾ ਵੀ ਨਹੀਂ ਇਹ ਤਾਂ ਜੋਕਾਂ ਆ, ਚਿੰਬੜੀਆਂ ਆ, ਖਾਣ ਲਈ ਲੱਗੇ। ਉਹ ਕਿਤੇ ਇਨਕਲਾਬ ਲਈ ਥੋੜੋ ਆਏ ਆ ਲੋਕ, ਇਹ ਤਾਂ ਜਿਹੜੇ ਬਿੱਲੜ ਲਾਣਾ ਆ, ਜਿਹੜਾ ਕੰਮ ਨਹੀਂ ਕਰਨਾ ਚਾਹੁੰਦਾ ਬੰਦਾ, ਉਹ ਬੰਦਾ ਡੇਰਿਆਂ 'ਚ ਜਾ ਕੇ ਪ੍ਰਚਾਰਕਾਂ ਦੇ ਨਾਲ, ਕਾਲਜਾਂ ਮਿਸ਼ਨਰੀ ਕਾਲਜਾਂ ਦੇ ਵਿੱਚ, ਸ਼੍ਰੋਮਣੀ ਕਮੇਟੀ ਦੇ ਵਿੱਚ, ਠੀਕ ਹੈ। ਇੰਡੀਆ ਦੇ ਵਿੱਚ ਟੀਚਰ ਕਿਹੜਾ ਬੰਦਾ ਲੱਗਦਾ ਹੈ? ਸਰਕਾਰੀ ਟੀਚਰ ਲਈ ਰੌਲਾ ਕਾਹਤੇ ਪਾਉਂਦੇ ਆ ਬੰਦੇ? ਪਤਾ ਆ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਨਾਲੇ ਤਾਂ ਸਾਰਾ ਦਿਨ ਤੁਸੀਂ ਆਪਣੀ ਡਿਊਟੀ ਡਟ ਕੇ ਦੇਣੀ ਆ, ਬਾਕੀ ਸਕੂਲਾਂ ਨਾਲੋਂ ਰਿਜ਼ਲਟ ਵਧੀਆ ਲਿਆਉਣਾ ਪੈਣਾ, ਤੇ 5,000 ਰੁਪਈਆ ਦਿੰਦੇ ਅਗਲੇ। ਹੁਣ ਸਰਕਾਰੀ ਟੀਚਰ ਨੂੰ 20,000 ਮਿਲਦਾ ਆ, ਕਰਨਾ ਕੁਛ ਨਹੀਂ, ਉੱਥੇ ਸਵਾਟਰ ਬੁਣ ਲੈ, ਆਪਣੇ ਕੰਮ ਕਰ ਲੈ। ਸਾਨੂੰ ਪਤਾ ਆ ਟੀਚਰਾਂ ਨੇ ਸਾਡਿਆਂ ਨੇ ਵੀ ਮੁੰਡੇ 5ਵੀਂ 6ਵੀਂ 'ਚ ਪੜ੍ਹਦੇ ਆ ਤੇ ਇਦਾਂ ਹੁੰਦੀ ਸੀ ਵੀ ਜਿਹੜੇ ਮੁੰਡਿਆਂ ਨੇ ਘਰੇ ਬੋਲਦ ਰੱਖੇ ਹੋ ਸੀ, ਉਹ ਟੀਚਰ ਹੁੰਦਾ ਸੀ ਸਾਡੇ ਇੱਕ, ਉਹ ਪੜਾਉਂਦਾ ਪੰਜਾਬੀ ਸੀ ਤੇ ਉਹਨੂੰ ਜਹਾਜ਼ ਨਹੀਂ ਸੀ ਕਹਿਣਾ ਆਉਂਦਾ, ਉਹ ਹਜਾਜ਼ ਕਹਿੰਦਾ ਹੁੰਦਾ ਸੀ, ਠੀਕ ਹੈ। ਐਡਾ ਉਖੜ ਕਈ ਟੀਚਰ ਸੀ ਸਾਡੇ ਪਿੰਡ, ਉਦੋਂ ਦਾ ਗੱਲ ਹੁੰਦੀ ਸੀ, ਉਹਨੂੰ ਆਪ ਦੱਸਣਾ ਵੀ ਅਸੀਂ ਤਾਂ ਜੀ ਇਦਾਂ ਕਿਸੇ ਕਲਾਸ 'ਚ ਪਾਸ ਹੋਏ ਨਹੀਂ ਸੀ ਚੰਗੀ ਤਰ੍ਹਾਂ, ਵੀ ਉਹ ਤਾਂ ਉਦੋਂ ਟਾਈਮ ਇਦਾਂ ਦਾ ਸੀਗਾ ਇੱਕਦਮ ਵੀ ਜਦੋਂ ਇਦਾਂ ਹੋਇਆ ਵਿਗਿਆਨੀ ਕਰਕੇ, ਠੀਕ ਹੈ, ਤੁਸੀਂ ਹੁਣ 10ਵੀਂ ਪੜ੍ਹ ਕੇ ਹੋ ਜਾਂਦਾ ਸੀ ਤੇ ਟੀਚਰ ਲੱਗ ਗਿਆ। ਉਦੋਂ ਦੇ ਫਸੇ ਹੋ ਸੀ ਬੰਦੇ, ਖੁੱਲੀਆਂ ਤਨਖਾਹਾਂ ਸੀ, ਫਿਰ ਉਹ ਟੀਚਰ ਨੇ ਉਹ ਜਿਹਨੇ ਬੋਲਦ ਰੱਖੇ ਹੋ ਸੀ ਉਹਨਾਂ ਨੂੰ ਲੈ ਕੇ ਉਹਨੇ ਤਾਂ ਕਰਨਾ ਪਿਆ, ਅੱਜ ਆਪਾਂ ਆ ਜਾਈ ਸਵੇਰੇ, ਤੂੰ ਸਵੇਰੇ ਆਉਣਾ ਘੰਟਾ ਆ ਕੇ ਤਾਂ ਉਹਨੂੰ ਉੱਥੇ ਫਲਾਣੇ ਖੇਤ ਪਹੁੰਚ ਜੇ,
ਠੀਕ ਹੈ। ਤੇ ਨਿਆਣੇ ਉੱਥੇ ਬੈਠੇ ਹੋਣੇ, ਰੌਲਾ ਪਾਈ ਜਾਣਾ, ਬਾਕੀ ਨਾਲ ਦੀਆਂ ਟੀਚਰਾਂ ਨੇ ਚੁੱਪ ਕਰਾ ਦੇਣੇ ਮਾੜੇ ਮੋਟੇ, ਠੀਕ ਹੈ। ਹੁਣ ਪ੍ਰਾਇਮਰੀ ਦੇ ਵਿੱਚ ਪੀਰੀਅਡ ਨਹੀਂ ਹੁੰਦੇ, ਇੱਕੋ ਟੀਚਰ ਹੁੰਦਾ ਕਲਾਸ ਨੂੰ, ਉਹ ਨਾ ਆਪ 3-4 ਘੰਟੇ ਖੇਤ ਬੀਜ ਕੇ ਆਇਆ ਜਾਣੀ, ਉਹ ਨਾ ਹਲ ਦੇ ਪੈਸੇ ਦੇਣੇ ਨਾ ਕਰਨਾ, ਉਹ ਵੀ ਸਾਲ ਲਾਉਣਾ, ਫਿਰ ਉਲਟਾ ਪੰਗਾ ਇਹ ਉਹਨੂੰ ਪਾਸ ਕਰਨਾ, ਫਿਰ ਜਿਹੜਾ ਪੜ੍ਹਿਆ ਹੀ ਨਹੀਂ ਉਹਨੂੰ ਪਾਸ ਕਰਕੇ ਦੂਜੀ ਕਲਾਸ 'ਚ ਬਿਠਾ ਦੇਣਾ, ਜਾ ਕੇ 8ਵੀਂ ਤੱਕ ਜਾਂਦਿਆਂ ਨੂੰ ਫੇਰ ਛਾੜਨਾ ਲੱਗਣਾ ਸ਼ੁਰੂ ਹੁੰਦਾ ਸੀ, ਨਹੀਂ ਤਾਂ ਉਦੋਂ ਤੇ ਬਸ ਆਟਾ ਦਾਲ ਲੈ ਕੇ। ਹੁਣ ਜਿਹੜੇ ਬਾਹਮਣ ਜਲਾਹੇ ਹੋਰ ਦੂਜੇ ਟੀਚਰ ਆ, ਉਹਨੇ ਕਦੇ ਸਾਗ ਮੰਗਾਉਣਾ, ਕਦੇ ਦੁੱਧ ਮੰਗਾਉਣਾ, ਕਦੇ ਦਹੀਂ ਮੰਗਾਉਣਾ ਘਰ ਦਾ, ਜਿਹਨਾਂ ਦੇ ਘਰਾਂ ਮੱਝਾਂ ਹੁੰਦੀਆਂ ਸੀ, ਠੀਕ ਹੈ। ਵੀ ਇਦਾਂ ਲੈ ਕੇ ਨਿਆਣੇ ਪਾਸ ਕਰੀ ਜਾਣੀ। ਤੇ ਉਹ ਪਤਾ ਆਇਆ ਸਾਹਿਬ ਜਿਹੜੇ ਕੰਮ ਚੋਰ ਲੋਕ ਆ ਨਾ, ਉਹ ਇਹਨਾਂ ਖੇਤਰਾਂ ਦੇ ਵਿੱਚ ਜਾਂਦੇ ਆ, ਉਹਨਾਂ ਦੇ ਕੋਲੋਂ ਇਨਕਲਾਬ ਦੀ ਆਸ ਨਹੀਂ ਤੁਸੀਂ ਰੱਖ ਸਕਦੇ। ਜਿੱਦਣ ਵੀ ਕਰਨਗੇ ਉਹ ਆ ਪ੍ਰਚਾਰਕ ਧੁੰਦੇ ਹੁਣੀ ਹੋਣ ਲੱਗੇ, ਉਹ ਇਦਾਂ ਰੌਲਾ ਪਾਉਣ ਵੀ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਸਮਝਣ ਲਈ ਗਏ ਆ, ਫਿਰ ਜਦੋਂ ਸਮਝ ਆ ਗਈ ਫਿਰ ਅਸੀਂ ਲੋਕਾਂ ਨੂੰ ਵੀ ਦਸੀਏ। ਸੱਚਾਈ ਉਹ ਨਹੀਂ ਹੈਗੀ, ਸੱਚਾਈ ਕੁਛ ਇੱਕ ਗੱਲ ਹੈਗੀ ਹੈ ਨਾ, ਮਤਲਬ ਕਿ ਭਾਈ ਸਾਹਿਬ ਨੂੰ ਦੇਖ ਲੈ ਬੰਦਾ 3 ਸਾਲ ਹੋਏ ਨੇ, ਮਤਲਬ ਹਰ ਬੰਦਾ ਜੈਨੂਇਨਲੀ ਸੋਚੇ, ਮੈਨੂੰ ਆਪਣੇ ਆਪ ਜਿੱਦਾਂ ਲੱਗਦਾ ਕਿ ਹਾਂ ਸਾਹਮਣੇ ਲੱਗ ਰਿਹਾ ਨਾ ਕਿ ਕੁਝ ਹੋ ਰਿਹਾ ਨਾ, ਹਰ ਦਿਨ ਕੁਛ ਨਾ ਕੁਛ ਨਵਾਂ ਚੱਲ ਰਿਹਾ। ਇਹਨਾਂ ਬੰਦਿਆਂ ਨੂੰ ਦੇਖ ਲਓ, 40 ਸਾਲ ਹੋ ਗਏ ਕਹਿੰਦੇ ਤੇ ਅਸੀਂ ਲੱਗੇ ਆ, ਕੀ ਹੈ ਉਹੀ ਕਿਸੀਆਂ ਪਿਟੀਆਂ ਗੱਲਾਂ ਨੇ, ਸੇਮ ਹਜੇ ਕਹਿੰਦੇ 20 ਸਾਲ ਹੋਰ ਹੈ ਹੀ ਨਹੀਂ, ਕੁਛ ਵੀ ਮਿਸ਼ਨ ਨਹੀਂ ਕਰਨਾ ਨਹੀਂ ਚਾਹੁੰਦੇ ਨਾ, ਮੈਨੂੰ ਆਪਣਾ ਮਨ ਨਹੀਂ ਹੈਗਾ ਨਾ। ਚਲੋ ਸੁਣਦੇ ਆ ਜੀ ਬੂਟ ਨੂੰ। ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਕਿ ਰੀਸੈਂਟਲੀ ਤੁਹਾਨੂੰ ਪਤਾ ਹੀ ਆ, ਪੁਲਵਾਮਾ ਦੇ ਵਿੱਚ ਬੰਬ ਧਮਾਕਾ ਹੋਇਆ, ਤੇ ਪਰ ਕਿਹਾ ਇਹ ਗਿਆ ਸੀਗਾ ਵੀ ਇਹ ਜੀ ਅੱਤਵਾਦੀਆਂ ਨੇ ਕੀਤਾ, ਤੇ ਸਾਰੀ ਦੁਨੀਆ ਦਾ ਮਤਲਬ ਕਿ ਜ਼ੋਰ ਉਧਰ ਨੂੰ ਹੀ ਲੱਗਾ ਸੀਗਾ ਵੀ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਜਾਵੇ। ਪਰ ਇਮਰਾਨ ਖਾਨ ਨੇ ਕਿਹਾ ਵੀ ਯਾਨੀ ਟਕਸਾਲੀਆਂ ਨੂੰ ਹੁਣ ਇਹ ਗੱਲ ਆਪਣੀ ਕਰਨੀ ਆ। ਬੰਦਾ ਢੱਡਰੀਆਂ ਵਾਲਿਆਂ ਦੇ ਜਥੇ ਦੇ ਵਿੱਚ ਬੰਦਾ ਰਿਹਾ ਆ, ਉਹ ਬੰਦਾ ਇੰਗਲੈਂਡ ਈਸਟ ਲੰਡਨ ਵਾਲੇ ਟਕਸਾਲੀਆਂ ਨੇ ਉੱਥੇ ਬੁਲਾ ਲਿਆ ਆ। ਕਿੰਨੇ ਚਿਰ ਲਈ ਆਇਆ, ਹਫ਼ਤੇ 2 ਹਫ਼ਤੇ ਲਈ ਆਇਆ ਹੋਊਗਾ, ਤੇ ਉਹਨੂੰ ਸਪਾਂਸਰ ਕੀਤਾ ਵੀ ਨਹੀਂ, ਪੈਸੇ ਵੀ ਦਿੱਤੇ ਹੋਣਗੇ, ਦੀਵਾਨ ਉਹਦੇ ਕਰਾਉਣਗੇ, ਤੇ ਉਹਨੂੰ ਲੈ ਕੇ ਝੂਠੀਆਂ ਸੱਚੀਆਂ ਕਹਾਣੀਆਂ, ਉਹਦੀ ਇੰਟਰਵਿਊ ਲੈ ਕੇ ਤੇ ਉਹ ਲੱਗਾ ਕਰਨ। ਤੇ ਹੁਣ ਐਗਜ਼ਾਮਪਲ ਦੇਖੋ ਕਿੱਡੀ ਵੱਡੀ ਦੇ ਰਿਹਾ, ਜਿੱਦਾਂ ਮੁਲਕਾਂ ਦੀ ਸਿਆਸਤ ਨੂੰ ਸਾਰੀ ਨੂੰ ਸਮਝਦੇ ਹੋਣ, ਜਿੱਦਾਂ ਸਾਰਾ ਕੁਝ ਸਮਝਦੇ ਹੋਣ, ਠੀਕ ਹੈ, ਏਦਾਂ ਦੀ ਐਗਜ਼ਾਮਪਲ ਦੇਣ ਲੱਗਾ। ਜੇ ਅਸੀਂ ਕੀਤਾ ਕੋਈ ਤੇ ਇਹਦੀ ਜਾਂਚ ਹੋਣੀ ਚਾਹੀਦੀ ਆ, ਜਾਂਚ ਕਰੋ। ਹਾਂਜੀ, ਤੇ ਰਿਕਾਰਡਿੰਗਾਂ ਵੀ ਕੁਝ ਸਾਹਮਣੇ ਆ ਚੁੱਕੀਆਂ ਨੇ। ਇੱਕ ਬੰਦੇ ਨੇ ਇਹ ਬੀਜੇਪੀ ਵਾਲਿਆਂ ਦੀਆਂ ਜਿਹੜੀਆਂ ਰਿਕਾਰਡਿੰਗਾਂ ਆ, ਇਹਨਾਂ ਦੀਆਂ ਵੀ ਸਾਹਮਣੇ ਕੱਢ ਕੇ ਲੈ ਆਂਦੀਆਂ ਵੀ ਬੰਬ ਧਮਾਕਾ ਇਹਨਾਂ ਨੇ ਆਪ ਹੀ ਕਰਵਾਇਆ ਸੀਗਾ, ਕਿਉਂਕਿ ਇਹ ਜਿਹੜੇ ਇੰਡੀਅਨ ਪੋਲੀਟੀਕਲ ਪਾਰਟੀ ਵਾਲੇ ਜਿੰਨੇ ਵੀ ਨੇ, ਭਾਵੇਂ ਕੋਈ ਵੀ ਗਵਰਨਮੈਂਟ ਆਵੇ, ਉਹ ਕਦੀ ਵੀ ਦੇਸ਼ ਦੀ ਤਰੱਕੀ ਨਹੀਂ ਕਰਦੇ, ਬਸ ਇਦਾਂ ਦੇ ਪੁੱਠੇ ਸਿੱਧੇ ਕੰਮ ਕਰਕੇ ਲੋਕਾਂ ਨੂੰ ਭਾਵੁਕ ਕਰਕੇ ਵੋਟਾਂ ਲੈਂਦੇ ਆ। ਇਹਨਾਂ ਟਕਸਾਲੀਆਂ ਦੇ ਮੂੰਹ ਇਦਾਂ ਦੀਆਂ ਗੱਲਾਂ ਥੋੜੇ ਜੱਚਦੀਆਂ ਆ। ਤੁਸੀਂ ਕੌਮ ਦੀ ਤਰੱਕੀ ਦੇ ਲਈ ਕੀ ਕਰ ਦਿੱਤਾ? ਜਿੰਨੇ ਬੰਦੇ ਹੋਏ ਤੁਸੀਂ ਆਪਣੇ ਘਰੇ ਭਰੇ ਹਨਾ। ਨਾਲੇ ਕਹਿੰਦਾ ਭਾਵੁਕ ਕਰਦੇ ਆ, ਤੁਹਾਡੇ ਕੋਲ ਜ਼ਿਆਦਾ ਭਾਵੁਕ ਕੌਣ ਕਰਦਾ? ਕਿ ਉਦੋਂ ਤਾਂ ਲੋਕਾਂ ਨੂੰ ਆਹੀ ਕੰਮ ਹੈ ਤੁਹਾਡੇ, ਉਦੋਂ ਦੇ ਲੋਕਾਂ ਨੂੰ ਰੋ ਕੇ, ਜਦ ਮੁਜ਼ਾਹਰੇ ਤਾਂ ਰੋ ਕੇ ਲੋਕਾਂ ਨੂੰ, ਹਾਂ ਜੀ ਸਾਡੇ ਨਾਲ ਧੱਕਾ ਹੋ ਗਿਆ, ਆ ਹੋ ਗਿਆ। ਤੁਹਾਡੇ ਕੋਲ ਜ਼ਿਆਦਾ ਲੋਕਾਂ ਨੂੰ ਕੌਣ ਭੜਕਾਉਂਦਾ ਜਾਂ ਭਾਵੁਕ ਕਰਦਾ ਆ? ਨਹੀਂ 0108 ਦੇ ਉੱਤੇ ਤੁਸੀਂ ਆਉਣੇ ਰਹੋ ਜੀ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਭਾਜੀ ਡਾਕਟਰ ਨੀਰਜ ਹੁਸ਼ਿਆਰਪੁਰ ਤੋਂ ਬੋਲ ਰਿਹਾ। ਹਾਂਜੀ, ਤੇ ਮੈਂ ਚਲੋ ਜੇ ਭਾਜੀ ਮੈਂ ਮੜ ਗਈ ਕੋਈ ਗੱਲ ਥੋੜੀ ਬਹੁਤ ਇਤਿਹਾਸ ਦੇ ਲੈਵਲ ਤੇ, ਮੈਂ ਵੈਸੇ ਤਾਂ ਸਿੱਖ ਇਤਿਹਾਸ ਨੂੰ ਕਾਫੀ ਪੜ੍ਹਿਆ। ਹਾਂਜੀ, ਤੇ ਮੈਂ ਇਹ ਪੁੱਛਣਾ ਸੀ, ਜੇ ਮੈਂ ਕਿਤੇ ਗਲਤ ਹੋਵਾਂ ਥੋੜੀ ਸੋਧ ਵੀ ਕਰ ਦੇਣੀ। ਤੇ ਵੈਸੇ ਮੈਂ ਭਾਜੀ ਮੈਂ ਜਿਹੜੀ 1984 ਦੀ ਜੀਨੋਸਾਈਡ ਸੀ, ਹਾਂਜੀ, ਮੈਂ ਉਸ ਟੌਪਿਕ ਤੇ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ। ਕਿ ਜਿਹੜਾ ਹਿੰਦੁਸਤਾਨ ਦੇ ਵਿੱਚ 1984 ਚ ਜੀਨੋਸਾਈਡ ਹੋਇਆ ਆਪਣਾ ਸਿੱਖ ਕੌਮ ਦਾ, ਜੂਨ ਵਾਲੇ ਦੀ ਗੱਲ, ਜੂਨ ਦੀ ਗੱਲ ਕਰਦੇ ਕਿ ਅਕਤੂਬਰ ਦੀ? ਮੈਂ ਸਰ ਜਿਹੜਾ 1984 ਚ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਜਿਹੜਾ ਅਕਤੂਬਰ ਸਿੱਖ ਨਵੰਬਰ, ਹਾਂ ਠੀਕ ਹੈ ਠੀਕ ਹੈ। ਅੱਛਾ, ਕੀ ਉਹ ਪਹਿਲੀ ਵਾਰ ਹੋਇਆ? ਅੱਛਾ, ਮੈਂ ਇੱਕ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ। ਜਦੋਂ ਬੰਦਾ ਬਹਾਦਰ ਜੀ ਨੇ ਸਿੱਖ ਰਾਜ ਖਾਲਸਾ ਕਾਇਮ ਕੀਤਾ, ਉਦੋਂ ਤਾਂ ਸਿੱਖ ਕੌਮ ਦੇ ਦੁਆਲੇ ਇਹ ਮੁਸਲਮਾਨਾਂ ਨੇ ਵੀ ਮਤਲਬ ਜੀਨੋਸਾਈਡ ਹੀ ਕੀਤਾ ਇੱਕ ਕਿਸਮ ਦਾ। ਅੱਛਾ, ਜਦੋਂ 1947 ਦੇ ਵਿੱਚ ਪਾਰਟੀਸ਼ਨ ਦੇ ਨਾਲ, ਜਾਂ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ, ਉਸ ਵੇਲੇ ਸਿੱਖ ਕੌਮ ਦੇ ਫੌਜੀ ਵੀ
ਅੰਗਰੇਜ਼ੀ ਥੋੜਾ ਜਿਹਾ ਮੈਂ ਹਿਚਕਚਾਦਾ ਪਿਆ, ਮੈਂ ਹੁਣ ਸਟੇਬਲ ਹੋ ਜਾਊਂਗਾ ਤੇ ਤੁਸੀਂ ਮਾਈਂਡ ਨਾ ਕਰਿਓ ਪਲੀਜ਼ ਥੋੜਾ। ਅੱਛਾ, ਸਿੱਖ ਕੌਮ ਨੇ ਜਦੋਂ ਭਰਤੀ ਹੋਏ ਉਦੋਂ ਵੀ ਜੀਨੋਸਾਈਡ ਹੋਇਆ। ਜਦੋਂ ਦੇਸ਼ ਦੀ 1947 ਤੋਂ ਪਹਿਲਾਂ ਆਜ਼ਾਦੀ ਦੀ ਲੜਾਈ ਲੜੀ ਆ, 90% ਸਿੱਖਾਂ ਦੀਆਂ ਕੁਰਬਾਨੀਆਂ ਉਦੋਂ ਹੋਈਆਂ, ਉਦੋਂ ਵੀ ਸਿੱਖਾਂ ਦਾ ਜੀਨੋਸਾਈਡ ਹੋਇਆ। ਅੱਛਾ, ਪਾਰਟੀਸ਼ਨ ਦੇ ਨਾਂ ਤੇ 1947 ਦੇ ਵਿੱਚ ਪੰਜਾਬ ਵਿੱਚ ਜੋ ਗਦਰ ਹੋਇਆ, ਉਹਦੇ ਵਿੱਚ ਵੀ 90% ਜਿਹੜੇ ਆ ਉਹ ਮਤਲਬ ਜਦੋਂ ਮੰਨ ਲਓ ਕਿ ਪੰਜਾਬ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜਾ ਬ੍ਰਾਹਮਣ ਆ ਉੱਚ ਕੌਮ, ਉਹ ਤਾਂ 3% ਆ, ਬਾਕੀ ਲੋਕ ਜਿਹੜੇ ਆ ਉਹ ਦੂਸਰੇ ਆ। ਉਹਨਾਂ ਦੇ ਵਿੱਚੋਂ ਵੀ ਪੰਜਾਬ ਦੇ ਵਿੱਚ ਤਾਂ ਜ਼ਿਆਦਾ ਸਿੱਖ ਹੀ ਮਰੇ ਹੋਣਗੇ ਨਾ ਉਦੋਂ ਵੀ। ਓਕੇ, ਦੈਨ ਆਫਟਰ ਦੈਟ 1947 ਦੇ ਵਿੱਚ ਨਕਸਲਵਾੜੀ ਦੀ ਮੂਵਮੈਂਟ ਚੱਲ ਪਈ, ਉਹਦੇ ਵਿੱਚ ਵੀ ਸਿੱਖ ਕੌਮ ਦੇ ਨੌਜਵਾਨਾਂ ਦਾ ਘਾਣ ਹੋਇਆ। ਦੈਨ ਆਫਟਰ ਦੈਟ 1984 ਚ ਉਦੋਂ ਵੀ ਸਿੱਖ ਕੌਮ ਦੇ ਨੌਜਵਾਨਾਂ ਦਾ ਘਾਟ ਹੋਇਆ। ਅੱਛਾ, ਹੁਣ ਦੇਖੋ ਇਹ ਜਿਹੜਾ ਜੀਨੋਸਾਈਡ ਸਿਸਟਮ ਆ ਅੱਜ ਦੀ ਡੇਟ ਦੇ ਵਿੱਚ, ਜਿਹੜੇ ਸਾਰੇ ਪੰਜਾਬ ਦੇ ਨੌਜਵਾਨ ਪੰਜਾਬ ਚੋਂ ਸਿੱਖ ਚੋਂ ਚੰਗਿਆਂ ਘਰਾਂ ਚੋਂ ਬਾਹਰ ਜਾ ਰਹੇ ਆ, ਚੰਗਿਆਂ ਘਰਾਂ ਦੇ ਨਸ਼ੇ ਤੇ ਲੱਗ ਰਿਹਾ, ਕੀ ਇਹ ਜੀਨੋਸਾਈਡ ਦੀ ਫਾਰਮ ਨਹੀਂ ਆ? ਓਕੇ, ਦੈਨ ਲਾਸਟ 2 ਡੇਜ਼ ਜਦੋਂ ਹੁਣ ਆਪਾਂ ਕਹਿੰਦੇ ਆ ਵੀ ਜਦੋਂ ਜੋ ਵੀ ਮਤਲਬ ਹੋਇਆ, ਜੋ ਵੀ ਹੋਇਆ ਹਰਮੰਦਰ ਸਾਹਿਬ ਤੇ ਹਮਲਾ ਹੋਇਆ, ਬਹੁਤ ਮਾੜੀ ਘਟਨਾ ਸੀ, ਇਹ ਨਹੀਂ ਹੋਣੀ ਚਾਹੀਦੀ ਸੀ। ਉਦੋਂ ਵੀ ਜੀਨੋਸਾਈਡ ਸਿੱਖ ਕੌਮ ਦਾ ਹੋਇਆ। ਅੱਛਾ, ਮੈਂ ਇਹ ਕਹਿਣਾ ਚਾਹੁੰਦਾ ਸੀ ਭਾਜੀ ਤੁਹਾਨੂੰ ਵੀ ਤੁਸੀਂ ਇਹ ਤਾਂ ਪਾਸਟ ਬਾਰੇ ਤਾਂ ਯੂ ਹੈਵ ਗਿਵਨ ਲੋਟ ਆਫ ਨੌਲੇਜ। ਹੁਣ ਤੁਸੀਂ ਇਹ ਦੱਸੋ ਵੀ ਅਗਲਾ ਜੀਨੋਸਾਈਡ ਜਦੋਂ ਕਪੂਰ ਸਿੰਘ ਕਪੂਰ ਨੇ 1972 ਦੇ ਵਿੱਚ ਕਹਿਤਾ ਸੀ ਕਿ ਨਕਸ਼ਕੂਸ਼ੀ ਤੁਹਾਡੀ ਹੋਣੀ ਆ, ਤਾਂ ਹੁਣ ਜਿਹੜੀ ਅਗਲਾ ਜੀਨੋਸਾਈਡ ਆ ਉਹ ਕਦੋਂ ਹੋਣ ਜਾ ਰਿਹਾ? ਬਈ ਪਤਾ ਨਹੀਂ ਹੁਣ ਇਹਦੇ ਉੱਤੇ ਕੋਈ ਨਹੀਂ, ਤੁਸੀਂ ਆਪਣੀ ਗੱਲ ਕਰ ਲਓ ਜਾਣੀ। ਅਸੀਂ ਨਹੀਂ, ਮੈਂ ਭਾਜੀ ਗਲਤ ਤਾਂ ਨਹੀਂ ਬੋਲ ਰਿਹਾ। ਨਹੀਂ ਮੈਂ ਤੁਹਾਡਾ ਪੁਆਇੰਟ ਸਮਝਣਾ ਚਾਹੁੰਦਾ ਨਾ ਵੀ ਤੁਹਾਡੇ ਵਿਊ ਦਾ ਪੁਆਇੰਟ ਕੀ ਹੈ, ਤੁਸੀਂ ਕਹਿਣਾ ਕੀ ਚਾਹੁੰਦੇ ਆ ਜਾਣੀ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਅੱਜ ਨਸ਼ੇ ਦਾ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ, ਕੀ ਇਹ ਜੀਨੋਸਾਈਡ ਦੀ ਫਾਰਮ ਨਹੀਂ ਹੈ? ਨਹੀਂ ਕੋਈ ਨਹੀਂ। ਅਸੀਂ ਤੁਸੀਂ ਪੰਜਾਬ 'ਚ ਰਹਿੰਦੇ ਆ ਨਾ, ਅਸੀਂ ਬਾਹਰਲੇ ਮੁਲਕਾਂ 'ਚ ਰਹਿੰਦੇ ਆ, ਜਿੱਥੇ ਨਾ ਅਸੀਂ ਜਿੱਥੋਂ ਮੈਂ ਹੁਣ ਬੋਲ ਰਿਹਾ ਜੀ ਸਰ, ਮੇਰੇ ਤੋਂ 100 ਮੀਟਰ ਦੂਰੀ ਤੇ ਸ਼ਾਪਿੰਗ ਸੈਂਟਰ ਆ, ਇੱਕ ਬਾਜ਼ਾਰ ਆ। ਉਹ ਬਾਜ਼ਾਰ ਦੇ ਵਿੱਚ 30 ਦੁਕਾਨਾਂ ਆ ਜੀ ਸਰ, ਤੇ 30 ਦੁਕਾਨਾਂ 'ਚ 4 ਠੇਕੇ ਆ। 4 ਦੇ 4 ਪੰਜਾਬੀਆਂ ਦੇ ਆ। ਓਕੇ, ਉਹਨਾਂ 'ਚੋਂ ਇੱਕ ਗੁਰਦੁਆਰੇ ਦੇ ਪ੍ਰਧਾਨ ਦਾ ਵੀ ਆ। ਓਕੇ, ਜਾਣੀ ਜੇ ਮੈਂ ਕਹਿੰਦਾ 100 ਚੋਂ 80 ਠੇਕੇ ਪੰਜਾਬੀਆਂ ਦੇ ਆ ਨਿਊਜ਼ੀਲੈਂਡ ਵਿੱਚ। ਅੱਛਾ ਭਾਜੀ, ਇੱਕ ਮਿੰਟ ਪਹਿਲਾਂ ਗੱਲ ਸੁਣਿਓ। ਹਾਂਜੀ ਸਰ। 100 ਚੋਂ 80 ਠੇਕੇ ਪੰਜਾਬੀਆਂ ਦੇ ਆ ਤੇ ਅੱਧਿਆਂ ਦੇ ਉੱਤੇ ਜਨਾਨੀਆਂ ਖੜੀਆਂ ਆ। ਓਕੇ, ਤੇ ਮੈਂ ਕਦੇ ਵੀ ਨਹੀਂ ਸੁਣਿਆ ਵੀ ਕਿਸੇ ਤੋਂ ਵੀ ਉਹ ਜਨਾਨੀ ਘਰ ਨੂੰ ਸ਼ਰਾਬ ਪੀ ਕੇ ਜਾਂਦੀ ਹੋਵੇ। ਰਾਈਟ। ਹਾਲਾਂਕਿ 6-7 ਹਜ਼ਾਰ ਤੋਂ ਵੱਧ ਬੋਤਲ, ਕਈ 100-200 ਤਰ੍ਹਾਂ ਦੀ ਸ਼ਰਾਬ ਉੱਥੇ ਪਈ ਆ ਜੀ ਸਰ। ਤੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਨਸ਼ਿਆਂ ਦੇ ਦਰਿਆ ਦੀ ਗੱਲ ਕਰਦੇ ਹੋ, ਉਹ ਚ ਕਸੂਰ ਕਿਹਦਾ ਆ? ਰਾਈਟ। ਉਹਨੂੰ ਇਦਾਂ ਕਦੇ ਕਹੀ ਜਾਂਦੇ ਆ ਕੋਈ ਨਸ਼ਾ ਵੇਚਦਾ ਆ। ਇੱਥੇ ਮੈਂ ਤੁਹਾਨੂੰ ਦੱਸਦਾ, ਜਦੋਂ ਆਪਣਾ ਠੇਕਾ ਆ, ਔਰਤ ਖੜੀ ਆ ਉੱਥੇ, ਫੇਰ ਤਾਂ ਉਹ ਤਾਂ ਸ਼ਰਾਬੀ ਹੋ ਕੇ ਜਾਣੀ ਚਾਹੀਦੀ ਘਰ ਨੂੰ। ਰਾਈਟ। ਕਾਤੇ ਨਹੀਂ ਪੀ ਰਹੇ? ਉਹ ਫ੍ਰੀ ਦੀ ਆ, ਉਹਨੂੰ ਕੁਛ ਇਦਾਂ ਥੋੜੀ ਆ। ਉਹਨੂੰ ਪਤਾ ਹੈ ਵੀ ਜਿਹੜੀ $10 ਦੀ ਬੋਤਲ ਆਉਂਦੀ 15 ਦੀ ਵੇਚਦੇ ਆ ਉਹ ਜੀ। ਅਗਲਾ 50,000 ਆਮਦਨੀ ਆ ਹਫ਼ਤੇ ਦੀ ਉਹਨਾਂ ਦੀ, ਫਿਰ ਸ਼ਰਾਬ ਕਾਤੇ ਨਹੀਂ ਪੀ ਕੇ ਜਾਂਦੀ ਘਰ ਨੂੰ ਉਹ? ਇਹਦਾ ਮਤਲਬ ਨਸ਼ਾ ਖਾਣਾ ਜਾਂ ਨਾ ਖਾਣਾ ਤੁਹਾਡੇ ਉੱਤੇ ਆ। ਓਕੇ, ਕਿਸੇ ਨੂੰ ਕਦੇ ਦੋਸ਼ ਦੇਈ ਜਾਂਦੇ ਅਸੀਂ? ਹਾਂ ਠੀਕ ਆ ਸਰ, ਇਹ ਵੀ ਚਲੋ ਠੀਕ ਆ, ਪਰ ਜਿੱਦਾਂ ਨੌਜਵਾਨ ਪੀੜ੍ਹੀ ਆ ਉਹਨੂੰ ਸਮਝਾਉਣ ਲਈ ਕੋਈ ਐਫਰਟਸ ਹੋਣੀਆਂ ਚਾਹੀਦੀਆਂ। ਨਹੀਂ, ਉਹ ਤੁਸੀਂ ਆ। ਤੁਹਾਡੇ ਬੱਚੇ ਕਿੰਨੇ ਆ? ਮੇਰੀ ਸਰ ਇੱਕ ਡਾਟਰ ਆ। ਗੁਆਂਢੀ ਤੁਹਾਡੇ ਕੋਈ ਨਾਲ ਦਾ ਘਰ, ਉਹਨਾਂ ਦੇ ਨਿਆਣੇ ਕਿੰਨੇ ਆ? ਇੱਕ ਉਹਨਾਂ ਦੇ ਵੀ ਸਰ 2 ਬੱਚੇ ਆ, ਮੇਲ ਫੀਮੇਲ। ਮੇਰੇ ਨਾਲ ਗੁਆਂਢੀ ਉਹਨਾਂ ਦੇ ਵੀ ਮੇਲ ਫੀਮੇਲ 2 ਬੱਚੇ। ਜੇ ਤੁਸੀਂ ਗੁਆਂਢੀਆਂ ਦੇ ਜਾ ਕੇ ਜੀ ਸਰ ਉਹਨਾਂ ਦੇ ਘਰ ਉਹਨਾਂ ਦੇ ਨਿਆਣੇ ਨੂੰ ਕੁੱਟੂਗੇ ਜੀ ਸਰ, ਤੇ ਉਹ ਕੀ ਕਰਨਗੇ ਤੁਹਾਡੇ ਨਾਲ? ਹਾਂਜੀ, ਅੰਦਾਜ਼ਾ ਹੋਣਾ ਕਿ ਨਹੀਂ ਤੁਹਾਨੂੰ? ਰਾਈਟ।
ਹੋਊਗਾ ਨਾ। ਹਾਂਜੀ, ਹੁਣ ਤੁਸੀਂ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਮਾਰ ਦਿੱਤਾ। ਰਾਈਟ। ਉਹ ਵੀ ਉਦੋਂ ਜਦੋਂ 4 ਮਹੀਨੇ ਪਹਿਲਾਂ ਤੁਹਾਡੇ ਪੰਜਾਬ ਚ ਆ ਕੇ ਤੁਹਾਡਾ ਅਕਾਲ ਤਖਤ ਢਾ ਕੇ ਗਏ ਆ। ਉਹ ਰਾਈਟ ਸਰ। ਉਹ ਇਹ ਸੁਨੇਹਾ ਦੇ ਕੇ ਗਏ ਆ ਵੀ ਅਸੀਂ ਛੱਡਣਾ ਨਹੀਂ ਤੁਹਾਨੂੰ। ਤੇ ਤੁਸੀਂ ਦੁਨੀਆ ਦੇ ਮੋਹਰੇ ਫਰਿਆਦੀ ਹੋਣ ਦੀ ਬਜਾਏ ਆਪਣੇ ਆਪ ਨੂੰ ਵਿਚਾਰੇ ਦੱਸਣ ਦੀ ਬਜਾਏ ਤੁਸੀਂ ਉਹਦੇ ਘਰ ਬਿਠਾ ਕੇ ਉਹਨਾਂ ਨੂੰ ਉਕਸਾ ਕੇ ਮੁੰਡਿਆਂ ਤੋਂ ਉਹ ਪ੍ਰਧਾਨ ਮੰਤਰੀ ਮਰਵਾਤੀ। ਫਿਰ ਅਸੀਂ ਕਹਿੰਦੇ ਜੈਨੋਸਾਈਡ ਹੋਇਆ ਸਾਡਾ। ਠੀਕ ਹੈ। ਸਾਨੂੰ ਦੀਦਾ ਨਹੀਂ ਜਾਣੀ ਜਦੋਂ ਅਗਲਾ ਹੁਣ ਤੁਹਾਡਾ ਗੁਆਂਢੀ ਆ ਉਹ ਮੰਨ ਲਓ ਨਿਤ 10-15 ਬੰਦੇ ਬਾਹਰੋਂ ਸੱਦ ਕੇ ਉਹਨਾਂ ਨੂੰ ਸ਼ਰਾਬ ਪਿਲਾ ਕੇ ਗਲੀ ਚ ਲਲਕਾਰੇ ਮਾਰਦੇ ਫਿਰ ਤੁਹਾਡਾ ਨਾਂ ਲੈ ਕੇ ਅਗਲੇ ਕਹਿਣ ਵੀ ਜਿੱਦਣ ਮਾੜਾ ਮੋਟਾ ਕੁਸ ਕੇ ਆ ਨਾ ਅਸੀਂ ਝੰਬਣਾ ਆ। ਠੀਕ ਹੈ। ਤੇ ਉਹ ਤੋਂ ਬਾਅਦ ਤੁਸੀਂ ਏਦਾਂ ਜਾ ਕੇ ਉਹਨਾਂ ਦੇ ਘਰ ਉਹਨਾਂ ਦੇ ਨਿਆਣੇ ਨੂੰ ਕੁੱਟ ਕੇ ਆਜਮੋ। ਠੀਕ ਹੈ। ਉਸ ਵੇਲੇ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਤੁਸੀਂ ਆਲੇ ਦੁਆਲੇ ਸਾਰਿਆਂ ਨੂੰ ਦੱਸੋ ਵੀ ਦੇਖੋ ਭਾਈ ਮੈਂ ਕੋਈ ਗਲਤੀ ਨਹੀਂ ਕੀਤੀ, ਉਹਦੇ ਬਾਵਜੂਦ ਇਹ ਬੰਦਿਆਂ ਨੂੰ ਪੈਸੇ ਦੇ ਕੇ ਸੱਦਿਆ ਤੇ ਸਾਡੇ ਨਾਲ ਲੜਨੇ ਨੂੰ ਫਿਰਦੇ ਆ। ਰਾਈਟ। ਤਾਂ ਜੇ ਤੁਸੀਂ ਪੰਗੇ ਲੈਂਦੇ ਫਿਰ ਨਹੀਂ ਭਾਜੀ ਮੇਰੇ ਕਹਿਣ ਦਾ ਬਿਲਕੁਲ 100% ਤੁਸੀਂ ਸਹੀ ਹੋ। ਮੇਰਾ ਸਿਰਫ ਛੋਟਾ ਜਿਹਾ ਇੱਕ ਸੀਗਾ ਕਿ ਜਰਾਇਮ ਪੇਸ਼ਾ ਕੌਮ ਉਹਨਾਂ ਨੇ ਫਸਟ ਡੇ ਇਹਨਾਂ ਨੂੰ ਨੋਮੀਨੇਟ ਕਰਤਾ। ਇਹ ਜਰਾਇਮ ਪੇਸ਼ਾ ਕੌਮ ਆ। ਠੀਕ ਹੈ। ਉਹ ਹੁਣ ਤੱਕ ਉਹ ਟੈਗ ਲਿਖ ਚੁੱਕਾ ਜਾਂ ਨਹੀਂ ਲਿਖ ਚੁੱਕਾ? ਨਹੀਂ, ਉਹ ਸਾਡੇ ਤੇ ਹੈ ਨਾ। ਅਸੀਂ ਲਾਣ ਨੂੰ ਤਿਆਰ ਹੈਗੇ ਕਿ ਨਹੀਂ? ਜਦੋਂ ਅਸੀਂ ਹੁਣ ਲੰਡਨ ਹੋਇਆ ਮੁਜ਼ਾਹਰਾ, ਤੁਹਾਡੇ ਨਵੇਂ ਸ਼ਹਿਰ 3 ਬੰਦੇ ਫੜੇ ਗਏ ਆ, ਉਹਨਾਂ ਦੇ ਉੱਤੇ ਚਾਰਜ ਲੱਗਾ ਦੇਸ਼ ਧਰੋਹ ਦਾ। ਅੱਛਾ। ਨੇੜੇ ਤੇੜੇ ਸਾਲ ਕੇਸ ਚੱਲਿਆ ਤੇ ਸਾਲ ਤੋਂ ਬਾਅਦ ਉਹਨਾਂ ਨੂੰ ਉਮਰ ਕੈਦ ਹੋ ਗਈ। ਅੱਛਾ ਜੀ। ਉਹ ਜਦੋਂ ਕੇਸ ਚੱਲਦਾ ਸੀ ਕਿਸੇ ਜਥੇਬੰਦੀ ਨੇ ਨਾ ਕੋਈ ਅਖਬਾਰ 'ਚ ਖਬਰ ਦਿੱਤੀ, ਨਾ ਕਿਸੇ ਟੀਵੀ ਤੇ ਬੋਲੇ ਵੀ ਦੇਖੋ ਕਿਤਾਬਾਂ ਫੜਨੇ ਨਾ ਉਹਨਾਂ ਤੇ ਐਡਾ ਵੱਡਾ ਚਾਰਜ ਕਿਉਂ ਲੱਗ ਗਿਆ। ਉਹਦੀ ਬਹਿਸ ਹੋਈ ਆ, ਕੇਸ ਚੱਲਿਆ, ਉਹ ਤੋਂ ਬਾਅਦ ਸਜ਼ਾ ਹੋ ਗਈ। ਹਾਂਜੀ। ਹੁਣ ਸੁਨੇਹਾ ਤਾਂ ਤੁਹਾਨੂੰ ਇਹ ਦੇਣਾ ਚਾਹੀਦਾ ਆਪਣੀ ਕੌਮ ਨੂੰ ਵੀ ਦੇਖੋ ਸਰਕਾਰ ਬੜੀ ਜ਼ਾਲਮ ਆ, ਉਹ ਸਾਨੂੰ ਨਜਾਇਜ਼ ਫਸਾ ਰਹੀ ਆ, ਬਹਾਨੇ ਲੱਭ ਰਹੀ ਆ ਵੀ ਨੌਜਵਾਨੋ ਕੋਈ ਇਦਾਂ ਦਾ ਮੌਕਾ ਨਾ ਦਿਓ। ਨਾ ਤਾਂ ਭਿੰਡਰਾਣੇ ਦੀਆਂ ਫੋਟੋ ਰੱਖੋ, ਨਾ ਖਾਲਿਸਤਾਨ ਦੀ ਗੱਲ ਕਰੋ, ਨਾ ਕੋਈ ਦੇਸ਼ ਨੂੰ ਤੋੜਨ ਦੀ ਗੱਲ ਕਰੋ, ਸੰਭਲ ਕੇ ਰਹੋ। ਉਹ ਬਹਾਨਾ ਚਾਹੁੰਦੀ ਹੈ ਸਰਕਾਰ। ਪਰ ਸਾਡੇ ਬੰਦਿਆਂ ਨੇ ਕੀ ਕੀਤਾ, ਲੰਡਨ ਦੇ ਵਿੱਚ ਮੁਜ਼ਾਹਰਾ ਕੀਤਾ ਤਾਂ ਉੱਥੇ ਗਾਲਾਂ ਕੱਢਣ ਲੱਗੇ ਹੋ ਆ, ਹਿੰਦੂਆਂ ਨਾਲ ਲੜਨ ਲੱਗੇ ਹੋ ਆ। ਹਿੰਦੂ ਆ ਗਿਆ ਮੂਹਰੇ ਖੜ ਗਿਆ, ਉਹਨੇ ਭਾਰਤ ਦਾ ਝੰਡਾ ਫੜ ਲਿਆ। ਇਹਨਾਂ ਨੇ ਉਹਨਾਂ ਦਾ ਝੰਡਾ ਖੋਹ ਲਿਆ। ਉਹ ਤੋਂ ਬਾਅਦ ਹੁਣ ਅਸੀਂ ਕਹਿੰਦੇ ਵੀ ਜਰਾਇਮ ਪੇਸ਼ਾ ਦਾ ਧੱਬਾ ਲੈ ਜਾਵੇ ਸਾਡੇ ਤੋਂ। ਅਸੀਂ ਜਦੋਂ ਗੱਲ ਮਾੜੀ ਜਿਹੀ ਗੱਲ ਹੁੰਦੀ ਆ, ਹੁਣ ਅਜਨਾਲੇ ਵਰਗੇ ਬੰਦੇ ਪੰਜਾਬ ਦੇ ਵਿੱਚ ਕੋਈ ਬੰਦਾ ਗ੍ਰੰਥੀ ਕੋਈ ਬੰਦਾ ਕੁਛ ਕਰਦਾ, ਉਹਨੂੰ ਜਾ ਕੇ ਕੁੱਟਣ ਚਲ ਜਾਂਦੇ ਆ ਇਹ। ਹੁਣ ਜੇ ਰਾਧਾ ਸੁਆਮੀ ਆਪਣਾ 40-50 ਹਜ਼ਾਰ ਬੰਦਾ ਇਕੱਠਾ ਕਰਕੇ ਆਲੇ ਦੁਆਲੇ ਦੇ ਪਿੰਡਾਂ 'ਚ ਲੋਕਾਂ ਨੂੰ ਕੁੱਟਣ ਚਲ ਜਾਣਾ, ਸਾਡੇ ਵਿਰੁੱਧ ਬੋਲਦੇ ਆ ਇਹ। ਜੇ ਹਿੰਦੂ ਇੰਡੀਆ ਦੇ ਵਿੱਚ 100 ਕਰੋੜ ਹਿੰਦੂ ਹੋਣਾ ਤੇ ਜੇ ਉਹ ਇਕੱਠੇ ਹੋ ਕੇ ਸਾਡੇ ਗੁਰਦੁਆਰਿਆਂ 'ਚ ਆ ਜਾਣ ਵੀ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹਿੰਦੂ ਅੰਨਾ। ਇਹ ਤਾਂ ਭਾਜੀ ਗੱਲ ਠੀਕ ਆ ਵੀ 2 ਬੰਦਿਆਂ ਨੂੰ 98 ਬੰਦਿਆਂ ਨਾਲ ਪੰਗਾ ਤਰੀਕੇ ਨਾਲ ਲੈਣਾ ਚਾਹੀਦਾ। ਉਦਾਂ ਤੁਸੀਂ ਮਤਲਬ ਹਥਿਆਰ ਚੱਕਣ ਦੇ ਮਾਮਲੇ 'ਚ ਅਸੀਂ ਐਲਟੀਟੀ ਨੂੰ ਲਾ ਲਈਏ, ਲਿਬਰੇਸ਼ਨ ਟਾਈਗਰ ਫੋਰਸ ਜਿਹੜੀ ਸ਼੍ਰੀਲੰਕਾ ਦੀ ਹੋਈ ਆ, ਉਹਦੇ ਨਾਲ ਸਟਰੋਂਗ ਤਾਂ ਮੇਰੇ ਖਿਆਲ ਨਾਲ ਖਾਲਿਸਤਾਨ ਜਥੇਬੰਦੀ ਉਸ ਵੇਲੇ ਜਿਹੜੀ ਮੂਵਮੈਂਟ 'ਚ ਉਹ ਨਹੀਂ ਸੀ। ਫਿਰ ਹੁਣ ਤੁਸੀਂ ਇੱਕ ਮੈਨੂੰ ਤੁਹਾਡੀ ਗੱਲ ਹੋਰ ਬੜੀ ਚੰਗੀ ਲੱਗੀ ਤੇ ਹਿੰਦੁਸਤਾਨ ਦੀ ਜਿਹੜੀ ਸਟੇਟ ਆ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਟੈਰਰਿਸਟਾਂ ਨਾਲ ਲੜਨ ਲਈ ਉਹ 200 ਸਾਲ ਵੀ ਲੱਗੇ ਰਹਿਣ ਤਾਂ ਵੀ ਕਸ਼ਮੀਰ ਨਹੀਂ ਲੱਗ ਹੋ ਸਕਦਾ। 200 ਸਾਲ ਵੀ ਉਹ 200 ਸਾਲ ਵੀ ਤਾਂ ਕੀ ਸਾਡੀ ਮੂਵਮੈਂਟ ਜੇ ਆਪਾਂ ਇੱਥੇ ਰਹਿ ਕੇ ਚਲਾਈਏ ਵੀ ਅਸੀਂ ਇੱਕ ਅਲੱਗ ਸਿਸਟਮ ਲੈਣਾ ਤਾਂ ਉਹ ਮੈਨੂੰ ਤਾਂ ਲੱਗਦਾ ਅਸੀਂ ਸਾਡੀਆਂ ਪੀੜ੍ਹੀਆਂ ਵੀ ਲੜਦੀਆਂ ਨਾਲ ਜੱਜ ਕੇ ਤੇ ਟੋਪੋਗ੍ਰਾਫੀ ਵੀ ਸਾਨੂੰ ਸਾਥ ਪੀੜ੍ਹੀਆਂ। ਤੁਸੀਂ ਇੱਕ ਵਾਰੀ ਭਿੰਡਰਾਣੇ ਨੇ ਹਥਿਆਰ ਚੱਕੇ ਆ, ਉਹਦੇ ਸਿੱਟੇ ਵਜੋਂ ਇੱਕ ਤਾਂ ਉਹਨੇ ਢਾਇਆ ਅਕਾਲ ਤਖਤ ਜੀ ਸਰ, 2.5 ਲੱਖ ਨੌਜਵਾਨ ਮਾਰਿਆ ਤੇ ਉਸੇ ਟਕਸਾਲ ਨੂੰ ਬਾਦਲਾਂ ਦੇ ਪੈਰਾਂ 'ਚ ਬਿਠਾ ਦਿੱਤਾ। ਪੰਜਾਬ ਦੇ ਅਕਾਲੀ ਦਲ ਵਿੱਚ ਜਿੱਥੇ ਤਲਵੰਡੀ, ਲੌਂਗੋਵਾਲ, ਟੌੜਾ, ਬਾਦਲ, ਬਰਨਾਲਾ ਘੱਟੋ ਘੱਟ 10 ਆਗੂ ਇਦਾਂ ਦੇ ਸੀ ਜਿਹੜੇ ਕੱਲਾ ਅਕਾਲੀ ਦਲ ਚਲਾਉਣੇ ਵਾਲਾ ਸੀ। ਉਹ ਸਾਰਿਆਂ ਨੂੰ ਖਤਮ ਕਰਕੇ ਇੱਕੋ ਹੀ ਥਾਂ ਦੇ ਉੱਤੇ ਸਾਰੇ ਇਕੱਠੇ ਕਰ ਦਿੱਤੇ ਬਾਦਲ ਦੇ ਥੱਲੇ।
ਕੋਈ ਸ਼ੱਕ ਨਹੀਂ। ਕਹਿੰਦੇ ਕਹਾਉਂਦੇ ਖਾੜਕੂ ਜਾਂ ਉਹਨੇ ਮਾਰ ਦਿੱਤੇ, ਜਾਂ ਉਹ ਦਲਜੀਤ ਸਿੰਘ ਬਿੱਟੂ ਵਾਂਗ ਘਰ ਬਹਿ ਗਏ, ਜਾਂ ਮਹਿਤੇ ਚਾਵਲੇ ਵਾਂਗ ਬਾਦਲ ਦੀ ਛਤਰੀ ਥੱਲੇ ਬਹਿ ਗਏ। ਰਾਈਟ। ਤੇ ਹੁਣ ਅਸੀਂ ਜੇ ਫੇਰ ਦੁਬਾਰਾ ਸੁਪਨਾ ਲਵਾਂਗੇ, ਫੇਰ ਸਿੱਟਾ ਕੀ ਨਿਕਲੂਗਾ? ਜਦੋਂ ਟਕਸਾਲ ਦਾ ਮੁਖੀ ਹਥਿਆਰ ਚੱਕ ਕੇ ਲੜਦਾ ਉਦੋਂ ਇਹ ਸਿੱਟਾ ਨਿਕਲਿਆ। ਹੁਣ ਟਕਸਾਲ ਦਾ ਮੁਖੀ ਹਥਿਆਰ ਚੱਕ ਕੇ ਲੜਨ ਦੀ ਹੈਸੀਅਤ ਵਿੱਚ ਹੈਗਾ ਇਸ ਵੇਲੇ? ਮੇਰੇ ਖਿਆਲ ਨਾਲ ਨਹੀਂ, ਕਦੀ ਵੀ ਨਹੀਂ। ਫਿਰ ਮੁਹਿੰਮ ਕਿੱਥੋਂ ਚੱਲਣੀ ਆ? ਹਨਾ, ਹੁਣ ਉਹ ਮੁਹਿੰਮ ਤੋਂ ਪਹਿਲਾਂ, ਲੜਨ ਤੋਂ ਪਹਿਲਾਂ ਤੁਹਾਨੂੰ ਆਪਣਾ ਕੇਸ ਆ ਜਿਹੜਾ ਨਾ, ਤੁਹਾਨੂੰ ਪਤਾ ਇੰਡੀਆ ਦੇ ਵਿੱਚ ਜੇ ਮੰਨ ਲਓ ਜ਼ਮੀਨ ਦਾ ਝਗੜਾ ਹੋ ਜਵੇ, ਜ਼ਮੀਨ ਦਾ ਝਗੜਾ ਹੋ ਗਿਆ, ਮੰਨ ਲਓ ਕਿਸੇ ਨੇ ਕਬਜ਼ਾ ਕਰ ਲਿਆ, ਰੌਲਾ ਪੈ ਗਿਆ, ਤੇ ਤੁਹਾਨੂੰ ਅਗਲਾ, ਜੇ ਤੁਹਾਡੀ ਜ਼ਮੀਨ ਆ ਮੰਨ ਲਓ, ਤੁਹਾਨੂੰ ਅਗਲਾ ਸਲਾਹ ਦਿੰਦਾ ਵੀ ਦੇਖੋ ਜੀ ਬਾਕੀ ਤਾਂ ਸਾਰਾ ਕੁਝ ਠੀਕ ਹੈ, ਫਿਰ ਕਬਜ਼ਾ ਤੁਹਾਨੂੰ ਲੈਣਾ ਪੈਣਾ। ਹੁਣ ਜਦੋਂ ਕਬਜ਼ਾ ਲੈਣਾ ਹੈ ਨਾ, ਕਬਜ਼ਾ ਲੈਣ ਤੋਂ ਪਹਿਲਾਂ ਤੁਹਾਡੇ ਕੋਲ ਪੇਪਰ ਸਹੀ ਹੋਣੇ ਚਾਹੀਦੇ ਆ। ਕਾਨੂੰਨੀ ਤੌਰ ਤੇ ਸਾਰੇ ਹੱਕ ਚਾਹੀਦੇ ਆ। ਫਿਰ ਇਹ ਸੋਚਿਓ ਵੀ ਜਾ ਕੇ ਜ਼ਮੀਨ ਬਾਹ ਲਵਾਂ ਮੈਂ। ਜੇ ਉਦਾਂ ਹੀ ਕਿਸੇ ਦੀ 50 ਏਕੜ ਤੇ ਕਬਜ਼ਾ ਲੈਣ ਤੋਂ ਰਪੂਵੇ, ਪਹਿਲਾਂ ਮੈਂ ਕਬਜ਼ਾ ਲੈ ਲਵਾਂ, ਫਿਰ ਮੈਂ ਕੋਰਟ ਵਿੱਚ ਕੇਸ ਲੜ ਲੂੰਗਾ, ਉੱਥੇ ਵੀ ਮਸਲਾ ਹੱਲ ਹੋ ਜਾਊਗਾ। ਜਦੋਂ ਪੇਪਰ ਉਹਨਾਂ ਕੋਲੇ ਫੇਰ ਤਾਂ ਤੁਹਾਡੇ ਡੰਗ ਫਿਰਨੀ ਆ। ਹੁਣ ਅਸੀਂ ਜਦੋਂ ਇਹ ਕਬਜ਼ਾ, ਖਾਲਿਸਤਾਨ ਦਾ ਕਬਜ਼ਾ ਲੈਣਾ, ਅਸੀਂ ਜਦੋਂ ਲੜਨਾ ਆ, ਫੋਨ ਕੱਟਿਆ ਗਿਆ ਸ਼ਾਇਦ ਵੀਰ, ਜਦੋਂ ਅਸੀਂ ਲੜਨਾ ਆ ਨਾ, ਸਾਡੇ ਕੋਲ ਪਹਿਲਾਂ ਪੇਪਰ ਵਰਕ ਸਹੀ ਹੋਣਾ ਚਾਹੀਦਾ। ਬਿਲਕੁਲ ਬਿਲਕੁਲ, ਫਸਟ ਸਟੈਪ ਹੀ ਹੋਈ ਹੈ। ਦਲੀਲਾਂ ਸਾਡੀਆਂ ਸਾਰੀਆਂ ਸਹੀ ਹੋਣੀਆਂ ਚਾਹੀਦੀਆਂ ਦੁਨੀਆ ਨੂੰ ਦੱਸਣ ਲਈ ਵੀ ਇਸ ਕਰਕੇ ਅਸੀਂ ਮੰਗ ਰਹੇ ਹਾਂ, ਆਹ ਕਾਰਨ ਆ, ਇੱਥੇ ਖੜੇ ਆ, ਇਹ ਸਾਡੇ ਨਾਲ ਧੱਕੇ ਹੋਏ ਆ, ਉਹ ਕੇਸ ਸਾਡਾ ਤਿਆਰ ਹੋਇਆ ਆ। ਸਾਰਾ ਕੁਝ ਹੋਵੇ ਤਾਂ ਫਿਰ ਬੰਦਾ ਜਾਂਦਾ ਅੱਗੇ ਕੰਮ ਕਰਨ। ਇਹਨਾਂ ਕੋਲ ਤਾਂ ਹੈ ਹੀ ਕੁਛ ਨਹੀਂ। ਇਹਦੇ 40 ਸਾਲ ਲੱਗੇ ਆ ਬੰਦੇ। ਸਿਮਰਨਜੀਤ ਸਿੰਘ ਮਾਨ ਨੂੰ ਪੁੱਛ ਲਓ, ਇਹਨਾਂ ਬੰਦਿਆਂ ਨੂੰ, ਜਾਂ ਦੂਜੇ ਜਿਹੜੇ ਬਾਹਰੋਂ ਵੀ ਲੱਗੇ ਆ, ਉਹਨਾਂ ਨੂੰ ਪੁੱਛ ਲਓ ਹੈ ਕੀ ਇਹ ਪਹਿਲਾਂ ਮਤਲਬ ਕਰੋਗੇ ਕਿੱਦਾਂ? ਹੈ ਨਹੀਂ ਕੁਛ ਵੀ। ਏਦਾਂ ਕਿੱਦਾਂ ਤੁਸੀਂ ਚੱਕ ਲੋਗੇ ਜਾ ਕੇ ਸਾਰੇ? ਏਦਾਂ ਦਾ ਫਿਰ ਰੋਜ਼ ਦਿਨ ਹਰ ਮੁਲਕਾਂ ਦੇ ਲੋਕ ਖੜੇ ਹੋ ਜਾਣਾ, ਏਦਾਂ ਕਰੋ ਜੀ, ਏਦਾਂ ਕਰੋ, ਏਦਾਂ ਥੋੜੀ ਚੱਲਣਾ। ਨਹੀਂ ਹੋਣਾ ਨਹੀਂ ਜੀ, ਕੁਛ ਨਹੀਂ ਹੈ। ਦੁਕਾਨਦਾਰੀ ਚੱਲੀ ਜਾ ਰਹੀ ਹੈ, ਸਾਫ਼ ਦਿਸ ਰਿਹਾ ਭਾਈ ਸਾਹਿਬ ਪਹਿਲੇ ਵੀ ਗੱਲ ਕਰਦੇ ਸੀਗੇ, ਉਹ ਵੀ ਆਪਣੀ ਜ਼ਿੰਮੇਵਾਰੀ ਹੈ ਹਰ ਬੰਦੇ ਦੀ। 50-50 ਅਗਰ ਰੇਸ਼ੋ ਰੱਖ ਲਵੇ ਬੰਦਾ ਨਸ਼ਿਆਂ ਦੀ ਵੀ, ਜਿਹੜੇ ਬਾਕੀ ਜਿਹੜੇ 50 ਨਹੀਂ ਪੀਂਦੇ ਉਹਨਾਂ ਨੂੰ ਕਿਸੇ ਨੇ ਨਹੀਂ ਲਾਤਾ। ਆਪਣੀ ਜ਼ਿੰਮੇਵਾਰੀ ਹੈ ਤੁਹਾਡੀ ਸਾਰੀ ਹਰ ਜਗ੍ਹਾ ਤੇ। ਉਹ ਨਹੀਂ ਇਹ ਤਾਂ ਐਵੇਂ ਲੀਡਰਾਂ ਨੇ ਨਾ ਸਾਨੂੰ ਜਿੱਦਾਂ ਹੁਣ ਮੁਜ਼ਾਹਰਾ ਕਰਨੇ ਵਾਲੇ ਆ, ਉਹਨੇ ਬਹਾਨਾ ਲੱਭ ਲਿਆ ਵੀ ਅੱਛਾ 3 ਜਣੇ ਜੇਲ੍ਹ 'ਚ ਆ, ਉਹ ਚਲੋ ਮੁਜ਼ਾਹਰਾ ਕਰ। ਇਦਾਂ ਜਿਹੜੇ ਬੰਦੇ ਨੂੰ ਕੁਝ ਮਿਲ ਨਹੀਂ ਰਿਹਾ, ਉਹ ਇਦਾਂ ਦੀਆਂ ਗੱਲਾਂ, ਪ੍ਰਚਾਰਕਾਂ ਨੂੰ ਮੁੱਦਾ ਚਾਹੀਦਾ ਹੁੰਦਾ। ਠੀਕ ਹੈ, ਉਹ ਤਾਂ ਕਰਦੇ। ਚਲੋ ਜੀ ਆਪਾਂ ਬ੍ਰੇਕ ਲੈ ਲਈਏ ਪਹਿਲਾਂ, ਤੇ ਬ੍ਰੇਕ ਤੋਂ ਬਾਅਦ ਅਸੀਂ ਹੁਣ ਜੀ ਇਦਾਂ ਕੀਤਾ ਆ ਵੀ 4 ਘੰਟੇ ਦਾ ਪ੍ਰੋਗਰਾਮ ਆ, ਉਹਦੇ ਵਿੱਚ 2 ਬ੍ਰੇਕਾਂ ਲੈ ਲਈਆਂ, 3 ਨਹੀਂ ਲਈਆਂ। ਠੀਕ ਹੈ, ਥੋੜਾ ਜਿਹਾ ਕਾਨੂੰਨ ਚੇਂਜ ਕਰਿਆ ਕਿਉਂਕਿ ਸਾਨੂੰ ਫਿਰ ਉਹਨੇ 10-15 ਮਿੰਟ ਵਾਧੂ ਮਿਲ ਜਾਂਦੇ ਗੱਲ ਕਰਨ। ਠੀਕ ਹੈ, ਧੰਨਵਾਦ ਜੀ, ਮਿਲਦੇ ਹਾਂ ਅਸੀਂ।